जिसमें है अमृत ज्ञान है मानक भगत वैराग। गुरु ग्रंथ साहिब उदद बंदो कर अनुराग। श्री सतगुर शब्द कमाए जिन जीते पंच विकार। तिन संतन को बंदना सिर चरणन पगतार। दोहरा हृदय पदार्थ चाहे जे सतगुर चरण सरयो। जीवत पावहो सर्ब सुख अंत मुक्त को लेयो। ਵਾਹਿਗੁਰੂ जी का खालसा वाहिगुरू जी की फतेह। दोहरा हृदय पदार्थ चाहे जे। श्री नानक प्रकाश ग्रंथ चैप्टर 65। कवि संतोख सिंह जी जो मंगलाचरण है आप ਲਿਖਦੇ ਹਨ ਕਿ ਹਿਰਦੇ ਪਦਾਰਥ ਚਾਹੇ ਜੇ ਕਹਿਣਗੇ ਜੇ ਹਿਰਦੇ ਵਿੱਚ ਜਾਂ ਜਿਹੜੇ ਮਨ ਦੇ ਵਿੱਚ ਜਿਹੜੇ ਪਦਾਰਥਾਂ ਦੀ ਇੱਛਾ ਹੋਵੇ ਜੋ ਇੱਛਾ ਬਣੀ ਹੋਵੇ ਕੋਈ ਪਦਾਰਥ ਲੈਣ ਦੀ ਇਫ ਯੂ ਹੈਵ ਡਿਜ਼ਾਇਰ ਫॉर ਸਰਟਨ ਮਟੀਰੀਅਲਸ ਆਫ ਦਿਸ ਵਰਲਡ ਤਾਂ ਕਹਿੰਦੇ ਸਤਿਗੁਰੂ ਚਰਨ ਸਰਿਓ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨੂੰ ਜਿਹੜੇ ਸਰਿਓ ਉਹਨਾਂ ਦੇ ਚਰਨਾਂ ਦਾ ਸੇਵਨ ਕਰੋ, ਉਹਨਾਂ ਦੇ ਚਰਨਾਂ ਦੀ ਪੂਜਾ ਕਰੋ, ਉਹਨਾਂ ਦੇ ਚਰਨਾਂ ਦਾ ਧਿਆਨ ਧਾਰੋ। ਜੀਵਤ ਪਾਵਹੁ ਸਰਬ ਸੁਖ ਅੰਤ ਮੁਕਤ ਕੋ ਲਿਓ। ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਨੂੰ ਧਿਆਉਣ ਦਾ ਉਹਨਾਂ ਦੀ ਪੂਜਾ ਕਰਨ ਦਾ ਕੀ ਫਾਇਦਾ ਹੁੰਦਾ ਹੈ। ਕਹਿੰਦੇ ਦੋਨਾਂ ਜਹਾਨਾਂ ਦਾ ਸੁੱਖ ਮਿਲਦਾ ਹੈ। ਦ ਰਿਟਰਨਸ ਆਫ ਟੂ ਵਰਲਡਸ ਦੋਵੇਂ ਜਿਹੜਾ ਹਨ ਦੁਨੀਆ ਦਾ ਕਹਿੰਦੇ ਜੀਵਤ ਜਿਉਂਦਿਆਂ ਜੀ ਜਦੋਂ ਤੱਕ ਲਾਈਫ ਟਾਈਮ ਹੈ ਸਾਰੇ ਸੁੱਖ ਪਦਾਰਥ ਮਿਲਦੇ ਹਨ ਸੁੱਖ ਦੇਣ ਵਾਲੇ ਤੇ ਫਿਰ ਅੰਤ ਮਰਨ ਤੋਂ ਬਾਅਦ ਮੁਕਤੀ ਪ੍ਰਾਪਤ ਹੁੰਦੀ ਹੈ। ਸੋ ਇਹ ਡੀਲ ਜਿਹੜੀ ਹੈ ਦੇਖੋ ਗੁਰੂ ਨਾਨਕ ਸਾਹਿਬ ਨੇ ਕਿੰਨੀ ਵਧੀਆ ਕਿੰਨੀ ਚੰਗੀ ਇਹ ਡੀਲ ਦਿੱਤੀ ਹੈ ਕਿ ਮਹਾਰਾਜ ਦੇ ਚਰਨਾਂ ਨਾਲ ਸੇਵਨ ਕਰਨ ਦੇ ਨਾਲ ਦੋ ਜਹਾਨਾਂ ਦੋ ਦੁਨੀਆ ਦੇ ਸੁੱਖ ਪੱਲੇ ਪੈ ਜਾਂਦੇ ਹਨ। ਸ੍ਰੀ ਬਾਲਾ ਸੁੰਦਰ ਵਾਚ ਦੋਹਰਾ ਅਗਰਜ ਗਮਨੇ ਸ੍ਰੀ ਗੁਰੂ ਏਕ ਗਏ ਅਸਥਾਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਾਈ ਬਾਲਾ ਤੇ ਭਾਈ ਮਰਦਾਨਾ ਸੁਮੇਰ ਪਰਬਤ ਤੋਂ ਹੁਣ ਅੱਗੇ ਗਏ। ਮਹਾਰਾਜ ਜੀ ਅੱਗੇ ਚੱਲਦਿਆਂ ਹੋਇਆਂ ਇੱਕ ਐਸਾ ਅਸਥਾਨ ਆਇਆ। ਕਾਕ ਪਸੁੰਡ ਬੈਠੋ ਜਹਾਂ ਪੰਖਣ ਵਿਖੇ ਮਹਾਨ। ਇੱਕ ਕਾਕ ਪਸੁੰਡ ਸੀਗਾ। ਕਾ ਹੁੰਦੀ ਆ ਕਰੋ ਕਹਿੰਦੇ ਕਰੋ ਦੇ ਰੂਪ ਦੇ ਵਿੱਚ ਜਿਹੜਾ ਹੈ ਕਾਕ ਪਸੁੰਡ ਇਸ ਦਾ ਨਾਂ ਸੀਗਾ। ਕਹਿਣਗੇ ਉਹ ਉੱਥੇ ਬੈਠਾ ਕਹਿਣਗੇ ਪੰਖਣ ਵਿਖੇ ਮਹਾਨ ਜੋ ਸਾਰੀਆਂ ਪੰਖੀਆਂ ਵਿਖੇ ਪੰਖੀ ਹੁੰਦੇ ਨੇ ਜੋ ਬਰਡਸ ਹੁੰਦੇ ਹਨ ਜੋ ਉੱਡਣ ਵਾਲੇ ਹਨ। ਸੋ ਕਹਿੰਦੇ ਪੰਖੀਆਂ ਦੇ ਵਿੱਚ ਕਾਕ ਪਸੁੰਡ ਦੀਵਾਨ ਲਾ ਕੇ ਬੈਠੇ ਸਨ। ਚੌਪੇ ਬਹੁ ਬਿਹੰਗ ਹੈ ਅਨਗਨ ਜਹਵਾ। ਕਹਿਣਗੇ ਬਹੁਤ ਉੱਥੇ ਬਹੁਤ ਹੀ ਸਾਰੇ ਬਿਹੰਗ ਹੁੰਦੇ ਹਨ ਪੰਛੀ ਬਰਡਸ ਜਿਹੜੇ ਹਨ। ਬਿਹੰਗ ਉਹਨਾਂ ਨੂੰ ਵੀ ਕਿਹਾ ਜਾਂਦਾ ਜਿਨ੍ਹਾਂ ਦਾ ਘਰ-ਬਾਰ ਨਾ ਹੋਵੇ ਉਹ ਵੀ ਬਿਹੰਗ ਹਨ। ਇਹ ਵਰਡ ਬਿਹੰਗ ਉਸ ਵਾਸਤੇ ਵੀ ਵਰਤੀ ਜਾਂਦੀ ਕਿਉਂਕਿ ਜਿਹੜੇ ਬਰਡਸ ਹੁੰਦੇ ਨੇ ਇਹਨਾਂ ਦਾ ਕੋਈ ਟਿਕਾਣਾ ਨਹੀਂ ਹੁੰਦਾ ਪੱਕਾ। ਕਿਤੇ ਕੋਈ ਟਰੀ ਤੇ ਬਹਿ ਜਾਂਦੇ ਨੇ ਕੋਈ ਦਰਖਤ ਤੇ ਬਹਿ ਜਾਂਦੇ ਨੇ। ਸੋ ਅਣਗਣ ਹੀ ਬਿਹੰਗਾਂ ਦੇ ਵਿੱਚ ਬੈਠੇ ਸਨ। ਉੱਥੇ ਬਹੁਤ ਸਾਰੇ ਬਰਡਸ ਦਾ ਜਿਹੜਾ ਇਕੱਠ ਹੋਇਆ ਸੀ। ਕਾਕ ਪਸੁੰਡ ਬਿਰਾਜੈ ਤਹਵਾ। ਕਾਕ ਪਸੁੰਡ ਵੀ ਉੱਥੇ ਹੀ ਬੈਠਾ ਸੀ ਸਾਰਿਆਂ ਦੇ ਵਿੱਚ। ਵੈਸਿਓ ਆਪ ਸਭਨ ਕੇ ਮਾਹੀ। ਸਾਰਿਆਂ ਦੇ ਵਿਚਾਲੇ ਜਾਂ ਮੇਨ ਫੋਕਲ ਪੁਆਇੰਟ ਬਣ ਕੇ ਕਾਕ ਪਸੁੰਡ ਉੱਥੇ ਬੈਠਾ ਸੀ। ਉਚਰਤ ਕਥਾ ਪ੍ਰੇਮ ਉਰ ਜਾਹੀ। ਕਿਉਂਕਿ ਉਸ ਵੇਲੇ ਕਾਕ ਪਸੁੰਡ ਜਿਹੜੇ ਹਨ ਉਹ ਜਿਹੜੀ ਪ੍ਰੇਮ ਦੀ ਕਥਾ ਕਰਕੇ ਬਾਕੀ ਦੇ ਚਿੜੀਆਂ ਨੂੰ ਜਾਂ ਬਾਕੀ ਦੇ ਪੰਖੀਆਂ ਨੂੰ ਸੁਣਾ ਰਿਹਾ ਸੀ। ਸੁਨਹਿ ਪ੍ਰੀਤ ਸੋ ਸਰਬ ਵਿਹੰਗਾ। ਸਾਰੇ ਵਿਹੰਗ ਜਿਹੜੇ ਹਨ ਜਾਂ ਜਿਹੜੇ ਪੰਖੀ ਹਨ ਸਾਧੂ ਰੂਪ ਹੋ ਕੇ ਸਾਰੇ ਸੁਣਦੇ ਸਨ। ਦੂਸਰਾ ਇਹ ਵੀ ਅਰਥ ਹੈ ਵਿਹੰਗ ਉੱਥੇ ਸਾਧੂ ਲੋਕ ਜਿਹੜੇ ਸਨ ਜਿਨ੍ਹਾਂ ਨੂੰ ਕਾਕ ਪਸੁੰਡ ਦੀ ਸੰਗਤ ਪ੍ਰਾਪਤ ਸੀ ਉਹ ਵੀ ਬਹਿ ਕਰਕੇ ਸੁਣਦੇ ਸਨ ਉਹਨਾਂ ਦੀ ਕਥਾ। ਭਗਤ ਕਰਤ ਜਿਨ ਪ੍ਰੇਮ ਉਮੰਗਾ। ਦੇਖੋ ਕਾਕ ਪਸੁੰਡ ਉਹ ਹੈ ਜਿਨੇ ਭਗਤੀ ਕੀਤੀ ਹੈ ਪ੍ਰੇਮ ਉਮੰਗਾ ਪ੍ਰੇਮ ਸਹਿਤ ਜਿਨ੍ਹਾਂ ਨੇ ਪ੍ਰੇਮਾ ਭਗਤੀ ਕਰਕੇ ਪਰਮਾਤਮਾ ਨੂੰ ਖੁਸ਼ ਕੀਤਾ ਹੈ। ਵੈਸੇ ਜਾਏ ਤਹਾਂ ਸੁਖਕਾਰੀ। ਵੈਸੇ ਜਾਏ ਉੱਥੇ ਜਾ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਬੈਠ ਗਏ। ਮੈਂ ਮਰਦਾਨਾ ਜਿਨ ਸੰਘਾਰੀ। ਮੈਂ ਭਾਈ ਬਾਲਾ ਜੀ ਕਹਿੰਦੇ ਮੈਂ ਅਤੇ ਭਾਈ ਮਰਦਾਨਾ ਅਸੀਂ ਦੋਨੋਂ ਵੀ ਨਾਲ ਸਨ ਗੁਰੂ ਨਾਨਕ ਸਾਹਿਬ ਜੀ ਦੇ। ਕਥਾ ਕਰਨ ਤੇ ਹਟਗਾ ਜਬ ਹੀ। ਜਦੋਂ ਕਾਕ ਪਸੁੰਡ ਕਥਾ ਨੂੰ ਸਮਾਪਤ ਕਰਕੇ
ਕੰਪਲੀਟ ਕਰਕੇ ਬੈਠਾ ਸੀ ਤੇ ਉੱਥੇ। ਬੰਦਤ ਭੇ ਮਿਲ ਖਗ ਸਭ ਹੀ। ਕਹਿੰਦੇ ਸਾਰੇ ਜਿੰਨੇ ਵੀ ਖੱਗ ਜਾਂ ਸਾਧੂ ਸਨ ਸਾਰੇ ਕਾਕ ਪਸੁੰਡ ਨੂੰ ਮੱਥਾ ਟੇਕ ਰਹੇ ਸਨ। ਮੋਹਰੋ ਕੇਤਕ ਕਾਲ ਬਿਤਾਵਾ। ਬਹੁਰੋ ਕਹਿੰਦੇ ਕੁਝ ਕੁ ਸਮਾਂ ਹੋਰ ਬੀਤ ਗਿਆ ਉੱਥੇ ਬੈਠਿਆਂ ਹੋਇਆਂ ਗੁਰੂ ਸਾਹਿਬ ਨੂੰ ਤੇ ਭਾਈ ਬਾਲਾ ਤੇ ਭਾਈ ਮਰਦਾਨਾ ਨੂੰ। ਸ਼ਬਦ ਤਬਹਿ ਮਰਦਾਨੇ ਗਾਵਾ। ਉਸ ਵੇਲੇ ਭਾਈ ਮਰਦਾਨੇ ਨੇ ਰਬਾਬ ਛੇੜੀ ਤੇ ਇੱਕ ਸ਼ਬਦ ਜੋ ਗੁਰਬਾਣੀ ਦਾ, ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਆਰਾ ਭਾਈ ਮਰਦਾਨੇ ਨੇ ਸ਼ਬਦ ਗਾਉਣਾ ਕੀਤਾ। ਦੋਹਰਾ ਸੁਨਤ ਸ਼ਬਦ ਭਾ ਪ੍ਰੇਮ ਤੇ ਜਨ ਰਾਕਾ ਸਸ ਦੇਖ। ਦੇਖੋ ਉਸ ਵੇਲੇ ਜਦੋਂ ਸ਼ਬਦ ਗਾਇਆ ਨਾ ਭਾਈ ਮਰਦਾਨੇ ਨੇ ਬੜੀ ਜਿਹੜੀ ਹੈ ਪ੍ਰੇਮ ਦੇ ਨਾਲ ਗਾਇਆ, ਬੜੇ ਜਿਹੜਾ ਪਿਆਰ ਨਾਲ ਗਾਇਆ। ਜਨ ਰਾਕਾ ਸਸ ਦੇਖ, ਜਿਵੇਂ ਕਹਿੰਦੇ ਚੰਦਰਮਾ ਨੂੰ ਜਿਹੜਾ ਪੂਰਨਮਾਸ਼ੀ ਵੇਲੇ ਦੇਖ ਕਰਕੇ ਸਾਰੇ ਪ੍ਰਸੰਨ ਹੁੰਦੇ ਹਨ। ਵਧਿਓ ਆਨੰਦੋ ਦਦ ਅਧਿਕ ਲਗੀ ਸਮਾਦ ਬਿਸੇਖ। ਦੇਖੋ ਜਿਸ ਤਰ੍ਹਾਂ ਸਮੁੰਦਰ ਨੂੰ ਚਾਅ ਚੜ ਜਾਂਦਾ ਹੈ ਪੂਰਨਮਾਸ਼ੀ ਵਾਲੇ ਦਿਨ ਨੂੰ, ਉਹ ਵੀ ਜਿਹੜਾ ਆਨੰਦ ਵਿੱਚ ਆ ਕੇ ਉਛਲਦਾ ਹੈ। ਸਮੁੰਦਰ ਜਿਹੜਾ ਹੈ ਉਸ ਵੇਲੇ ਮੰਨਿਆ ਜਾਂਦਾ ਹੈ ਕਿ ਅਮਾਵਸ ਜਦੋਂ ਹੁੰਦੀ ਹੈ ਉਦੋਂ ਜ਼ਿਆਦਾ ਰਫ ਹੁੰਦਾ ਹੈ, ਪੂਰਨਮਾਸ਼ੀ ਵੇਲੇ ਥੋੜਾ ਜਿਹਾ ਸ਼ਾਂਤ ਹੋ ਜਾਂਦਾ ਹੈ। ਸੋ ਇਸ ਕਰਕੇ ਜਿਹੜਾ ਹੈ ਅਮਾਵਸ ਜਿਹੜਾ ਨਿਊ ਮੂਨ ਹੈ ਉਸ ਵੇਲੇ ਉਹਦੀਆਂ ਛੱਲਾਂ ਜ਼ਿਆਦਾ ਹੁੰਦੀਆਂ ਹਨ, ਪੂਰਨਮਾਸ਼ੀ ਵੇਲੇ ਥੋੜਾ ਜਿਹਾ ਆਨੰਦ ਵਿੱਚ ਹੁੰਦਾ ਹੈ। ਵਧਿਓ ਆਨੰਦੋ ਦਦ, ਕਹਿਣਗੇ ਆਨੰਦ ਵਧਿਆ। ਤੇ ਜਿਹੜਾ ਹੈ ਜਿਸ ਤਰ੍ਹਾਂ ਪੂਰਨਮਾਸ਼ੀ ਵਾਲੇ ਦਿਨ ਨੂੰ ਆਨੰਦ ਹੁੰਦਾ ਹੈ, ਇਸ ਪ੍ਰਕਾਰ ਦਾ ਆਨੰਦ ਭਾਈ ਮਰਦਾਨੇ ਦੇ ਮੁਖ ਤੋਂ ਸ਼ਬਦ ਸੁਣ ਕਰਕੇ ਸਾਰਿਆਂ ਦੀ ਉੱਥੇ ਸਮਾਧ ਲੱਗ ਗਈ ਜਿਨ੍ਹਾਂ ਨੇ ਵੀ ਇਹ ਸ਼ਬਦ ਸੁਣਿਆ। ਚੌਪੇ ਗਾਇਓ ਕਿਤਕ ਕਾਲ ਮਰਦਾਨੇ। ਕੁਝ ਕੁ ਸਮੇਂ ਤੱਕ ਭਾਈ ਮਰਦਾਨਾ ਗਾਉਂਦਾ ਰਿਹਾ ਬੜੇ ਆਨੰਦ ਵਿੱਚ। ਪੁਨ ਤੂਸਨ ਬੈਸਿਓ ਤਿਹ ਥਾਨੇ। ਪੁਨ ਤੂਸ਼ਨ ਫੇਰ ਚੁੱਪ ਕਰਕੇ ਬਹਿ ਗਏ। ਜੋ ਸ਼ਬਦ ਦੀ ਸਮਾਪਤੀ ਹੋਈ ਸਮਾਧੀ ਰੂਪ ਵਿੱਚ ਹੋ ਕੇ ਚੁੱਪ ਕਰਕੇ ਉੱਥੇ ਬੈਠ ਗਏ। ਲੋਚਨ ਕਾਕ ਪਸੁੰਡ ਉਘਾਰੇ। ਉਸ ਵੇਲੇ ਕਾਕ ਪਸੁੰਡ ਨੇ ਆਪਣੀਆਂ ਅੱਖਾਂ ਖੋਲੀਆਂ। ਮధుਰ ਮ੍ਰਿਦੁਲ ਮੁਖ ਬਚਨ ਉਚਾਰੇ। ਕਾਕ ਪਸੁੰਡ ਨੇ ਬੜੀ ਮਿੱਠੀ ਆਵਾਜ਼ ਦੇ ਵਿੱਚ ਭਾਈ ਮਰਦਾਨੇ ਨੂੰ ਕੁਝ ਪੁੱਛਣਾ ਕੀਤਾ। ਕਿਹ ਕੋ ਇਹੋ ਸ਼ਬਦ ਤੈ ਗਾਵਾ। ਕਹਿਣਗੇ ਕਿਹਦਾ ਇਹ ਸ਼ਬਦ ਹੈ ਜਿਹੜਾ ਤੂੰ ਗਾਇਆ ਹੈ ਹੁਣੇ ਹਜੇ। ਮਹਾ ਮੋਹ ਬਨ ਕੋ ਜਿਉ ਦਾਵਾ। ਕਹਿਣਗੇ ਮਹਾ ਮੋਹ, ਕਹਿਣਗੇ ਜਿਵੇਂ ਵੱਡਾ ਮੋਹ ਕਿਸੇ ਜਿਹੜਾ ਹੈ ਮਹਾ ਮੋਹ ਦਾ ਕੋਈ ਜੰਗਲ ਹੋਵੇ, ਦ ਫੋਰੈਸਟ ਆਫ ਅਟੈਚਮੈਂਟ ਨੂੰ ਜਿਹੜਾ ਕਿ ਇੱਕ ਚਿੰਗਾਰੀ ਦੇ ਨਾਲ ਸਾੜਨ ਵਾਲਾ ਹੋਵੇ। ਕਹਿੰਦੇ ਐਸਾ ਜਿਹੜਾ ਹੈ ਬਹੁਤ ਹੀ ਆਨੰਦਮਈ ਸ਼ਬਦ ਕਿਹਦਾ ਹੈ। ਕਹਿੰਦੇ ਮੇਰੇ ਅੰਦਰ ਜਿਹੜਾ ਹੈ ਜਿਹੜਾ ਕੋਈ ਇਹ ਸ਼ਬਦ ਨੂੰ ਇੱਕ ਵਾਰੀ ਸੁਣ ਲਵੇ ਉਹ ਸਾਰਾ ਹੀ ਮੋਹ ਉਹਦੇ ਵਿੱਚੋਂ ਖਤਮ ਹੋ ਜਾਵੇ। ਜਿਵੇਂ ਅੱਗ ਜੰਗਲ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ, ਇਹ ਸ਼ਬਦ ਮਹਾਮੋਹ ਨੂੰ ਜਿਹੜਾ ਹੈ ਖਤਮ ਕਰਨ ਵਾਲਾ ਹੈ। ਜਿਹ ਕੇ ਸੁਨਤਿਓ ਪ੍ਰੇਮ ਉਮੰਗਾ। ਜੇ ਤੇ ਸੁਣਤੇ ਹੋ ਜਿਨ੍ਹਾਂ ਦੇ ਸੁਣਨ ਕਰਕੇ ਸ਼ਬਦ ਨੂੰ ਪ੍ਰੇਮ ਦੇ ਵਿੱਚ ਆਪਣੇ ਆਪ ਬਿਰਤੀ ਜਿਹੜੀ ਹੈ ਜੁੜ ਜਾਂਦੀ ਹੈ, ਆਪ ਮੁਹਾਰੇ ਪ੍ਰਮਾਤਮਾ ਦੇ ਚਿੰਤਨ ਵਿੱਚ ਲੱਗ ਜਾਂਦੀ ਹੈ। ਰਾਗ ਵਿਖੇ ਗਾਇਓ ਹਿਤ ਸੰਗਾ। ਕਹਿਣਗੇ ਤੁਸੀਂ ਰਾਗ ਵਿਖੇ, ਫਿਰ ਉਹ ਸ਼ਬਦ ਨੂੰ ਤੁਸੀਂ ਰਾਗ ਵਿੱਚ ਗਾਇਆ, ਬੜਾ ਸੋਹਣੇ ਰਾਗ ਵਿੱਚ ਹਿਤ ਸੰਗਾ। ਕਹਿੰਦੇ ਉਹ ਰਾਗ ਨੂੰ ਬਿਲਕੁਲ ਹੀ ਇਨ ਟਿਊਨ ਹੋ ਕੇ ਚੰਗੀ ਤਰ੍ਹਾਂ ਤੁਸੀਂ ਗਾਉਣਾ ਕੀਤਾ। ਤੇ ਕੋ ਨਾਮ ਬਤਾਵ ਹੋ ਮੋਹੀ। ਕਹਿਣਗੇ ਮੈਨੂੰ ਨਾਂ ਦੱਸ ਇਹ ਸ਼ਬਦ ਕਿਹਦਾ ਹੈ, ਕਿਹਨੇ ਉਚਾਰਨ ਕੀਤਾ ਇਹ ਸ਼ਬਦ ਜਿਹੜਾ ਤੂੰ ਗਾਇਆ ਹੈ। ਭਗਤ ਰੰਗ ਮਹਿ ਰੰਗਿਓ ਹੋਹੀ। ਜਿਹੜਾ ਕਿ ਭਗਤੀ ਦਾ ਰੰਗ ਨੂੰ ਰੰਗਾਉਣ ਵਾਲਾ ਹੈ। ਜਿਹੜੇ ਸ਼ਬਦ ਨੂੰ ਸੁਣ ਕੇ ਭਗਤੀ ਦਾ ਰੰਗ ਆਪ ਮੁਹਾਰੇ ਚੜ੍ਹਦਾ ਹੈ। ਦੇਖੋ ਇੱਕ ਰੰਗ ਉਹ ਹੈ ਜੋ ਭਗਤੀ ਕਰਕੇ ਚੜ੍ਹਦਾ ਹੈ। ਗੁਰੂ ਨਾਨਕ ਦਾ ਸ਼ਬਦ ਇੰਨੀ ਬਰਕਤ ਵਾਲਾ ਹੈ ਕਿ ਉਹਨੂੰ ਸੁਣਨ ਕਰਕੇ ਹੀ ਭਗਤੀ ਦਾ ਰੰਗ ਚੜ੍ਹ ਜਾਂਦਾ ਹੈ। ਬਿਨਾਂ ਭਗਤੀ ਕੀਤਿਆਂ ਹੀ ਭਗਤੀ ਦਾ ਰੰਗ ਚੜ੍ਹ ਜਾਂਦਾ ਹੈ। ਐਸੀ ਬਰਕਤ ਵਾਲਾ ਇਹ ਸ਼ਬਦ ਹੈ। ਸੁਨ ਮਰਦਾਨੇ ਬਚਨ ਬਖਾਨਾ। ਇਹ ਕਾਕ ਪਸੁੰਡ ਦਾ ਬਚਨ ਸੁਣ ਕੇ ਭਾਈ ਮਰਦਾਨਾ ਜੀ ਨੇ ਕਿਹਾ, ਸ੍ਰੀ ਨਾਨਕ ਪ੍ਰਭ ਸਭ ਗੁਣ ਖਾਨਾ। ਦੇਖੋ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਸਾਰੇ ਗੁਣਾਂ ਦੀ ਖਾਨ, ਸਾਰੇ ਵਰਚੂਸ ਦਾ ਹੀ ਟ੍ਰੈਸ਼ਰ ਹਨ। ਇਨਕੋ ਸ਼ਬਦ ਹੈ ਜੋ ਗਾਵਾ। ਉਹ ਇਹ ਸ਼ਬਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਜੋ ਮੈਂ ਗਾਇਆ ਹੈ। ਨਿਰੰਕਾਰ ਅਵਤਾਰ ਸੁਹਾਵਾ। ਨਿਰੰਕਾਰ ਉਹ ਗੁਰੂ ਨਾਨਕ ਕੋਈ ਹੋਰ ਨਹੀਂ, ਉਹ ਆਪ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਹੈ ਜੋ ਆਪਣਾ ਸਰੀਰ ਧਾਰਨ ਕਰਕੇ ਸੰਸਾਰ ਤੇ ਆਏ ਹਨ ਤਾਰਨ ਵਾਸਤੇ। ਕਾਕ ਪਸੁੰਡ ਸੁਨਿਓ ਇਵਕਾਨਾ। ਜਦੋਂ ਕਾਕ ਪਸੁੰਡ ਨੇ
ਸੁਣਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨਾਮ ਪੂਰਨ ਆਏ ਚਰਨ ਲਪਟਾਨਾ। ਆ ਕਰਕੇ ਉਸੇ ਵੇਲੇ ਚਰਨੀ ਪੈ ਗਏ, ਕਾਕ ਫਸੁੰਡ ਉਸ ਵੇਲੇ ਚਰਨੀ ਪੈ ਗਏ ਸਤਿਗੁਰਾਂ ਦੇ। ਤੇ ਕੋ ਪਿਖ ਪੰਖੀ ਸਭ ਆਏ। ਉਹਨੂੰ ਦੇਖ ਕਰਕੇ ਪੰਖੀ ਜਿੰਨੀਆਂ ਉੱਥੇ ਚਿੜੀਆਂ ਸਨ, ਬਰਡ ਸਨ, ਸਾਧੂ ਲੋਕ ਸਨ, ਉਹ ਸਾਰੇ ਵੀ ਨਾਲ ਆ ਗਏ ਮੱਥਾ ਟੇਕਣ ਵਾਸਤੇ। ਬੰਦਹਿ ਚਰਨ ਕਮਲ ਸੁਖ ਪਾਏ। ਬੰਦਹਿ ਚਰਨ ਕਹਿੰਦੇ ਆ ਕੇ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਦੇ ਚਰਨੀ ਪੈ ਗਏ ਸਾਰੇ ਇੱਕ ਵਾਰ। ਕਾਕ ਪਸੁੰਡ ਜੋਰ ਜੁਗ ਹਾਥਾ। ਤੇ ਕਾਕ ਪਸੁੰਡ ਨੇ ਆਪਣੇ ਦੋਨੋਂ ਹੱਥ ਜੋੜ ਲਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ। ਬੋਲਿਓ ਬਚਨ ਪ੍ਰਭੂ ਕੇ ਸਾਥਾ। ਬੋਲਿਓ ਬਚਨ, ਉਹਨੇ ਕੁਝ ਬਚਨ ਕੀਤੇ ਬੇਨਤੀ ਵਾਲੇ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ। ਇਹ ਸੁਧ ਮੋਕੋ ਹੁਤੀ ਅਗਾਰੀ। ਕਹਿਣ ਲੱਗੇ ਮੈਨੂੰ ਇਹ ਸੁੱਧ, ਮੈਨੂੰ ਇਹ ਖਬਰ ਹੈ, ਮੈਨੂੰ ਪਹਿਲਾਂ ਤੋਂ ਹੀ ਇਹ ਖਬਰ ਹੈ, ਮੈਨੂੰ ਇਹ ਗੱਲ ਦਾ ਗਿਆਨ ਬਹੁਤ ਪਹਿਲਾਂ ਤੋਂ ਹੀ ਹੈ, ਮਤਲਬ ਇਹ ਫਿਊਚਰ ਨੂੰ ਮੈਂ ਜਾਣਦਾ ਸੀ। ਪ੍ਰਗਟੈ ਹਰ ਕਲ ਕਾਲ ਮਝਾਰੀ। ਵੀ ਪ੍ਰਗਟ ਹੋਣਗੇ ਉਹ ਪਰਮਾਤਮਾ ਆਪ, ਪਾਰ ਬ੍ਰਹਮ ਪਰਮੇਸ਼ਰ ਆਪਣੇ ਸਰੂਪ ਨੂੰ ਧਾਰਨ ਕਰਕੇ ਇੱਕ ਮਨੁੱਖੀ ਸਰੀਰ ਦੇ ਵਿੱਚ ਆਉਣਗੇ ਕਲਯੁਗ ਦੇ ਸਮੇਂ ਵਿੱਚ। ਜਾਉ ਬਿਲੋਕਨ ਰੂਪ ਕਿਰਪਾਲਾ। ਜਾਉ ਬਿਲੋਕਨ ਕਹਿਣ ਲੱਗੇ ਮੇਰੀ ਇੱਛਾ ਸੀ, ਕਹਿੰਦੇ ਵੀ ਮੈਂ ਜਾ ਕੇ ਉਹਨਾਂ ਦੇ ਦਰਸ਼ਨ ਕਰਨੇ ਹਨ। ਜਦੋਂ ਵੀ ਉਹ ਆਉਣਗੇ ਇਹ ਕਲਯੁਗ ਦੇ ਸਮੇਂ 'ਚ ਜਦੋਂ ਪ੍ਰਗਟ ਹੋਣਗੇ, ਕਾਕ ਪਸੁੰਡ ਕਹਿੰਦਾ ਮੇਰੀ ਇੱਛਾ ਸੀ ਕਿ ਮੈਂ ਜ਼ਰੂਰ ਜਾ ਕੇ ਉਹਨਾਂ ਦੇ ਦਰਸ਼ਨ ਕਰਨੇ ਹਨ, ਉਹ ਕਿਰਪਾ ਦੇ ਘਰ ਦੇ। ਯਹੀ ਚਾਹੇ ਵੀ ਹਿਰਦੈ ਵਿਸਾਲਾ। ਕਹਿਣਗੇ ਯਹੀ ਚਾਹੇ ਵੀ, ਕਹਿਣਗੇ ਇਹੀ ਚਾਹ ਸੀ ਮੇਰੇ ਹਿਰਦੇ ਦੀ, ਮੈਂ ਉਡੀਕ ਰਿਹਾ ਸੀ ਵੀ ਕਦੋਂ ਮੈਨੂੰ ਉਹ ਹਰ ਪਰਮੇਸ਼ਰ ਦੇ ਦਰਸ਼ਨ ਹੋਣਗੇ। ਦੇਵ ਯੋਗ ਤੇ ਆਏ ਸਮੀਪਾ। ਦੇਖੋ ਰੱਬ ਨੇ ਕਹਿਣ ਲੱਗੇ ਪਰਮਾਤਮਾ ਨੇ ਐਸੀ ਬਣਤ ਬਣਾਤੀ, ਤੁਸੀਂ ਆਪ ਚੱਲ ਕੇ ਆਏ ਹੋ, ਤੁਸੀਂ ਮੇਰੀ ਇੱਛਾ ਨੂੰ ਜਾਣਦੇ ਸਨ ਤੇ ਜਿਹੜਾ ਹੈ ਮੈਂ ਤੁਹਾਡੇ ਕੋਲ ਆਉਣਾ ਸੀ, ਤੁਸੀਂ ਆਪ ਮੇਰੇ ਕੋਲ ਚੱਲ ਕੇ ਆਏ ਹੋ ਮੈਨੂੰ ਦਰਸ਼ਨ ਦੇਣ ਵਾਸਤੇ। ਦੀਨ ਦਰਸ ਬੇਦੀ ਕੁਲ ਦੀਪਾ। ਦੀਨ ਦਰਸ ਕਹਿਣ ਲੱਗੇ ਮਹਾਰਾਜ ਤੁਸੀਂ ਦਰਸ਼ਨ ਮੈਨੂੰ ਦਿੱਤੇ ਹੈ, ਬੇਦੀ ਕੁਲ ਦੇ ਦੀਵੇ ਹੋ ਤੁਸੀਂ। ਦੀਨ ਮਨੋਰਥ ਪੂਰਨ ਮੇਰਾ। ਮਹਾਰਾਜ ਮੇਰਾ ਮਨ ਦਾ ਮਨੋਰਥ ਕਾਕ ਪਸੁੰਡ ਕਹਿੰਦਾ ਤੁਸੀਂ ਪੂਰਾ ਕਰ ਦਿੱਤਾ। ਲੋਚਨ ਸੰਗ ਰੂਪ ਤਵ ਹੇਰਾ। ਮੈਂ ਆਪਣੀਆਂ ਅੱਖਾਂ ਦੇ ਨਾਲ ਜਿਉਂਦਿਆਂ ਜੇ ਤੁਹਾਡੇ ਦਰਸ਼ਨ ਕਰ ਲਏ ਹਨ। ਕਲੀ ਕਾਲ ਮਤਮੰਦ ਬਿਮੂਡਾ। ਕਲੀ ਕਾਲ ਇਹ ਕਲਯੁਗ ਦੇ ਸਮੇਂ ਦੇ ਵਿੱਚ ਜਿੱਥੇ ਬਹੁਤ ਮੂਰਖਤਾ ਵਾਲੀ ਮਤ ਪ੍ਰਬਲ ਹੋ ਗਈ ਹੈ, ਇੱਥੇ ਝੂਠਿਆਂ ਨੂੰ ਮਾਣ ਮਿਲ ਰਿਹਾ ਹੈ। ਇਹ ਝੂਠੀ ਸਾਰੀ ਦੁਨੀਆ ਹੋ ਗਈ, ਠੱਗਾਂ ਦੀ ਦੁਨੀਆ ਬਣ ਗਈ ਹੈ, ਇਹਦੇ ਵਿੱਚ ਸੱਚ ਦੀ ਕੋਈ ਕਦਰ ਨਹੀਂ। ਧਰਮ ਭ੍ਰਿਸ਼ਟ ਤੇ ਮੋਹ ਅਰੂਡਾ। ਕਹਿਣ ਲੱਗੇ ਧਰਮ ਭ੍ਰਿਸ਼ਟ ਹੋ ਗਿਆ, ਧਰਮ ਜਿਹੜਾ ਹੈ ਉਹ ਬਰਬਾਦ ਹੋ ਗਏ, ਧਰਮ ਨੂੰ ਇੱਕ ਪਖੰਡ ਬਣਾ ਲਿਆ ਤੇ ਮੋਹ ਅਰੂਡਾ, ਮੋਹ ਵਿੱਚ ਪੈ ਕੇ ਲੋਕ ਧਰਮ ਨੂੰ ਵੇਚੀ ਜਾਂਦੇ ਹਨ। ਤਿੰਨ ਕੋ ਦੇਨੇ ਹੇਤ ਸੁਪੰਥਾ। ਕਹਿਣ ਲੱਗੇ ਉਹਨਾਂ ਨੂੰ ਪੰਥ ਵਿੱਚ ਲਾਉਣ ਵਾਸਤੇ, ਉਹਨਾਂ ਨੂੰ ਸਹੀ ਗਾਡੀ ਰਾਹ ਦਿਖਾਉਣ ਵਾਸਤੇ, ਉਹਨਾਂ ਨੂੰ ਸਹੀ ਸੱਚ ਦੇ ਰਸਤੇ ਤੋਰਨ ਵਾਸਤੇ ਹੇ ਪਰਮੇਸ਼ਰ ਤੁਸੀਂ ਆਏ ਹੋ। ਖੋਵਨ ਹਿਰਦੈ ਕੁਮਤ ਕੀ ਗ੍ਰੰਥਾ। ਤੇ ਖੋਵਨ ਹਿਰਦੈ ਮਨੁੱਖਾਂ ਦੇ ਹਿਰਦੇ ਵਿੱਚ ਜਿਹੜੇ ਖੋਟ ਪੈ ਗਈ ਹੈ, ਮਾਇਆ ਦੀ ਪ੍ਰਾਪਤੀ ਵਾਸਤੇ ਖੋਟ ਪੈ ਗਈ ਹੈ, ਆਪਣੀ ਪ੍ਰਭਤਾ ਵਧਾਉਣ ਵਾਸਤੇ, ਆਪਣੀ ਵਡਿਆਈ ਲੋਕਾਂ ਵਿੱਚ ਕਰਾਉਣ ਵਾਸਤੇ। ਇਹ ਭੈੜੀ ਜਿਹੜੀ ਸਾਰੀ ਬੁੱਧੀ ਹੈ ਮਹਾਰਾਜ, ਇਹਨੂੰ ਤੁਸੀਂ ਕੱਢਣ ਵਾਸਤੇ ਆਏ ਹੋ, ਇਹ ਖੋਟੀ ਮਤ ਦਾ ਤੁਸੀਂ ਨਾਸ਼ ਕਰਨ ਵਾਸਤੇ ਆਏ ਹੋ, ਕਿਉਂਕਿ ਇਹ ਮਤ ਜਿਹੜੀ ਭੈੜੀ ਹੈ ਇਹਦਾ ਇਲਾਜ ਕੋਈ ਨਹੀਂ ਹੈਗਾ ਮਹਾਰਾਜ, ਇਹਦਾ ਤਾਂ ਇਲਾਜ ਸਿਰਫ ਪਰਮਾਤਮਾ ਰੂਪ ਤੁਸੀਂ ਕਰ ਸਕਦੇ ਹੋ, ਹੋਰ ਕਿਸੇ ਤੋਂ ਨਹੀਂ ਹੋ ਸਕਦਾ। ਧਰ ਪਰ ਨਰ ਸਰੀਰ ਕੋ ਧਾਰਾ। ਇਸ ਕਰਕੇ ਮਹਾਰਾਜ ਤੁਸੀਂ ਇੱਕ ਨਰ, ਇੱਕ ਆਮ ਮਨੁੱਖ ਦਾ ਸਰੀਰ ਧਾਰਨ ਕਰਕੇ ਇਹ ਧਰਤੀ ਤੇ ਆਏ ਹੋ ਤਾਰਨ ਵਾਸਤੇ। ਤੀਨ ਲੋਕ ਕੇ ਤੁਮ ਆਧਾਰਾ। ਮਹਾਰਾਜ ਤੁਸੀਂ ਤਿੰਨਾਂ ਲੋਕਾਂ ਦੇ ਆਧਾਰ ਹੋ, ਆਕਾਸ਼ ਲੋਕ ਹੋਏ, ਚਾਹੇ ਸਵਰਗ ਲੋਕ ਹੋਇਆ, ਮਾਤ ਲੋਕ ਹੋਇਆ, ਪਤਾਲ ਲੋਕ ਹੋਇਆ, ਸਾਰਿਆਂ ਦੇ ਆਧਾਰ ਤੁਸੀਂ ਹੋ, ਸਾਰਿਆਂ ਨੂੰ ਤਾਰਨ ਵਾਲੇ, ਸਾਰਿਆਂ ਦੀਆਂ ਰੀਝਾਂ ਪੂਰੀਆਂ ਕਰਨ ਵਾਲੇ, ਸਾਰਿਆਂ ਦੀਆਂ ਇੱਛਾ ਪੂਰੀ ਕਰਨ ਵਾਲੇ ਤੁਸੀਂ ਆਪ ਹੋ। ਆਏ ਜੇ ਰਾਵਰ ਚਰਨਨ ਸਰਨਾ। ਮਹਾਰਾਜ ਜੋ ਵੀ ਤੁਹਾਡੀ ਚਰਨ ਸ਼ਰਨ ਵਿੱਚ ਕੋਈ ਚੱਲ ਕੇ ਆਉਂਦਾ ਹੈ, ਭਾਵੇਂ ਕਿੱਡਾ ਵੀ ਕੋਈ ਪਾਪੀ ਜਾਂ ਕੋਈ ਵੱਡਾ ਪੁੰਨੀ ਕਿਉਂ ਨਾ ਹੋਵੇ, ਕਿਉਂ ਨਾ ਤਰੈ ਜਗ ਜਨਮ ਰੋ ਮਰਨਾ। ਕਹਿਣ ਲੱਗੇ ਉਹ ਕਿਉਂ ਨਹੀਂ ਤਰੇਗਾ ਜਗਤ ਵਿੱਚੋਂ, ਇਹ ਜਗਤ ਵਿੱਚੋਂ ਉਹਦਾ ਤਰਨਾ ਜਿਹੜਾ ਹੈ ਫੋਰ ਸ਼ੋਰ ਹੋਵੇਗਾ, ਜੋ ਵੀ ਤੁਹਾਡੀ ਸ਼ਰਨ ਵਿੱਚ ਆ ਕੇ ਪੈ ਜਾਵੇਗਾ। ਮਹਾਰਾਜ ਜਿਹਨੇ ਵੀ ਤੁਹਾਡੀ ਚਰਨ ਸ਼ਰਨ ਕਮਾਈ ਹੈ, ਪ੍ਰਾਪਤ ਕੀਤੀ ਹੈ ਮਹਾਰਾਜ, ਉਹ ਤਾਂ ਸਾਖਸ਼ਾਤ ਤਰ ਗਏ ਹਨ। ਕਰ ਹੈ ਬਚਨ ਤੁਮਰੇ ਜੋ ਕਮਾਵਨ। ਜੋ ਤੁਹਾਡੇ ਬਚਨਾਂ ਨੂੰ ਕਮਾਉਂਦੇ ਹਨ, ਸੇ ਨਰ ਤੀਰਥ ਕਰ ਹੈ ਪਾਵਨ। ਉਹ ਤੀਰਥਾਂ ਨੂੰ ਵੀ ਜਾ ਕੇ ਪਵਿੱਤਰ ਕਰਨ ਜੋਗੇ ਹੋ ਜਾਂਦੇ ਮਹਾਰਾਜ, ਇੰਨੀ ਸ਼ਕਤੀਸ਼ਾਲੀ ਉਹ ਹੋ ਜਾਂਦੇ, ਇੰਨੇ ਉਹ ਪਵਿੱਤਰ ਹੁੰਦੇ ਨੇ ਜਿਨ੍ਹਾਂ ਨੇ ਤੁਹਾਡੇ ਬਚਨ ਕਮਾਏ ਆ ਨਾ। ਤੀਰਥ ਉਹਨਾਂ ਦੇ ਚਰਨ ਧੂੜ ਨਾਲ ਪਵਿੱਤਰ ਹੁੰਦੇ ਹਨ। ਜਿਸ ਮਹਿ ਸਖਤ ਗਿਆਨ ਕੀ ਰਾਖੀ। ਜਿਸ ਮੈਂ ਕਹਿਣ ਲਗੇ ਦੇਖੋ ਮਹਾਰਾਜ ਜਿਹੜੀ ਗੁਰਬਾਣੀ ਤੁਸੀਂ ਇਹ ਕਲਯੁਗ ਦੇ ਸਮੇਂ ਵਿੱਚ ਉਤਾਰੀ ਹੈ,
ਉਚਾਰਨ ਕੀਤੀ ਹੈ ਮਹਾਰਾਜ। ਇਹ ਬਾਣੀ ਜਿਹੜੀ ਇੰਨੀ ਸ਼ਕਤੀ ਵਾਲੀ ਹੈ, ਇੰਨੀ ਸ਼ਕਤੀਸ਼ਾਲੀ ਹੈ ਕਿ ਗਿਆਨ ਕੀ ਰਾਖੀ, ਸਾਰਾ ਦੁਨੀਆ ਦਾ ਗਿਆਨ ਇਹ ਸਮੇਟ ਕੇ ਬੈਠੀ ਹੈ। ਸਾਰੇ ਦੁਨੀਆ ਨੂੰ ਐਨਲਾਈਟਨ ਕਰਨ ਵਾਸਤੇ ਇਹ ਜਿਹੜੀ ਗੁਰਬਾਣੀ ਹੈ ਇਹ ਬਹੁਤ ਮਹਾਨ, ਤੁਸੀਂ ਆਪਣਾ ਸਰੂਪ ਹੀ ਗੁਰਬਾਣੀ ਉਤਾਰੀ ਹੈ। ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਹੀ ਗੁਰਬਾਣੀ ਹੈ। ਇਹ ਪੜ ਕਿਉਂ ਨਾ ਹੋਏ ਗਤ ਕਾਂਖੀ, ਤੇ ਇਹਨੂੰ ਪੜ ਕਰਕੇ ਸੁਣ ਕਰਕੇ ਕਿਸੇ ਮਨੁੱਖ ਨੂੰ ਗਤੀ ਮੁਕਤੀ ਕਿਉਂ ਨਹੀਂ ਮਿਲੇਗੀ। ਦੋਹਰਾ ਸ੍ਰੀ ਨਾਨਕ ਬੋਲੇ ਤਬ ਹੈ ਸਭ ਗੁਣ ਮੈਂ ਪ੍ਰਧਾਨ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਾਕ ਪਸੁੰਡ ਦੇ ਇਹ ਬਚਨ ਸੁਣ ਕੇ ਮਹਾਰਾਜ ਨੇ ਕਿਹਾ ਕਿ ਹੇ ਕਾਕ ਪਸੁੰਡ, ਸਭ ਗੁਣ ਮੈਂ, ਸਾਰੇ ਗੁਣਾਂ ਵਿੱਚ ਤੂੰ ਪ੍ਰਧਾਨ ਹੈ। ਮਤਲਬ ਸਾਰੇ ਗੁਣ ਤੇਰੇ ਵਿੱਚ ਹਨ, ਤੂੰ ਸਾਰੇ ਗੁਣਾਂ ਨੂੰ ਧਾਰਨ ਕਰਨ ਵਾਲਾ ਹੈ। ਭਗਤ ਨਿਰੰਤਰ ਕਰਤ ਹੋ ਸਰੋਤਨ ਬਿਖੈ ਮਹਾਨ। ਤੇ ਭਗਤੀ ਤੂੰ ਹਮੇਸ਼ਾ ਹੀ ਕਰਦਾ ਰਹਿਣਾ ਹੈ। ਭਗਤੀ ਤਾਂ ਤੇਰੇ ਅੰਦਰ ਹੁੰਦੀ ਰਹਿੰਦੀ ਹੈ, ਤੂੰ ਪਰਮਾਤਮਾ ਦੀ ਹਜ਼ੂਰੀ ਵਿੱਚ ਰਹਿਣਾ ਹਾਂ। ਤੇ ਸਰੋਤਨ ਬਿਖੈ ਮਹਾਨ, ਤੇ ਸੁਣਨ ਵਾਲਿਆਂ ਵਿੱਚ ਜਿਨ੍ਹਾਂ ਨੂੰ ਤੂੰ ਕਥਾ ਜਿਹੜਾ ਹਨ ਸੁਣਾਉਂਦਾ ਹਾਂ ਪਰਮੇਸ਼ਰ ਦੀ, ਉਹਨਾਂ ਦੇ ਵਿੱਚ ਤੂੰ ਮਹਾਨ ਹੈ, ਕਿਉਂਕਿ ਤੂੰ ਪਰਮੇਸ਼ਰ ਨਾਲ ਜੋੜ ਰਿਹਾ ਹਾਂ। ਸਤਿਗੁਰ ਦੀਨਾ ਨਾਥ ਜੀ ਕੀਜੈ ਮੋਹਿ ਸਹਾਏ। ਉਸ ਵੇਲੇ ਕਾਕ ਪਸੁੰਡ ਨੇ ਹੱਥ ਜੋੜ ਲਏ ਤੇ ਮਹਾਰਾਜ ਨੂੰ ਬੇਨਤੀ ਕੀਤੀ, ਹੇ ਸਤਿਗੁਰੂ ਜੀ, ਦੀਨਾ ਗਰੀਬਾਂ ਦੇ ਨਾਥ ਸੁਆਮੀ ਤੁਸੀਂ ਹੋ, ਮੇਰੇ ਤੇ ਕੀਜੈ ਮੋਹਿ ਸਹਾਏ। ਮਹਾਰਾਜ ਮੈਨੂੰ ਮੇਰੇ ਉੱਤੇ ਸਹਾਇਤਾ ਕਰੋ, ਮੇਰੀ ਸਹਾਇਤਾ ਕਰੋ। ਮਹਾਰਾਜ ਮੈਨੂੰ ਵੀ ਬਚਾ ਲਓ, ਮੇਰੀ ਵੀ ਮਦਦਗਾਰ ਬਣੋ ਤੁਸੀਂ। ਸਰੋਤੇ ਕਿਸ ਪ੍ਰਕਾਰ ਕੇ ਦੀਜੈ ਮੋਹਿ ਬਤਾਏ। ਮਹਾਰਾਜ ਸਰੋਤੇ ਜਨ ਜਿਹੜੇ ਹੁੰਦੇ ਨੇ ਇਹ ਕਿੰਨੇ ਤਰ੍ਹਾਂ ਦੇ ਹੁੰਦੇ ਨੇ। ਸਰੋਤੇ ਹੁੰਦੇ ਨੇ ਦ ਲਿਸਨਰਸ, ਹਾਂਜੀ, ਜਿਹੜੇ ਬੰਦੇ ਲਿਸਨ ਕਰਦੇ ਨੇ, ਜਿਹੜੇ ਬੰਦੇ ਸੁਣਦੇ ਹਨ। ਕਹਿੰਦੇ ਉਹ ਸਰੋਤੇ ਜਿਹੜੇ ਹਨ, ਦੇ ਹਾਊ ਮਨੀ ਟਾਈਪਸ ਆਫ ਪੀਪਲ ਵਿਚ ਆਰ ਦ ਲਿਸਨਰਸ, ਹਨਾ, ਉਹਨਾਂ ਦੀ ਕੈਟੇਗਰੀਜ਼ ਕੀ ਹੈ ਸੁਣਨ ਵਾਲਿਆਂ ਦੀ, ਉਹ ਮੈਨੂੰ ਦੱਸੋ ਮਹਾਰਾਜ ਜੀ। ਚੌਪਈ ਸਰੋਤਾ ਜਗ ਮਹਿ ਪੰਜ ਪ੍ਰਕਾਰਾ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਦੱਸਿਆ ਸਰੋਤਾ ਜਨ 5 ਤਰ੍ਹਾਂ ਦੇ ਹੁੰਦੇ ਨੇ, ਲਿਸਨਰਸ ਜਿਹੜੇ 5 ਤਰ੍ਹਾਂ ਦੇ ਹੁੰਦੇ ਹਨ। ਸੋ ਹੋ ਤੁਮ ਸੋ ਕਰੋ ਉਚਾਰਾ। ਉਹ ਮੈਂ ਤੁਹਾਨੂੰ 5 ਤਰ੍ਹਾਂ ਦੇ ਦੱਸਦਾ ਹਾਂ। ਕਾਕ ਪਸੁੰਡ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਰਾਗ ਰਾਗ ਨਹੀਂ ਸਮਝ ਹੈ ਏਕਾ। ਇੱਕ ਉਹ ਸਰੋਤੇ ਨੇ ਜੋ ਹੁਣੇ ਕੀਰਤਨ ਦਾ ਜਿਹੜਾ ਹੈ ਦੱਸ ਰਹੇ ਨੇ, ਕਹਿੰਦੇ ਉਹ ਨੇ ਜੋ ਰਾਗ ਤੇ ਰਾਗਣੀ ਨੂੰ ਸਮਝਣ ਵਾਲੇ ਨੇ, ਜਿਨ੍ਹਾਂ ਨੂੰ ਗਿਆਨ ਹੁੰਦਾ ਹੈ ਰਾਗ ਤੇ ਰਾਗਣੀ ਨੂੰ ਸਮਝਣ ਦਾ, ਜਿਨ੍ਹਾਂ ਵਿੱਚ ਇਹ ਜਿਹੜਾ ਹੈ ਨੌਲੇਜ ਹੁੰਦਾ ਹੈ। ਜਿਵੇਂ ਰਾਗਮਾਲਾ ਦੇ ਵਿੱਚ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਆਪਣੇ ਤੇ ਕਿਰਪਾ ਕੀਤੀ, ਜਿਹਦੇ ਵਿੱਚ ਮਹਾਰਾਜ ਨੇ 6 ਰਾਗ ਦੱਸੇ ਹਨ। ਉਹ 6 ਰਾਗ ਕਿਹੜੇ ਹਨ? ਭੈਰੋ, ਮਾਲ ਕੌਸਕ, ਹਿੰਡੋਲ, ਦੀਪਕ, ਸ੍ਰੀ ਰਾਗ ਤੇ ਮੇਘ ਜਿਹੜਾ ਹਨ ਮੇਘ ਰਾਗ। ਇਹ 5-6 ਜਿਹੜੇ ਹਨ ਇਹ ਰਾਗ ਨੇ, ਇਹ 6 ਰਾਗ ਨੇ। ਫਿਰ ਹਰ ਇੱਕ ਰਾਗ ਦੀਆਂ 5-5 ਪਤਨੀਆਂ ਨੇ, ਘਰ ਵਾਲੀਆਂ ਨੇ, ਤੇ 5-5 ਜਿਹੜਾ 8-8 ਪੁੱਤਰ ਨੇ। ਸੋ ਹਰ ਇੱਕ ਰਾਗ ਦੀਆਂ 5 ਘਰ ਵਾਲੀਆਂ, ਉਹਨਾਂ ਦੀਆਂ ਪਤਨੀਆਂ, ਤੇ 8 ਉਹਨਾਂ ਦੇ ਪੁੱਤਰ ਨੇ। ਸੋ ਇੱਥੇ ਜਿਹੜਾ ਹੈ ਕਈ ਲੋਕਾਂ ਨੂੰ ਇੱਥੇ ਥੋੜਾ ਜਿਹਾ ਜਿਹੜਾ ਹੈ ਕਨਫਿਊਸ਼ਨ ਹੋ ਜਾਂਦਾ ਹੈ। ਉਹ ਕਹਿੰਦੇ ਰਾਗ ਦੀਆਂ ਘਰ ਵਾਲੀਆਂ ਵੀ ਨੇ, ਹਾਂ, ਉਹਨਾਂ ਨੂੰ ਆਪਾਂ ਰਾਗਣੀਆਂ ਕਹਿੰਦੇ ਹਾਂ। ਸੋ ਇਸ ਕਰਕੇ ਜਿਹੜਾ ਇੱਥੇ ਕਨਫਿਊਸ਼ਨ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹ ਰਾਗ ਜਿਹੜੇ ਆ ਨਾ ਇੱਕ ਮਿਊਜ਼ੀਕਲ ਜਿਹੜੇ ਹਨ ਚੀਜ਼ ਹਨ। ਇਹ ਜਿਹੜੀ ਹੈ ਸਾਰੇ ਸੰਸਾਰ ਵਿੱਚ ਇਹ ਰਾਗ ਕਿਵੇਂ ਬਣੇ ਹਨ? ਇਹ ਨੇਚਰ ਦੀਆਂ ਆਵਾਜ਼ਾਂ ਤੋਂ ਇਹ ਰਾਗ ਬਣੇ ਹਨ। ਜੇ ਇਹਨਾਂ ਦੇ ਆਪਾਂ ਪਿਛੋਕੜ ਤੱਕ ਜਾਈਏ ਤਾਂ ਬਹੁਤ ਦੂਰ ਤੱਕ ਜਾਂਦਾ ਹੈ ਇਹ ਰਾਗ ਕਿਉਂ ਬਣੇ, ਤੇ ਕਿਹੜੇ ਕਿਹੜੇ ਸਮੇਂ ਦਾ ਇੱਕ ਇੱਕ ਰਾਗ ਹੁੰਦਾ ਹੈ। ਇਹ ਜਿਹੜੀ ਹੈ ਇੱਕ ਐਸੀ ਸਾਇੰਸ ਹੈ ਜਿਹੜੀ ਕੁਦਰਤ ਨੇ ਬਣਾਈ, ਤੇ ਕੁਦਰਤ ਤੋਂ ਜਿਹੜਾ ਹਨ ਗੁਰੂ ਸਾਹਿਬ ਨੇ ਜਿਹੜਾ ਹੈ ਕਿਰਪਾ ਕਰਕੇ ਇਹ ਜਿਹੜੀ ਪੁਰਾਤਨ ਜਿਹੜੀ ਹੈ ਚੱਲਦੀ ਆਈ ਮਰਿਆਦਾ ਨੂੰ ਮਹਾਰਾਜ ਨੇ ਕਾਇਮ ਕੀਤਾ। ਇਸ ਕਰਕੇ ਮਹਾਰਾਜ ਨੇ ਇਹ ਸਾਰੀ ਰਾਗ ਵਿਦਿਆ ਨੂੰ ਰਾਗਮਾਲਾ ਵਿੱਚ ਜਿਹੜਾ ਹੈ ਉਹਦੇ ਵਿੱਚ ਹੀ ਬਿਆਨ ਕਰ ਦਿੱਤਾ। ਸੋ ਇੱਥੇ ਜਿਵੇਂ ਭੈਰੋ ਰਾਗ ਹੈ, ਇਹਨਾਂ ਦੀਆਂ 5 ਰਾਗਣੀਆਂ ਨੇ। ਉਹ ਕਿਹੜੀਆਂ ਹਨ? ਭੈਰਵੀ, ਬਿਲਾਵਲੀ, ਪੁਨਿਆਕੀ, ਬੰਗਲੀ ਤੇ ਜਿਹੜੀਆਂ ਹਨ ਅਸਲੀਕੀ। ਸੋ ਇਹ 5 ਜਿਹੜੀਆਂ ਹਨ ਰਾਗਣੀਆਂ ਨੇ, ਤੇ ਇਹਨਾਂ ਦੇ 8 ਅੱਗੇ ਪੁੱਤਰ ਨੇ। ਉਹ ਹਨ ਪੰਚਮ, ਹਰਖ, ਦਿਸਾਖ, ਮੰਗਾਲਮ, ਮੱਧ, ਮਾਧਵ, ਲਲਿਤ ਤੇ ਬਿਲਾਵਲ। ਸੋ ਇਹ ਹੋ ਗਏ ਜੀ ਭੈਰੋ ਰਾਗ ਦੇ। ਹੁਣ ਅਗਲਾ ਰਾਗ ਹੈ ਮਾਲ ਕੌਸਕ। ਮਾਲ ਕੌਸਕ ਰਾਗ ਜਿਹੜਾ ਇਹਨਾਂ ਦੀਆਂ ਜਿਹੜੀਆਂ ਰਾਗਣੀਆਂ ਹਨ ਉਹ ਹੈ ਗੋਂਡ ਕਰੀ, ਦੇਵ, ਗੰਧਾਰੀ, ਗੰਧਾਰੀ, ਸਿਹੁਤੀ ਤੇ ਤਨਾਸਰੀ। ਤੇ ਇਹ 5 ਜਿਹੜੀਆਂ ਇਹਨਾਂ ਦੀਆਂ ਰਾਗਣੀਆਂ ਹੋ ਗਈਆਂ। ਅੱਗੇ ਇਹਨਾਂ ਦੇ 8 ਪੁੱਤਰ ਨੇ। ਉਹ ਮਾਰੂ, ਮਸਤ, ਅੰਗ ਤੇ ਮੇਵਾਰਾ, ਪਰਬਲ, ਚੰਡ ਤੇ ਕੌਸਕ, ਉਬਾਰਾ ਤੇ ਕਹਿੰਦੇ ਖੋਖਟ ਤੇ ਭੌਰਾ ਨਦ। ਸੋ ਇਹ ਹੋ ਗਏ ਜੀ 8 ਉਸਦੇ ਪੁੱਤਰ। ਹੁਣ ਤੀਸਰਾ ਰਾਗ ਹੈ ਹਿੰਡੋਲ ਰਾਗ। ਹਿੰਡੋਲ ਰਾਗ ਦੀਆਂ 5 ਪਤਨੀਆਂ ਕਿਹੜੀਆਂ ਹਨ? ਤੇਲੰਗੀ,
ਦੇਵ ਕਰੀ ਬਸੰਤੀ ਸੰਦੂਰ ਤੇ ਅਹੀਰੀ। ਸੋ ਇਹ ਹੋ ਗਈਆਂ 5 ਪਤਨੀਆਂ। 8 ਪੁੱਤਰ ਜਿਹੜੇ ਹਨ ਸੁਰਮਾਨੰਦ, ਭਾਸਕਰ, ਚੰਦਰਬਿੰਬ, ਮੰਗਲਨ ਤੇ ਜਿਹੜਾ ਹਨ ਸਰਸਬਾਨ ਤੇ ਅੱਗੇ ਹੋ ਗਿਆ ਵਿਨੋਦਾ, ਬਸੰਤ ਤੇ ਕਮੋਦਾ। ਇਹ ਹੋ ਗਏ ਜੀ 8 ਪੁੱਤਰ। ਹੁਣ ਹੋ ਗਿਆ ਜੀ ਦੀਪਕ ਰਾਗ। ਦੀਪਕ ਰਾਗ ਦੀਆਂ 5 ਜਿਹੜੀਆਂ ਹਨ ਇਹਨਾਂ ਦੀਆਂ ਇਸਤਰੀਆਂ ਕਿਹੜੀਆਂ ਹਨ? ਕਛੇਲੀ, ਪਟਮੰਜਰੀ, ਟੋਡੀ, ਕਮੋਦੀ ਤੇ ਗੁਜਰੀ। ਇਹ 5 ਹੋ ਗਏ। ਹੁਣ 8 ਪੁੱਤਰ ਕਿਹੜੇ ਹਨ? ਕਾਲੰਕਾ, ਕੁੰਤਲ, ਰਾਮਾ, ਕਮਲ ਕੁਸਮ, ਚੰਪਕ, ਗੌਰਾ, ਕਾਨਰਾ ਤੇ ਕਲਿਆਣਾ। 8 ਪੁੱਤਰ ਹੋ ਗਏ। ਹੁਣ ਆ ਗਿਆ ਜੀ ਸ੍ਰੀ ਰਾਗ। ਸ੍ਰੀ ਰਾਗ ਦੀਆਂ 5 ਜਿਹੜੀਆਂ ਪਤਨੀਆਂ ਹਨ ਬੈਰਾਰੀ, ਕਰਨਾਟੀ, ਗਵਰੀ, ਆਸਾਵਰੀ ਤੇ ਸਿੰਧਵੀ। ਆ 5 ਰਾਗਣੀਆਂ ਹੋ ਗਈਆਂ। ਹੁਣ 8 ਪੁੱਤਰ ਜਿਹੜੇ ਸਾਲੂ, ਸਾਰਗ, ਸਾਗਰਾ, ਗੋਂਡ, ਗੰਭੀਰ, ਗੁੰਡ, ਕੁੰਭ ਤੇ ਹਮੀਰ। ਸੋ ਇਹ ਹੋ ਗਏ ਜੀ 8 ਪੁੱਤਰ। ਹੁਣ ਹੋ ਗਿਆ ਜੀ ਮੇਘ ਰਾਗ। ਮੇਘ ਰਾਗ ਦੀਆਂ 5 ਰਾਗਣੀਆਂ ਜਿਹੜੀਆਂ ਹਨ ਸੋਰਠ, ਗੋਂਡ, ਮੱਲਾਰੀ, ਆਸਾ ਤੇ ਸੋਹੋ। ਸੋ ਇਹ ਹੋ ਗਿਆ ਜੀ 5। ਹੁਣ 8 ਇਹਨਾਂ ਦੇ ਪੁੱਤਰ ਕਿਹੜੇ ਹਨ? ਬੈਰਾਤਰ, ਗਜਤਰ, ਕੇਦਾਰਾ, ਜਬਲੀ ਧਰ। ਅੱਗੇ ਹੋ ਗਿਆ ਜੀ ਨਟ, ਜਲ ਧਾਰਾ, ਸ਼ੰਕਰ ਤੇ ਸਿਆਮਾ। ਸੋ ਇਹ ਹੋ ਗਏ ਜੀ ਸਾਰੇ 6 ਰਾਗ। ਇਹਨਾਂ ਦੀਆਂ ਰਾਗਣੀਆਂ ਟੋਟਲ 30 ਹੋ ਗਈਆਂ ਤੇ ਇਹਨਾਂ ਦੇ ਪੁੱਤਰ ਹੋ ਗਏ 48। ਸੋ ਇਹ ਸਾਰੇ ਕੁੱਲ ਮਿਲਾ ਕੇ ਹੋ ਗਏ ਜੀ 84। ਸੋ ਸਾਰੇ 84 ਨੇ। ਸੋ ਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਇਹ ਰਾਗ ਤੇ ਰਾਗਨੀਆਂ ਨੂੰ ਜਿਹੜਾ ਹਨ ਸਮਝਿਆ ਏਕਾ। ਕੋਈ ਇਹ ਜਿਹੜਾ ਹਨ ਜਦੋਂ ਕੀਰਤਨ ਆਪਾਂ ਸੁਣਦੇ ਆ ਨਾ, ਇਹ ਬਹੁਤ ਇੰਪੋਰਟੈਂਟ ਹੈ ਕਿਉਂਕਿ ਕੀਰਤਨ ਆਪਾਂ ਵੀ ਸੁਣਦੇ ਹਾਂ। ਕਹਿੰਦੇ ਕੀਰਤਨ ਸੁਣਨ ਵਾਲੇ ਕੰਜੀ ਤਾਂ ਜਿਹੜੇ ਉਹ ਰਾਗ ਨੂੰ ਪਰਖਦੇ ਹਨ, ਰਾਗਨੀਆਂ ਨੂੰ ਪਰਖਦੇ ਹਨ, ਸਮੇਂ ਨੂੰ ਪਰਖਦੇ ਹਨ। ਕਹਿੰਦੇ ਉਹ ਸਮਝਦੇ ਹਨ ਵੀ ਇਹ ਕਿਹੜਾ ਰਾਗ ਆ, ਕਿਹੜੀ ਰਾਗਨੀ ਆ, ਇਹ ਕਿਹੜੇ ਘਰ ਵਿੱਚ ਗਾਇਆ ਜਾਂਦਾ, ਉਹ ਸਾਰਾ ਉਹ ਜਾਣਦੇ ਹਨ। ਕਈ ਪਹਿਲੇ ਇਹ ਹਨ ਦੂਜਾ ਸੁਰ ਕੈ ਲਿਖੈ ਵਿਵੇਕ। ਦੂਜੇ ਜਿਹੜੇ ਹਨ ਉਹ ਸੁਰ ਦੇ ਪਿੱਛੇ ਉਹ ਰਿਦਮ ਦੇ ਪਿੱਛੇ ਉਹ ਰਿਦਮ ਨੂੰ ਸੁਣਦੇ ਹਨ, ਉਹ ਰਿਦਮ ਨੂੰ ਪਰਖਦੇ ਹਨ ਵੀ ਇਹ ਰਿਦਮ ਕਿਵੇਂ ਜਾ ਰਿਹਾ ਹੈ। ਸੋ ਉਹ ਜਿਹੜਾ ਹੈ ਕਹਿੰਦੇ ਉਹ ਸੁਰ ਲਿਖੇ ਵਿਵੇਕਾ, ਉਹ ਗਿਆਨ ਰੱਖਦੇ ਹਨ ਸੁਰ ਦਾ ਵੀ ਕਿਹੜੀ ਸੁਰ ਵਿੱਚ ਇਹਨੂੰ ਗਾਇਆ ਜਾਂਦਾ ਹੈ। ਮਤਲਬ ਵੋਕਲ ਤੇ ਉਹ ਜਿਹੜਾ ਇੰਸਟਰੂਮੈਂਟ ਦਾ ਸੁਰ ਕਿੱਧਰ ਨੂੰ ਹੈ। ਤੀਜੋ ਤਾਲ ਸੁਨ ਹੈ ਹਿਤ ਦਿਆ। ਹੁਣ ਤੀਜਾ ਜਿਹੜਾ ਜਿਹਨੂੰ ਹੋਰ ਜ਼ਿਆਦਾ ਗਿਆਨ ਆ ਉਹ ਤਾਲ ਨੂੰ ਵੀ ਵਿੱਚ ਨਾਲ ਦੇਖਦਾ ਵੀ ਇਹ ਤਾਲ ਠੀਕ ਆਉਂਦਾ। ਜਿਵੇਂ ਆਪਾਂ ਤਬਲਾ ਹੈ, ਤਬਲਾ ਉਹ ਤਾਲ ਨੂੰ ਜਿਹੜਾ ਰਾਗ ਨਾਲ ਮਿਲਾ ਕੇ ਰੱਖਦਾ ਹੈ। ਸੋ ਕਹਿੰਦੇ ਉਹ ਤਾਲ ਜਿਹੜਾ ਹੈ ਉਹਨੂੰ ਦੇਖਦਾ ਹੈ, ਉਹਨੂੰ ਸੁਣਦਾ ਹੈ, ਹਿਤ ਦੇ ਪ੍ਰੇਮ ਲਾ ਕੇ ਉਹ ਤਾਲ ਨੂੰ ਸੁਣਦਾ ਹੈ। ਤਾਂ ਹੀ ਕਈ ਲੋਕ ਬੈਠੇ ਬੈਠੇ ਜਿਹੜੇ ਹਨ ਗੋਡਿਆਂ ਤੇ ਜਿਹੜੇ ਹਨ ਆਪਣੇ ਜਿਹੜੇ ਹਨ ਉਹ ਵਜਾਉਣ ਲੱਗ ਜਾਂਦੇ ਹਨ। ਹਾਂਜੀ, ਸੋ ਕਈਆਂ ਨੂੰ ਜਿਹੜਾ ਹੈ ਆਪਣੇ ਗੋਡੇ ਉਹ ਤਬਲੇ ਬਣ ਜਾਂਦੇ ਨੇ ਉਹਨਾਂ ਦੇ। ਤੇ ਮੇਰੇ ਵਰਗੇ ਜਿਹਨੂੰ ਕੁਛ ਆਉਂਦਾ ਨਹੀਂਗਾ, ਮੈਂ ਤਾਂ ਉਹੀ ਵੈਸੇ ਵਜਾਉਣ ਲੱਗ ਜੂਗਾ ਵੀ ਲੋਕ ਕਹਿਣਗੇ ਬੜਾ ਕੁਛ ਜਾਣਦਾ ਜੀ ਤਾਲ ਦਾ ਇਹ। ਹਾਂਜੀ, ਕਈ ਇਹੋ ਜਿਹੇ ਵੀ ਹੁੰਦੇ ਹਨ ਜਿਹੜੇ ਹਨ ਲੋਕਾਂ ਨੂੰ ਦਿਖਾਉਣ ਵਾਸਤੇ ਮੈਂ ਬਹੁਤ ਕੁਝ ਜਾਣਦਾ ਹਾਂ। ਹਾਂਜੀ, ਸੋ ਇਸੇ ਜਿਹੜੇ ਹਨ ਇਹ ਤੀਜੇ ਤਰ੍ਹਾਂ ਦੇ ਹਨ। ਚਤੁਰਥ ਬਾਦਤ ਤੇ ਰਸ ਲਿਆ। ਕਹਿਣ ਲੱਗੇ ਹੁਣ ਚੌਥੇ ਜਿਹੜੇ ਨੇ ਉਹ ਜਿਹੜੇ ਹਨ ਉਹ ਬਾਦਤ ਤੇ ਰਸ ਲੈ, ਉਹ ਵਾਜੇ ਤੋਂ ਰਸ ਲੈਂਦੇ ਹਨ। ਉਹ ਵਾਜਾ ਸੁਣ ਕੇ ਉਹ ਵਾਜੇ ਤੋਂ ਰਸ ਲੈਂਦੇ ਹਨ। ਉਹ ਮਿਊਜ਼ਿਕ ਦੇਖਦੇ ਹਨ। ਜਿਵੇਂ ਅੱਜ ਕੱਲ੍ਹ ਦੇ ਵੀ ਸਰੋਤੇ ਜਨ ਹਨ, ਜੇ ਕਿਤੇ ਬਾਲੀਵੁੱਡ ਦਾ ਕੋਈ ਗਾਣੇ ਦਾ ਟਿਊਨ ਲਿਆ ਹੋਵੇ ਤਾਂ ਲੋਕਾਂ ਨੂੰ ਚਾਅ ਚੜ ਜਾਂਦਾ ਹੈ, ਫਿਰ ਉੱਚੀ ਉੱਚੀ ਨਾਲ ਗਾਉਂਦੇ ਹਨ। ਹਾਂਜੀ, ਤੇ ਉਹ ਜੱਥਿਆਂ ਨੂੰ ਕਹਿੰਦੇ ਜੱਥਾ ਬਹੁਤ ਹੀ ਚੰਗਾ ਹੈ, ਪਰ ਇਹ ਨਹੀਂ ਪਤਾ ਉਹ ਜੱਥਾ ਜਿਹੜਾ ਚੋਰ ਹੈ। ਹਾਂਜੀ, ਸੋ ਉਹ ਚੋਰ ਨੇ, ਉਹ ਰਾਗੀ ਜਿਹੜੇ ਹਨ ਕਿਸੇ ਦੀ ਟਿਊਨ ਲੈ ਕੇ ਵਿੱਚ ਆਪਣਾ ਫਿੱਟ ਕਰਕੇ ਉਹ ਉਵੇਂ ਗਾ ਦਿੰਦੇ ਨੇ, ਲੋਕ ਬੜੇ ਖੁਸ਼ ਹੋ ਜਾਂਦੇ ਨੇ। ਹਾਂਜੀ, ਸੋ ਇਹ ਰਾਗੀ ਨਾ, ਇਹਨਾਂ ਨੂੰ ਕੋਈ ਚੋਰ ਕਹੋ ਇਹਨਾਂ ਨੂੰ। ਹਾਂਜੀ, ਕਿਉਂਕਿ ਕਿਸੇ ਦਾ ਰਾਗ ਲੈ ਕੇ, ਕਿਸੇ ਦੀ ਟਿਊਨ ਲੈ ਕੇ, ਕਿਸੇ ਦੀ ਮਿਹਨਤ ਕੀਤੀ ਹੋਈ ਨੂੰ ਲੈ ਕੇ ਆਪਦਾ ਵਿੱਚ ਪਾ ਕੇ ਤੇ ਫਿਰ ਉਹਨਾਂ ਦਾ ਨਾਮ ਨਹੀਂ ਲੈਂਦੇ। ਤੇ ਘੱਟੋ ਘੱਟ ਦੱਸ ਤਾਂ ਦਿਓ ਕਿਹੜੀ ਮੂਵੀ ਦਾ ਗਾਣਾ ਹੈ। ਹਾਂਜੀ, ਇਹ ਤਾਂ ਦੱਸ ਦਿਓ ਕਿਹਨੇ ਗਾਇਆ ਸੀਗਾ। ਹਾਂਜੀ, ਉਹਦਾ ਬੈਕਗਰਾਊਂਡ ਸਿੰਗਰ ਕੌਣ ਆ, ਉਹਦਾ ਮਿਊਜ਼ਿਕ ਡਾਇਰੈਕਟਰ ਦਾ ਹੀ ਨਾਂ ਦੱਸ ਦਿਓ, ਉਹ ਨਹੀਂ ਦੱਸਣਾ। ਹਾਂਜੀ, ਤੇ ਲੋਕਾਂ ਤੋਂ ਜਿਹੜੀਆਂ ਮਾਣ ਪਰਬਤਾ ਲੈ ਲੈਣੀ ਜੀ, ਬੰਦਾ ਰਾਗੀ ਬਹੁਤ ਚੰਗਾ ਜੀ, ਰਾਗੀ ਬਹੁਤ ਚੰਗਾ ਜੀ। ਸੋ ਇਸ ਤਰ੍ਹਾਂ ਕਰਕੇ ਜਿਹੜੇ ਇਹ ਚੌਥੇ ਤਰ੍ਹਾਂ ਦੇ ਬੰਦੇ ਐਸੇ ਹੁੰਦੇ ਨੇ ਤੇ ਉਹ ਜਾਂਦੇ ਉਸ ਜਿਹੇ ਪ੍ਰੋਗਰਾਮਾਂ 'ਚ ਆ ਜਿੱਥੇ ਟਿਊਨਾਂ ਜਿਹੜੀਆਂ ਵਧੀਆ ਲੱਗੀਆਂ ਹੋਣ। ਉਹ ਕੀਰਤਨ ਸੁਣਨ ਵਾਸਤੇ ਨਹੀਂ ਜਾਂਦੇ, ਕਿਉਂਕਿ ਜਦੋਂ ਉਹ ਟਿਊਨ ਕੋਈ ਜਿਹੜੀ ਬਾਲੀਵੁੱਡ ਦਾ ਗਾਣਾ ਆ ਗਿਆ, ਹਾਲੀਵੁੱਡ ਦਾ ਗਾਣਾ ਆ ਗਿਆ ਜਾਂ ਕੋਈ ਹੋਰ ਆ ਗਿਆ, ਉਹਨਾਂ ਦੀ ਬਿਰਤੀ ਉਹ ਗਾਣੇ 'ਚ ਚਲੀ ਜਾਣੀ ਹੈ। ਕੀਰਤਨ ਨੂੰ ਕਿਹਨੇ ਸੁਣਨਾ, ਉੱਥੇ ਸ਼ਬਦਾਂ ਨੂੰ ਕਿਹਨੇ ਸੁਣਨਾ ਹੈ। ਆਟੋਮੈਟਿਕਲੀ ਇੱਕ ਦੂਜੇ ਨੂੰ ਦੇਖੋਗੇ ਕਿਉਂਕਿ ਆਹ ਗਾਣਾ ਹੈ। ਕਈ ਤਾਂ ਉਦੋਂ ਹੀ ਫੋਨ 'ਚ ਕੱਢ ਕੇ ਦੂਜੇ ਨੂੰ ਸੁਣਾ ਦਿੰਦੇ, ਦੇਖ ਲਾ ਆਹੀ ਟਿਊਨ ਆ ਜਿਹੜਾ ਗਾ ਰਿਹਾ ਹੈ। ਤੇ ਕਈ ਵਾਰੀ ਜਿਹੜੇ ਅੱਜ ਕੱਲ੍ਹ ਫੋਨ ਨੇ ਉਹਨਾਂ 'ਚ ਸੀਰੀ ਹੁੰਦੀ ਆ, ਉਹਨੂੰ ਸੁਣਾ ਕੇ ਉਹ ਦੱਸ ਦਿੰਦੀ ਹੈ ਵੀ ਕਿਹੜਾ ਗਾਣਾ ਹੈ।
ਹਾਂਜੀ ਉਹ ਵੀ ਜਿਹੜੀਆਂ ਸੀਰੀਆਂ ਵੀ ਅੱਜ ਕੱਲ ਵਿਗੜੀਆਂ ਹੋਈਆਂ ਨੇ। ਹਾਂਜੀ ਫਿਰ ਪੰਚਮ ਸ਼ਬਦ ਅਰਥ ਕੋ ਚੀਨਾ। ਹਾਂ ਕਹਿੰਦੇ ਪੰਜਵਾਂ ਜਿਹੜੇ ਹੁੰਦੇ ਨੇ ਸਭ ਤੋਂ ਉੱਤਮ ਨੇ। ਉਹ ਜਦੋਂ ਕੀਰਤਨ ਸੁਣਦੇ ਨੇ ਉਹ ਕੀਰਤਨ ਦੇ ਵਿੱਚ ਕੀਰਤਨ ਜਿਹੜਾ ਹੈ ਉਹਨਾਂ ਨੂੰ ਮਨ ਜੋੜਨ ਵਾਸਤੇ ਉਹ ਵਰਤਿਆ ਜਾਂਦਾ ਹੈ ਵੀ ਮਨ ਟਿਕ ਜਾਵੇ। ਮਨ ਨੂੰ ਉਸ ਕੀਰਤਨ ਵਿੱਚ ਉਹ ਰਾਗ ਵਿੱਚ ਲਾ ਕੇ ਤੇ ਆਪਣੇ ਹਿਰਦੇ ਦੇ ਵਿੱਚ ਉਹ ਕੀ ਕਰਦੇ ਨੇ, ਉਹ ਸ਼ਬਦ ਦੀ ਵਿਚਾਰ ਕਰਨੀ ਸ਼ੁਰੂ ਕਰਦੇ ਨੇ। ਉਹ ਸ਼ਬਦ ਦਾ ਇੱਕ ਇੱਕ ਅੱਖਰ ਸੁਣਦੇ ਨੇ ਤੇ ਉਸ ਜਿਹੜਾ ਹਨ ਸ਼ਬਦ ਦੇ ਵਿੱਚ ਆਪਣੀ ਬ੍ਰਿਤੀ ਨੂੰ ਜੋੜ ਕੇ ਉਸ ਦੀ ਵਿਚਾਰ ਕਰਦੇ ਹਨ। ਸੋ ਇਹ ਸਭ ਤੋਂ ਉੱਤਮ ਹਨ ਜਿਹੜੇ ਪੰਜਵੇਂ ਤਰ੍ਹਾਂ ਦੇ ਸਰੋਤੇ ਹਨ। ਤਾਤ ਪਰਜ ਸਮਝੰਤ ਪਰਬੀਨਾ। ਦੇਖੋ ਤਾਤ ਪਰਜ ਉਹਦੇ ਤੱਤ ਨੂੰ ਸਮਝਣਾ ਚਾਹੁੰਦੇ ਨੇ ਵੀ ਗੁਰੂ ਸਾਹਿਬ ਨੇ ਸਾਨੂੰ ਮੈਸੇਜ ਕੀ ਦਿੱਤਾ ਇਹਦੇ ਵਿੱਚ, ਮਹਾਰਾਜ ਸਾਨੂੰ ਕੀ ਸਮਝਾ ਰਹੇ ਨੇ। ਮਹਾਰਾਜ ਅੱਜ ਮੇਰਾ ਕਿਹੜਾ ਜਿਹੜਾ ਮੇਰਾ ਵਾਇਸਸ ਹੈ ਜਾਂ ਮੇਰਾ ਕਿਹੜਾ ਔਗਣ ਹੈ ਜਿਹਨੂੰ ਮਹਾਰਾਜ ਅੱਜ ਮੈਨੂੰ ਇਲਾਜ ਕਰ ਰਹੇ ਨੇ, ਮੇਰਾ ਕਿਹੜੇ ਔਗਣ ਨੂੰ ਠੀਕ ਕਰ ਰਹੇ ਨੇ ਜਾਂ ਕਿਹੜੇ ਔਗਣ ਤੇ ਮੈਨੂੰ ਰੀਅਲਾਈਜੇਸ਼ਨ ਦੇ ਰਹੇ ਨੇ ਤੇ ਕਿਹੜੇ ਗੁਣ ਨੂੰ ਧਾਰਨ ਕਰਨ ਵਾਸਤੇ ਕਹਿ ਰਹੇ ਹਨ। ਸੋ ਸਭ ਹਿਨ ਤੇ ਲਖੋ ਮਹਾਨਾ। ਕਹਿੰਦੇ ਇਹ ਜਿਹੜੇ ਪੰਜਵੇਂ ਤਰ੍ਹਾਂ ਦੇ ਹਨ ਜਿਹੜੇ ਸ਼ਬਦ ਦੇ ਅਰਥ ਵਿੱਚ, ਸ਼ਬਦ ਦੇ ਜਿਹੜੇ ਤਤ ਪਰਜ ਦੇ ਵਿੱਚ, ਸ਼ਬਦ ਦੇ ਮੈਸੇਜ ਦੇ ਵਿੱਚ ਸਭ ਜਿਹੜਾ ਹਨ ਉੱਥੇ ਆਪਣੀ ਬਿਰਤੀ ਜੋੜਦੇ, ਇਹ ਸਭ ਤੋਂ ਜਿਹੜੇ ਹਨ ਉੱਤਮ ਹਨ, ਮਹਾਨ ਹਨ। ਅਰਥ ਸਮਝ ਕੇ ਗੁਣ ਤੇ ਸੁਝਾਨਾ। ਦੇਖੋ ਅਰਥ ਨੂੰ ਸਮਝ ਕੇ ਉਹਦਾ ਵਿਚਾਰ ਕਰਕੇ ਸੁਝਾਨ ਜਿਹੜੇ ਸਿਆਣੇ ਹਨ ਤੇ ਉਹ ਸਭ ਵਿਖੇ ਵਡੇਰੇ। ਉਹ ਸਾਰਿਆਂ ਵਿਖੇ ਵਡੇਰੇ ਹੁੰਦੇ ਹਨ, ਉਹ ਸਾਰਿਆਂ ਵਿਖੇ ਮਹਾਨ ਹੁੰਦੇ ਹਨ ਸਰੋਤਿਆਂ ਵਿੱਚੋਂ। ਸਮਝ ਅਰਥ ਸੁਖ ਪਾਏ ਕਨੇਰੇ। ਦੇਖੋ ਅਰਥ ਨੂੰ ਸਮਝ ਕਰਕੇ ਉਹ ਬੜਾ ਸੁੱਖ ਪਾਉਂਦੇ ਹਨ। ਅਰਥ ਨੂੰ ਸਮਝ ਕਰਕੇ ਫਿਰ ਆਪਣੇ ਜੀਵਨ ਨੂੰ ਰਿਫਲੈਕਟ ਕਰਕੇ ਉਹ ਦੇਖਦੇ ਨੇ ਮੈਂ ਮੇਰੇ 'ਚ ਕੀ ਘਾਟਾ ਤੇ ਕੀ ਮੈਂ ਇੰਪਰੂਵ ਕਰਨਾ ਹੈ। ਪ੍ਰੇਮ ਭਗਤ ਮਹਿ ਨਿਤ ਮਨ ਲੀਨਾ। ਦੇਖੋ ਇਸ ਕਰਕੇ ਉਹ ਪ੍ਰੇਮਾ ਭਗਤੀ ਵਿੱਚ ਆਪਣੇ ਮਨ ਨੂੰ ਫਿਰ ਲੀਨ ਕਰਦੇ ਹਨ ਗੁਰੂ ਦੇ ਪਿਆਰ ਵਿੱਚ। ਚਰਨ ਜੀਵ ਹੋ ਅਧਿਕ ਪਰਬੀਨਾ। ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਕਾਕ ਪਸੁੰਡਾ ਤੂੰ ਚਿਰੰਜੀਵੀ ਹੈ। ਚਿਰੰਜੀਵੀ ਹੁੰਦਾ ਜਿਹਦੀ ਲਾਈਫ ਜਿਹੜੀ ਬਹੁਤ ਲੰਮੀ ਹੋਵੇ, ਵੈਰੀ ਵੈਰੀ ਲੌਂਗ ਲਾਈਫ, ਉਹਨੂੰ ਚਿਰੰਜੀਵੀ ਕਹਿੰਦੇ ਹਨ। ਕਹਿੰਦੇ ਤੂੰ ਚਿਰੰਜੀਵੀ ਹਾਂ ਤੇ ਬਹੁਤ ਹੀ ਸਿਆਣਾ ਹੈ ਕਾਕ ਪਸੁੰਡ। ਅਰਥ ਵਿਚਾਰ ਹੈ ਜੋ ਹਿਤ ਲਾਏ। ਤੂੰ ਅਰਥ ਦਾ ਵਿਚਾਰ ਕੀਤਾ ਇਸ ਕਰਕੇ ਤੇਰੀ ਬਿਰਤੀ ਜੁੜ ਗਈ। ਤਾਂ ਤੂੰ ਪੁੱਛਿਆ ਵੀ ਕਿਹਦੀ ਗੁਰਬਾਣੀ, ਆਪਣੇ ਵਰਗਾ ਪਤਾ ਕੀ ਪੁੱਛੇਗਾ ਉਹ ਰਾਗੀਆਂ ਨੂੰ ਜੋ ਹਟ ਕੇ ਇਹ ਕਿਹਦੀ ਟਿਊਨ ਸੀਗੀ, ਬੜੀ ਸੋਹਣੀ ਲਾਈ ਸੀ ਤੁਸੀਂ। ਆਪਾਂ ਸ਼ਬਦ ਥੋੜ੍ਹੋ ਪੁੱਛਦੇ ਹਾਂ। ਜਿਵੇਂ ਜਿਹੜਾ ਹੈ ਆਪਣਾ ਸਿੱਖ ਹੁੰਦਾ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਦਾ, ਹਾਂਜੀ ਸੋ ਸੁਥਰੇ ਸ਼ਾਹ, ਹਾਂਜੀ ਉਹਨੇ ਇੱਕ ਵਾਰੀ ਜਿਹੜਾ ਹੈ ਰਾਗੀ ਸਿੰਘ ਜਿਹੜੇ ਹਨ ਕੀਰਤਨ ਕਰ ਰਹੇ ਸਨ, ਬੜੇ ਸੋਹਣਾ ਉਹਨਾਂ ਨੇ ਕੀਰਤਨ ਕੀਤਾ, ਬੜਾ ਜੁੜ ਕੇ ਕੀਤਾ, ਸਾਰੀ ਸੰਗਤ ਨੇ ਵੀ ਨਾਲ ਗਾਇਆ ਤੇ ਸੁਥਰੇ ਸ਼ਾਹ ਦੇਖ ਕੇ ਉਹ ਰਾਗੀਆਂ ਦੇ ਸਾਹਮਣੇ ਖੜ ਗਿਆ। ਉਹਨਾਂ ਦੇ ਖਿਆਲ ਵੀ ਕੋਈ ਡਾਲਾ ਡੁੱਲਾ ਰੱਖੂਗਾ ਆ ਕੇ, ਹਾਂਜੀ ਸਾਹਮਣੇ ਜਿਵੇਂ ਸ਼ਬਦ ਭੇਟਾ ਰੱਖੀ ਦੀ ਆ, ਉਹ ਮੂਹਰੇ ਖੜ ਕੇ ਕਹਿੰਦਾ ਫਿੱਟੇ ਮੂੰਹ ਤੁਹਾਡੇ, ਹਾਂਜੀ ਕਹਿ ਕੇ ਭੱਜ ਗਿਆ। ਸੋ ਉਹ ਜਿਹੜੇ ਰਾਗੀ ਸਿੰਘਾਂ ਨੂੰ ਬੜਾ ਗੁੱਸਾ ਚੜਿਆ, ਉਹ ਭੱਜੇ ਪਿੱਛੇ, ਵਾਜਾ ਜੋੜੀ ਵੀ ਛੱਡ ਕੇ ਕਈ ਪਿੱਛੇ ਭੱਜੇ, ਕਹਿੰਦੇ ਫੜੋ ਇਹਨੂੰ, ਕਿਉਂ ਸਾਨੂੰ ਫਿੱਟੇ ਮੂੰਹ ਕਹਿੰਦਾ ਹੈ ਵੀ ਜਿਹੜਾ ਹੈ ਅਸੀਂ ਤਾਂ ਵੱਡੇ ਰਾਗੀ ਹਾਂ, ਐਡੇ ਵੱਡੇ ਅਸੀਂ ਸੋਹਣਾ ਕੀਰਤਨ ਕਰਨ ਵਾਲੇ ਗੁਰੂ ਘਰ ਦੇ ਜਿਹੜੇ ਰਾਗੀ ਹਾਂ, ਸਾਨੂੰ ਫਿੱਟੇ ਮੂੰਹ ਇਹਨੇ ਕਿਉਂ ਕਿਹਾ ਹੈ। ਕਹਿੰਦੇ ਉਹ ਸੁਥਰੇ ਸ਼ਾਹ ਭੱਜ ਗਿਆ ਜੀ। ਬਾਅਦ ਚ ਗੁਰੂ ਹਰਗੋਬਿੰਦ ਸਾਹਿਬ ਨੂੰ ਇਹਨਾਂ ਨੇ ਕੰਪਲੇਨ ਕਰ ਦਿੱਤੀ, ਕਹਿੰਦਾ ਸੁਥਰੇ ਸ਼ਾਹ ਇਹ ਕਹਿ ਕੇ ਗਿਆ ਸਾਨੂੰ, ਮਹਾਰਾਜ ਕਹਿੰਦੇ ਫੜ ਕੇ ਲਿਆਓ ਉਹਨੂੰ, ਕਹਿੰਦੇ ਮਿਲਦਾ ਨਹੀਂ ਮਹਾਰਾਜ, ਬੜੀ ਕੋਸ਼ਿਸ਼ ਕੀਤੀ ਲੱਭਣ ਦੀ। ਸੋ ਕੀ ਹੋਇਆ ਜੀ, ਉਹ ਗੱਲ ਠੰਡੀ ਪੈ ਗਈ, ਹੌਲੀ ਹੌਲੀ ਸਾਰੇ ਭੁੱਲਣ ਲੱਗ ਗਏ। ਇੱਕ ਦਿਨ ਜਿਹੜਾ ਹੈ ਕਈ ਲੰਮੇ ਸਮੇਂ ਬਾਅਦ ਸੁਥਰੇ ਸ਼ਾਹ ਆਇਆ, ਆ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਟੇਕਿਆ। ਕੀ ਹੋਇਆ ਬਾਈ ਚਾਂਸ, ਕੀ ਹੋਇਆ, ਉਹੀ ਰਾਗੀ ਜੱਥਾ ਬੈਠਾ ਸੀ ਕੀਰਤਨ ਕਰਦਾ, ਉਹਨਾਂ ਨੇ ਕੀਰਤਨ ਸਮਾਪਤ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਉੱਥੇ ਬੈਠਿਆਂ ਕਹਿਤਾ, ਮਹਾਰਾਜ ਇਹੀ ਆ ਗਿਆ ਸੁਥਰੇ ਸ਼ਾਹ ਜਿਹੜਾ ਫਿੱਟੇ ਮੂੰਹ ਕਰਕੇ ਕਹਿ ਕੇ ਭੱਜਿਆ ਸੀ। ਸੁਥਰੇ ਸ਼ਾਹ ਨੂੰ ਮਹਾਰਾਜ ਨੇ ਸੱਦ ਲਿਆ, ਸਿੰਘਾਂ ਨੂੰ ਕਹਿੰਦਾ ਫੜ ਕੇ ਲਿਆਓ ਇਹਨੂੰ। ਫੜ ਕੇ ਲਿਆਂਦਾ ਜੀ, ਸਾਹਮਣੇ ਆ ਗਿਆ ਸੁਥਰੇ ਸ਼ਾਹ, ਹੱਥ ਜੋੜੇ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਪੁੱਛਿਆ, ਕਹਿੰਦੇ ਸੁਥਰੇ ਸ਼ਾਹ ਇਹਨਾਂ ਨੂੰ ਗਾਲ ਕਿਉਂ ਕੱਢ ਕੇ ਗਿਆ ਤੂੰ, ਹਾਂਜੀ। ਤੇ ਸੁਥਰੇ ਸ਼ਾਹ ਕਹਿੰਦਾ ਮਹਾਰਾਜ ਦੇਖੋ ਨਾ, ਕਹਿੰਦੇ ਵੀ ਮੇਰਾ ਵੀ ਇੱਕ ਸਵਾਲ ਹੈ, ਮੈਂ ਤੁਹਾਨੂੰ ਇਹਦਾ ਆਨਸਰ ਦੇਣ ਤੋਂ ਪਹਿਲਾਂ ਮੈਂ ਇੱਕ ਸਵਾਲ ਇਹ ਰਾਗੀ ਸਿੰਘਾਂ ਨੂੰ ਪੁੱਛਣਾ ਚਾਹੁੰਦਾ। ਮਹਾਰਾਜ ਕਹਿੰਦੇ ਪੁੱਛੋ। ਕਹਿੰਦੇ ਰਾਗੀ ਸਿੰਘੋ ਮੈਨੂੰ ਇਹ ਦੱਸ ਦਿਓ ਵੀ ਜਿਸ ਦਿਨ ਮੈਂ ਤੁਹਾਨੂੰ ਇਹ ਗਾਲ ਕੱਢੀ ਆ ਨਾ ਫਿੱਟੇ ਮੂੰਹ ਤੁਹਾਡੇ, ਮੈਨੂੰ ਤਾਂ ਯਾਦ ਨਹੀਂ ਪਰ ਤੁਹਾਨੂੰ ਯਾਦ ਆ। ਕਹਿੰਦਾ ਮੈਂ ਤਾਂ ਸਾਰਿਆਂ ਨੂੰ ਕੱਢਦਾ ਹੀ ਰਹਿੰਦਾ, ਮੈਨੂੰ ਨਹੀਂ ਯਾਦ ਹੈਗੀ, ਪਰ ਤੁਹਾਨੂੰ ਯਾਦ ਆ, ਚੱਲ ਮੈਂ ਮੰਨ ਲੈਂਦਾ ਵੀ ਤੁਸੀਂ ਕਿਹੜੇ ਝੂਠ ਬੋਲਣ ਲੱਗੇ ਹੋ। ਪਰ ਕਹਿੰਦਾ ਇੰਨਾ ਮੈਨੂੰ ਜ਼ਰੂਰ ਦੱਸ ਦਿਓ ਕਿ ਤੁਸੀਂ ਉਸ ਵੇਲੇ ਸ਼ਬਦ ਕਿਹੜਾ ਪੜ੍ਹਿਆ ਸੀਗਾ ਜਿੱਦਣ ਮੈਂ ਤੁਹਾਨੂੰ ਫਿੱਟੇ ਮੂੰਹ ਕਿਹਾ, ਕਿਹੜਾ ਸ਼ਬਦ ਪੜ੍ਹਿਆ ਸੀ। ਉਹ ਰਾਗੀ ਸਿੰਘ ਅੱਗੋਂ ਦੂਜੇ ਵੱਲ ਦੇਖਣ ਲੱਗ ਗਏ, ਹਾਂਜੀ ਵੀ ਉਹਨਾਂ ਨੂੰ ਯਾਦ ਵੀ ਕੋਈ ਨਹੀਂ ਵੀ ਕਿਹੜਾ ਸ਼ਬਦ ਪੜ੍ਹਿਆ ਸੀਗਾ। ਸੁਥਰੇ ਸ਼ਾਹ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿੰਦਾ, ਮਹਾਰਾਜ ਇਹ ਰਾਗੀ ਸਿੰਘਾਂ ਦਾ ਗੁਰੂ ਮੈਂ ਹਾਂ, ਤੁਸੀਂ ਨਹੀਂ। ਮਹਾਰਾਜ ਪੁੱਛਣ ਲੱਗੇ ਸੁਥਰੇ ਸ਼ਾਹ ਐਸਾ ਕਿਉਂ? ਕਹਿੰਦਾ ਮਹਾਰਾਜ ਦੇਖੋ ਨਾ, ਮੇਰਾ ਇੱਕ ਮੈਂ ਇਹਨਾਂ ਨੂੰ ਗਾਲ ਕੱਢੀ, ਉਹ ਵੀ ਇਹਨਾਂ ਨੇ ਚੇਤੇ ਕਰ ਲਈ, ਤੁਹਾਡਾ ਕਲਿਆਣਕਾਰੀ ਮੁਕਤੀ ਦੇਣ ਵਾਲਾ ਸ਼ਬਦ ਵੀ ਭੁਲਾਈ ਬੈਠੇ ਨੇ,
ਉਹ ਵੀ ਨਹੀਂ ਇਹਨਾਂ ਨੂੰ ਯਾਦ, ਇਹਨਾਂ ਨੂੰ ਮੇਰੀ ਗੱਲ ਯਾਦ ਆ। ਮਹਾਰਾਜ ਇਹਨਾਂ ਦਾ ਗੁਰੂ ਕੌਣ ਹੋਇਆ ਫਿਰ, ਤੁਸੀਂ ਹੋਈ ਜਾਂ ਮੈਂ ਹੋਇਆ? ਸਾਰੇ ਹੱਸਣ ਲੱਗ ਗਏ ਤੇ ਮਹਾਰਾਜ ਨੇ ਤਾੜਨਾ ਕੀਤੀ। ਉਹ ਰਾਗੀ ਸਿੰਘਾਂ ਦੇ ਹੋਰ ਪੈ ਗਈ, ਕਹਿੰਦੇ ਤੁਹਾਨੂੰ ਜਿਹੜਾ ਇੰਨਾ ਵੀ ਨਹੀਂ ਯਾਦ ਹੈਗਾ। ਸੋ ਇਸ ਤਰ੍ਹਾਂ ਕਰਕੇ ਜਿਹੜਾ ਹੈ ਦੇਖੋ ਮਹਾਰਾਜ ਜਿਹੜੇ ਹਨ ਕਹਿੰਦੇ ਜਦੋਂ ਕੋਈ ਅਰਥ ਵਿਚਾਰੇ ਸੋ ਹਿਤ ਲਾਏ, ਅਰਥ ਦਾ ਵਿਚਾਰ ਹੋਵੇ। ਹਾਂਜੀ, ਸੋ ਇਸ ਤਰ੍ਹਾਂ ਕਰਕੇ ਹੀ ਰਾਗੀ ਸਿੰਘ ਹੋਣੇ ਚਾਹੀਦੇ ਨੇ। ਉਹ ਰਾਗੀ ਸਿੰਘ ਨੇ ਜਿਹੜੇ ਕਿ ਲੋਕਾਂ ਦੇ ਮੂੰਹ ਵਾਸਤੇ ਜਿਹੜਾ ਹੈ ਕੀਰਤਨ ਕਰਨ ਵਾਲਾ ਗੁਰੂ ਵਾਸਤੇ ਕਰੇ ਨਾ, ਗੁਰੂ ਹਾਜ਼ਰ ਨਾਜ਼ਰ ਜਾਣ ਕੇ ਕੀਰਤਨ ਕਰਨਾ ਚਾਹੀਦਾ ਹੈ। ਸੋ ਸਰੋਤਾ ਰਸ ਸੋ ਤ੍ਰਿਪਤਾਏ, ਕਹਿਣਗੇ ਉਹ ਸਰੋਤੇ ਜਨ ਹੈ ਜਿਹੜੇ ਆਪਣੇ ਰਸ ਵਿੱਚ, ਪ੍ਰੇਮ ਦੇ ਰਸ ਵਿੱਚ ਮਗਨ ਹੋ ਜਾਂਦੇ ਨੇ, ਰੱਜ ਜਾਂਦੇ ਨੇ, ਸੈਟੀਸਫਾਈਡ ਹੋ ਜਾਂਦੇ ਹਨ। ਔਰ ਜੇ ਸਰੋਤਾ 4 ਪ੍ਰਕਾਰ ਹੋਰ ਜਿਹੜੇ ਬਾਕੀ ਦੇ ਹੈ ਨਾ 4 ਪ੍ਰਕਾਰ ਦੇ ਸਰੋਤੇ ਜਿਹੜੇ ਪਹਿਲਾਂ ਦੱਸਿਆ ਸੀ, ਜਿਹੜੇ ਰਾਗਾਂ ਵਾਲੇ, ਜਿਹੜੇ ਰਾਗ ਨੂੰ ਦੂਜਾ ਸੁਰ ਦੇ ਵਿੱਚ ਆਪਣਾ ਧਿਆਨ ਰੱਖਦੇ ਨੇ, ਤੀਜਾ ਜਿਹੜਾ ਤਾਲ, ਚੌਥੇ ਜਿਹੜੇ ਹਨ ਉਹਦੇ ਜਿਹੜੇ ਹਨ ਵਾਜੇ ਵਿੱਚ ਧਿਆਨ ਰੱਖਦੇ ਵੀ ਵਾਜਾ ਦਾ ਠੀਕ ਚੱਲਦਾ ਕਿ ਨਹੀਂ, ਉਹ ਸਾਰੇ ਵਿੱਚ ਧਿਆਨ ਰੱਖਦੇ ਹਨ। ਉਹ ਜਿਹੜੇ ਹਨ ਸਾਰੇ ਛੀਲਰ ਖਾਨ ਬਿਖੈ ਹਿਤ ਧਾਰੀ, ਉਹ ਸਿਰਫ ਛਿੱਲੜੇ ਖਾਂਦੇ ਆ, ਉਹ ਫਰੂਟ ਨਹੀਂ ਖਾਣ ਵਾਲੇ। ਉਹ ਜਿਹੜਾ ਫਰੂਟ ਦਾ ਛਿੱਲੜ ਹੁੰਦਾ ਹੈ ਨਾ, ਸੋ ਉਹ ਜਿਹੜਾ ਹਨ ਸਕਿਨ ਹੁੰਦੀ ਹੈ ਜਿਹੜੀ ਆਪਾਂ ਨਹੀਂ ਖਾਂਦੇ, ਜਿਹੜੀ ਆਪਾਂ ਸੱਟਦੇ ਹਾਂ ਫਲ ਦੀ, ਉਹ ਜਿਹੜੇ ਹਨ ਉਹ ਸਕਿਨ ਨੂੰ ਖਾਣ ਵਾਲੇ, ਛਿੱਲੜ ਨੂੰ ਖਾਣ ਵਾਲੇ ਨੇ। ਉਹ ਗਿੱਦੋ ਜਿਹੜੀ ਅੰਦਰ ਹੁੰਦੀ ਹੈ ਉਹਦਾ ਫਰੂਟ ਉਹ ਨਹੀਂ ਖਾ ਸਕਦੇ। ਫੋਕਟ ਕੇ ਰਸ ਮਹਿ ਫਸ ਗਏ, ਹਾਂ ਬਸ ਉਹ ਫੋਕਟ ਫਿੱਕੇ ਰਸ ਵਿੱਚ ਫਸੇ ਹੋਏ ਹਨ। ਜੇ ਕਿਤੇ ਆਪਾਂ ਕਿਸੇ ਨੂੰ ਜਿਹੜਾ ਔਰੇਂਜ ਦੇ ਦਈਏ, ਬੰਦੇ ਨੂੰ ਕਹੇ ਤੂੰ ਛਿੱਲੜ ਖਾ, ਮੈਂ ਅੰਦਰੋਂ ਜਿਹੜਾ ਇਹ ਰਸ ਵਾਲਾ ਜਿਹੜਾ ਗੁੱਦਾ ਉਹ ਮੈਂ ਖਾਂਦਾ ਹਾਂ, ਉਹ ਛਿੱਲੜ ਖਾ ਕੇ ਖਾਂਦਾ ਰਹੂਗਾ ਤੇ ਕਹੂਗਾ ਜੀ ਕੌੜਾ ਹੈ ਜੀ, ਕੌੜਾ ਹੈ ਜੀ। ਦੇਖੋ ਇਹ ਜਿਹੇ ਬੰਦਿਆਂ ਨੂੰ ਕਿਤੇ ਗੁਰਬਾਣੀ ਦਾ ਰਸ ਆਇਆ ਹੀ ਨਹੀਂ। ਉਹਨਾਂ ਨੇ ਕੀ ਕੀਤਾ, ਉਹਨੇ ਸਿਰਫ ਗੁਰਬਾਣੀ ਵੇਚੀ ਹੋਈ ਆ ਨਾ, ਗਾ ਕੇ ਪੈਸੇ ਇਕੱਠੇ ਕਰਕੇ ਉਹ ਗਏ, ਉਹਨਾਂ ਨੂੰ ਤਾਂ ਕਿਤੇ ਰਸ ਆਇਆ ਹੀ ਨਹੀਂ। ਸੋ ਇਸ ਕਰਕੇ ਕਹਿੰਦੇ ਉਹ ਛਿੱਲੜ ਖਾਣ ਵਾਲੇ ਹਨ ਸਾਰੇ। ਅੰਤਰ ਰਸ ਨਹਿ ਚੀਨਤ ਭਏ, ਉਹਨਾਂ ਨੇ ਅੰਦਰਲਾ ਰਸ ਜੋ ਆਤਮ ਰਸ ਹੈ ਉਹ ਨਹੀਂ ਚੱਖਿਆ, ਉਹ ਨਹੀਂ ਉਹਨੇ ਜਾਣਿਆ। ਸਤ ਸੰਗਤ ਕੋ ਰਸ ਤੁਮ ਚੀਨੋ, ਕਹਿਣਗੇ ਸਤ ਸੰਗਤ ਦਾ ਰਸ ਹੈ ਕਾਕ ਪਸੁੰਡ ਤੂੰ ਚੀਨੋ, ਤੂੰ ਜਾਣਿਆ ਹੈ, ਤੂੰ ਪਰਮੇਸ਼ਰ ਦਾ ਅਸਲੀ ਜਿਹੜਾ ਪ੍ਰੇਮ ਰੂਪੀ ਰਸ ਨੂੰ ਪੀਤਾ ਹੈ। ਵੱਡ ਚਰਨਜੀਵੀ ਪਦ ਕੋ ਲੀਨੋ, ਕਹਿਣਗੇ ਤੂੰ ਵੱਡਾ ਚਰਨਜੀਵੀ ਹੈ, ਇਹ ਪਦਵੀ ਇਹ ਸਟੇਟ ਜਿਹੜੀ ਹੈ ਤੈਨੂੰ ਪ੍ਰਾਪਤ ਹੈ ਕਿਉਂਕਿ ਤੂੰ ਹੀ ਹੈ ਇਕੱਲਾ ਜਿਹੜਾ ਚਰਨਜੀਵੀ ਹੈ ਇੱਥੇ। ਸੁਨ ਇਵ ਸਰੋਨ ਵਿਖੈ ਮਰਦਾਨਾ, ਜੋ ਇਹ ਗੱਲ ਸੁਣ ਲਈ ਭਾਈ ਮਰਦਾਨੇ ਨੇ ਆਪਣੇ ਕੰਨਾਂ ਵਿੱਚ, ਹਿਤ ਬੂਝਨ ਕੇ ਬਚਨ ਬਖਾਨਾ। ਹੁਣ ਭਾਈ ਮਰਦਾਨਾ ਪੁੱਛਦਾ ਹੈ। ਦੇਖੋ ਭਾਈ ਮਰਦਾਨਾ ਜਿਹੜਾ ਹੈ ਇਹਦੇ ਪੁੱਛਣ ਕਰਕੇ ਅੱਜ ਆਪਾਂ ਨੂੰ ਪਤਾ ਲੱਗਦਾ, ਜੇ ਭਾਈ ਮਰਦਾਨਾ ਨਾ ਪੁੱਛਦਾ ਆਪਾਂ ਨੂੰ ਹੁਣ ਤੱਕ ਨਹੀਂ ਪਤਾ ਲੱਗਣਾ ਸੀ। ਇਸ ਕਰਕੇ ਭਾਈ ਮਰਦਾਨੇ ਨੇ ਜੀ ਪੁੱਛਿਆ। ਕੀ ਪੁੱਛਿਆ ਜੀ? ਰਿਖੀ ਜੀ ਉਚਰੋ ਬੈਸ ਪਰਮਾਨੇ, ਕਹਿਣ ਲੱਗੇ ਰਿਖੀ ਜੀ, ਕਾਕ ਪਸੁੰਡ ਨੂੰ ਕਹਿੰਦਾ ਭਾਈ ਮਰਦਾਨਾ, ਰਿਖੀ ਜੀ ਮੈਨੂੰ ਦੱਸੋ ਤੁਹਾਡੀ ਉਮਰ ਕਿੰਨੀ ਕੁ ਵੱਡੀ ਹੈ, ਕਿੰਨਾ ਕੁ ਚਿਰ ਦੀ ਤੁਹਾਡੀ ਉਮਰ ਹੈ? ਤੁਮ ਦੇਖਤ ਜੁਗ ਕਿਤਕ ਬਿਹਾਨੇ, ਕਹਿਣ ਲੱਗੇ ਤੁਹਾਡੇ ਦੇਖਦਿਆਂ ਹੋਇਆਂ ਇਹ ਸੰਸਾਰ ਦੇ ਕਿੰਨੇ ਯੁੱਗ ਬੀਤ ਗਏ ਨੇ, ਕਿੰਨੇ ਸਤਯੁਗ ਬੀਤ ਗਏ, ਕਿੰਨੇ ਤ੍ਰੇਤਾ ਯੁੱਗ ਬੀਤ ਗਏ, ਕਿੰਨੇ ਦੁਆਪਰ ਬੀਤ ਗਏ, ਕਿੰਨੇ ਕਲਯੁਗ ਬੀਤ ਗਏ, ਦੱਸੋ ਕਿੰਨੇ ਕੁ ਯੁੱਗ ਬੀਤ ਗਏ, ਤੁਸੀਂ ਕਿੰਨੇ ਆਪਣੇ ਅੱਖਾਂ ਨਾਲ ਦੇਖੇ ਹਨ? ਕਾਕ ਪਸੁੰਡ ਬਚਨ ਤਬ ਕਹੈ, ਹਾਂ ਕਾਕ ਪਸੁੰਡ ਨੇ ਇਹ ਗੱਲ ਸੁਣ ਕੇ ਭਾਈ ਮਰਦਾਨੇ ਜੀ ਨੂੰ ਦੱਸਦੇ ਹਨ, ਅਪਰਮਾਨ ਬੈਸ ਮਮ ਅਹੈ, ਕਹਿਣ ਲੱਗੇ ਮੇਰੀ ਜਿਹੜੀ ਉਮਰ ਆ ਨਾ ਪ੍ਰਮਾਣ ਰਹਿਤ ਹੈ। ਮੈਂ ਕੋਈ ਵੀ ਐਗਜ਼ਾਮਪਲ ਦੇ ਕੇ ਤੁਹਾਨੂੰ ਦੱਸ ਸਕਦਾ ਨਾ, ਮੈਂ ਕੋਈ ਟਾਈਮ ਫਰੇਮ ਦੇ ਵਿੱਚ ਤੁਹਾਨੂੰ ਦੱਸ ਸਕਦਾ ਵੀ ਕਿੰਨੇ ਕੁ ਸਾਲ ਹੋ ਗਏ ਨੇ ਜਾਂ ਕਿੰਨੇ ਕੁ ਮਹੀਨੇ ਹੋ ਗਏ, ਕਿੰਨੇ ਕੁ ਦਿਨ ਹੋ ਗਏ, ਮੈਂ ਨਹੀਂ ਦੱਸ ਸਕਦਾ। ਬਿਕੋਜ਼ ਇਹ ਟਾਈਮ ਜਿਹੜਾ ਹਮੇਸ਼ਾ ਹੀ ਬਦਲਦਾ ਰਹਿੰਦਾ ਹੈ। ਤੋ ਟਾਈਮ ਸ਼ੁਰੂ ਹੁੰਦਾ ਮੁੱਕ ਜਾਂਦਾ, ਇੱਕ ਹੋਰ ਟਾਈਮ ਸ਼ੁਰੂ ਹੋ ਜਾਂਦਾ ਹੈ, ਇੱਕ ਹੋਰ ਟਾਈਮ ਸ਼ੁਰੂ ਹੈ ਉਹ ਵੀ ਮੁੱਕ ਜਾਂਦਾ। ਕਹਿੰਦਾ ਮੈਂ ਕਿਵੇਂ ਗਿਣਾ, ਹੁਣ ਆਪਾਂ ਤਾਂ ਗਿਣ ਲਿਆ ਨਾ 2020 ਆ ਜੀ, ਕਿਉਂ AD ਆ ਜੀ, CE ਸਾਲ ਆ ਜੀ, ਪਰ ਇਹ ਤੋਂ ਪਹਿਲਾਂ ਕੀ ਹੈ? ਦੁਨੀਆ 2020 ਸਾਲਾਂ ਦੀ ਤਾਂ ਨਹੀਂ ਬਣੀ ਹੋਈ, 2020 ਇਹ ਤਾਂ ਬਹੁਤ ਪਹਿਲਾਂ ਦੀ ਹੈ। ਸੋ ਕਹਿੰਦੇ ਇਹ ਵੀ ਪ੍ਰਮਾਣ ਨਹੀਂ ਹੈ, ਮੈਂ ਤੈਨੂੰ ਕੋਈ ਮੈਸ਼ਰਮੈਂਟ ਕਰਕੇ ਨਹੀਂ ਦੱਸ ਸਕਦਾ ਵੀ ਐਗਜ਼ੈਕਟਲੀ ਮੈਂ ਕਿੰਨੇ ਸਾਲਾਂ ਦਾ ਹਾਂ। ਦੋਹਰਾ ਜੁਗ ਸਹੰਸਰ ਬੀਤੈ ਜਬ ਹੈ ਏਕ ਦਿਵਸ ਬਿਦ ਹੋਏ, ਦੇਖੋ ਹੁਣ ਇਹ ਦੱਸਦੇ ਹਨ, ਕਹਿੰਦੇ ਜਿਹੜਾ ਬ੍ਰਹਮਾ ਹੈ ਨਾ, ਹੁਣ ਤੁਸੀਂ ਜਿਹੜਾ ਹੈ ਹੁਣ ਅਨੁਮਾਨ ਲਾਉਣਾ, ਦੇਖੋ ਅਨੁਮਾਨ ਲਾ ਕੇ ਦੱਸਦੇ ਹਨ। ਕਹਿੰਦੇ ਤੂੰ ਆਪੇ ਐਸਟੀਮੇਟ ਕਰ ਲਾ। ਕਾਕ ਪਸੁੰਡ ਕਹਿੰਦਾ ਮੈਂ ਤੁਹਾਨੂੰ ਦੱਸਦਾ, ਕਹਿੰਦੇ ਯੁੱਗ ਸਹੰਸਰ, ਯੁੱਗ ਇੱਕ ਯੁੱਗ, ਕਲ ਯੁੱਗ ਜਿਹੜਾ ਸਤਯੁੱਗ, ਤ੍ਰੇਤਾ, ਦੁਆਪਰ ਤੇ ਕਲਯੁੱਗ, ਇਹ 4 ਯੁੱਗ ਜਿਹੜੇ ਹੁੰਦੇ ਨੇ ਕੰਪਲੀਟਲੀ ਇਹਨਾਂ ਦਾ ਸਾਲ ਹੁੰਦੇ ਨੇ 4.32 ਮਿਲੀਅਨ ਈਅਰਸ, ਇਹਨੂੰ ਮਹਾਯੁੱਗ ਕਹਿੰਦੇ ਨੇ, 4 ਯੁੱਗ। ਕਹਿੰਦੇ ਐਸੇ 1000 ਯੁੱਗ ਹੁਣ 1000 ਯੁੱਗ ਬੀਤ ਜਾਣ। ਹੁਣ ਆਪਾਂ ਹਿਸਾਬ ਕਰ ਲਈਏ ਜੀ 4.32 ਮਿਲੀਅਨ ਇੱਕ ਮਹਾਯੁੱਗ ਆ। ਸੋ ਆਪਾਂ ਕੀ ਕਰਾਂਗੇ, 1000 ਨੂੰ ਆਪਾਂ ਡਿਵਾਈਡ ਕਰਾਂਗੇ ਬਾਈ 4, ਕੀ ਬਣਦਾ ਜੀ 250। ਸੋ 4.32 ਮਿਲੀਅਨ ਈਅਰਸ ਮਲਟੀਪਲਾਈ ਬਾਈ 250, ਉਹਦਾ ਬਣਿਆ ਜੀ ਸਾਰਾ ਜਿਹੜਾ ਹੈ ਉਹ ਜਿਹੜਾ ਹੈ 1.08 ਬਿਲੀਅਨ ਈਅਰਸ।
ਸੋ ਇਹ ਜਿਹੜਾ ਹੈ 1 day of Burma ਹੈ 1 day just the daylight daylight ਓਕੇ ਹੁਣ ਅੱਗੇ ਦੱਸਦੇ ਹਨ ਤਿਹ ਕੇ ਸਮਪੁਨ ਰਹਿਨ ਹੋਇ ਮਾਸ ਹੈ ਇਹ ਬਿਦ ਜਾਏ ਓਕੇ ਹੁਣ ਇਹ ਡੇ ਹੋਇਆ ਜਿਹੜਾ 1.08 ਬਿਲੀਅਨ ਇਅਰਸ ਬਰਮਾ ਦਾ ਜਸਟ ਡੇ ਲਾਈਟ ਹੋਇਆ ਹੈ ਉਹਦਾ ਨਾਈਟ ਇਜ਼ ਯੂ ਹੈਵ ਟੂ ਟਾਈਮਸ 2 ਸੋ 1.08 ਬਿਲੀਅਨ ਇਅਰਸ ਟਾਈਮਸ 2 ਬਣਿਆ 2.16 ਬਿਲੀਅਨ ਇਅਰਸ ਬਰਮਾ ਦਾ 1 day and night so 2.16 ਬਿਲੀਅਨ ਇਅਰਸ ਹੁਣ ਅੱਗੇ ਸੁਣ ਚੌਪਈ ਇਸ ਪ੍ਰਕਾਰ ਕੇ ਸਹਸ ਬਰਖ ਜਬ तो ओके मासे ए बिद जोए सो इसे तरह ही एक ए 1 day होया फिर 1 day ਦਾ ਬਣਾ ਇੱਕ ਹਫਤਾ ਬਣ ਜਾਂਦਾ ਹੈ ਹਫਤੇ ਦਾ ਫਿਰ ਇੱਕ ਮਹੀਨਾ ਬਣ ਜਾਂਦਾ ਹੈ ਕਹਿੰਦੇ ਇਸੇ ਪ੍ਰਕਾਰ ਹੋਇਆ ਫਿਰ ਇਸ ਪ੍ਰਕਾਰ ਕੇ ਸਹਸ ਬਰਖ ਜਬ ਓਕੇ ਹੁਣ ਬਰਮਾ ਦੀ ਉਮਰ ਜਿਹੜੀ ਹੈ ਬਰਮਾ ਦਾ 1 day ਤਾਂ ਹੋਇਆ ਨਾ 2.16 ਬਿਲੀਅਨ ਇਅਰਸ ਬਰਮਾ ਦੀ ਉਮਰ ਹੈਗੀ 100 ਇਅਰਸ ਸੋ ਹੁਣ ਤੁਸੀਂ ਇਸ ਨੂੰ 1 day ਨੂੰ ਜਿਹੜਾ ਹੈ ਇਹ 1 day ਹੈ ਇਹਨੂੰ ਮਲਟੀਪਲਾਈ ਕਰ ਲਓ ਮਲਟੀਪਲਾਈ ਕਰਕੇ 1 year ਬਰਮਾ ਦਾ ਪਤਾ ਕਿੰਨੇ ਸਾਲ ਜਿਹੜਾ ਅਰਥ ਇਅਰਸ ਬਣਦੇ ਨੇ ਉਹ ਹੈਗਾ 788 ਜਾਂ ਐਂ ਕਰ ਲਓ 788.4 ਬਿਲੀਅਨ ਇਅਰਸ ਬਰਮਾ ਦਾ 1 year ਸੋ ਇਸੇ ਤਰ੍ਹਾਂ ਹੀ ਬਰਮਾ ਦੀ ਉਮਰ ਹੈਗੀ ਆ 100 ਇਅਰਸ ਹੁਣ ਇਹਦਾ ਬਣਿਆ ਜੀ ਸਾਰਾ ਜਿਹੜਾ ਹੈ 78,840 ਬਿਲੀਅਨ ਇਅਰਸ ਬਰਮਾ ਦੀ ਸਾਰੀ ਉਮਰ 78,840 ਬਿਲੀਅਨ ਇਅਰਸ ਜਾਂ ਇਹ ਕਹ ਲਓ 78.8 ਟ੍ਰਿਲੀਅਨ ਇਅਰਸ ਬਰਮਾ ਦਾ 1 ਲਾਈਫ ਸਾਰੀ ਲਾਈਫ 100 ਇਅਰਸ ਵਾਲੀ ਫਿਰ ਬੀਤੈ ਬੈਸ ਵਿਦਾਤੇ ਕੀ ਤਬ ਕਹਿਣ ਲਗੇ ਫਿਰ ਜਦੋਂ ਇਹ ਪੂਰਾ ਹੁੰਦਾ ਹੈ ਬਰਮਾ ਦੀ ਲਾਈਫ ਖਤਮ ਹੋ ਜਾਂਦੀ ਹੈ ਐਕਸਪਾਇਰਡ ਹੋ ਜਾਂਦੀ ਹੈ ਮਰ ਜਾਂਦਾ ਫਿਰ ਬ੍ਰਹਮਾ ਮੁਝ ਦੇਖਤ ਕੇਤੇ ਬਿਦ ਮਰੇ ਕਾਕ ਪਸੁੰਡ ਕਹਿੰਦਾ ਮੇਰੀ ਉਮਰ ਜਿਹੜੀ ਆ ਨਾ ਮੈਂ ਇਹ ਜੇ ਬਰਮਾ ਨਾ ਕਈ ਬਦਲਦੇ ਦੇਖੇ ਆ ਹੁਣ ਤੁਸੀਂ ਹਿਸਾਬ ਕਰੋ ਕਾਕ ਪਸੁੰਡ ਦੀ ਉਮਰ ਕਿੰਨੀ ਹੋਊਗੀ ਕਹਿੰਦਾ ਇਹ ਜੇ ਬਰਮਾ ਮੈਂ ਕਈ ਬਦਲਦੇ ਦੇਖ ਲਏ ਆਪਣੀ ਉਮਰ 'ਚ ਕਈ ਬਾਰ ਜਗ ਪਰਲੈ ਕਰੇ ਕਈ ਬਾਰ ਕਹਿੰਦਾ ਪਰਲੋ ਆਈ ਮਹਾਪਰਲੋ ਆਈ ਡੂਮਸਡੇ ਆਏ ਕਿੰਨਾ ਕੁਝ ਹੋਇਆ ਸੰਸਾਰ ਤੇ ਮੇਰੇ ਅੱਖਾਂ ਦੇ ਸਾਹਮਣੇ ਕਈ ਖਤਮ ਹੋਇਆ ਬਣਿਆ ਮੈਂ ਕਈ ਵਾਰੀ ਦੇਖਿਆ ਪੁੰਨ ਬਿਦ ਜਨਮ ਜਗਤ ਉਪਜਾਵੈ ਕਹਿਣਗੇ ਪੁੰਨ ਬਿਦ ਫਿਰ ਇੱਕ ਨਵਾਂ ਬਰਮਾ ਜੰਮਦਾ ਹੈ ਉਹ ਫਿਰ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ ਫਿਰ ਉਹ ਸ੍ਰਿਸ਼ਟੀ ਨੂੰ ਬਣਾਉਂਦਾ ਹੈ ਜੜ ਜੰਗਮ ਸੁਰ ਅਸੁਰ ਬਣਾਵੈ ਹਾਂ ਉਹ ਫਿਰ ਜੜ ਜਿਹੜੀਆਂ ਜੜ ਚੀਜ਼ਾਂ ਨੇ ਪਹਾੜ ਨੇ ਟਰੀਜ਼ ਨੇ ਇਹ ਸਭ ਕੁਝ ਬਣਾਉਂਦਾ ਚੇਤਨ ਸ੍ਰਿਸ਼ਟੀ ਜਿਹੜਾ ਬੰਦੇ ਬਣਾਉਂਦਾ ਜਾਨਵਰ ਬਣਾਉਂਦਾ ਪਸ਼ੂ ਬਣਾਉਂਦਾ ਸਭ ਕੁਝ ਬਣਾਉਂਦਾ ਫਿਰ ਕਹਿੰਦੇ ਦੇਵਤਿਆਂ ਨੂੰ ਬਣਾਉਂਦਾ ਦੈਂਤਾਂ ਨੂੰ ਬਣਾਉਂਦਾ ਉਹ ਸਭ ਕੁਝ ਕਰਦਾ ਹੈ ਨਾਨਾ ਬਿਦ ਕੀ ਰਚਨਾ ਰਚਾਏ ਉਹ ਨਾਨਾ ਪਰ ਤਰ੍ਹਾਂ ਦੀ ਰਚਨਾ ਨੂੰ ਬਣਾਉਂਦਾ ਹੈ ਐਸੇ ਬਿਦ ਬਿਨਸੈ ਉਪਜਾਏ ਕਹਿਣਗੇ ਐਸੇ ਬਿਦ ਜਿਹੜੇ ਬਰਮਾ ਹਨ ਉਹ ਮਰਦੇ ਜੰਮਦੇ ਰਹਿੰਦੇ ਹਨ ਹਮਰੇ ਦੇਖਤ ਕੇਤੇ ਗਏ ਮੇਰੇ ਦੇਖਦਿਆਂ ਪਤਾ ਨਹੀਂ ਕਿੰਨੇ ਬਰਮਾ ਬਦਲ ਚੁੱਕੇ ਹਨ ਬਹਰ ਜਗ ਉਪਜਤ ਭਏ ਮੋੜ ਕੇ ਇਹ ਸੰਸਾਰ ਟੁੱਟਦਾ ਬਣਦਾ ਖਤਮ ਹੁੰਦਾ ਫਿਰ ਬਣਦਾ ਹੈ ਬੈਠ ਇਹਾਂ ਮੈਂ ਹਰ ਗੁਣ ਗਾਵੋ ਮੈਂ ਇੱਥੇ ਬੈਠਾ ਪਰਮਾਤਮਾ ਦੇ ਗੁਣਾਂ ਨੂੰ ਗਾਈ ਜਾਂਦਾ ਮੈਂ ਦੇਖੀ ਜਾਂਦਾ ਕੀ ਹੋ ਰਿਹਾ ਹੈ ਹਾਂਜੀ ਮੈਂ ਬੈਠਾ ਪਰਮਾਤਮਾ ਦੇ ਗੁਣ ਗਾਉਂਦਾ ਮੈਂ ਪਰਮਾਤਮਾ ਦੀ ਜਿਹਨੇ ਉਸਤਤ ਕਰਦਾ ਹਾਂ ਬੈਠਾ ਇੱਥੇ ਧਿਆਨ ਧਰੋ ਔਰ ਬਹੁਤ ਸੁਖ ਪਾਵੋ ਮੈਂ ਉਸ ਦਾ ਧਿਆਨ ਆਪਣੇ ਹਿਰਦੇ ਵਿੱਚ ਰੱਖ ਕੇ ਬੜਾ ਸੁਖ ਪਾਉਂਦਾ ਕਾਕ ਪਸੁੰਡ ਕਹਿੰਦਾ ਮੈਂ ਖੁਸ਼ ਹਾਂ ਜੀ ਦੋਹਰਾ ਮਰਦਾਨ ਬਿਸਮਿਓ ਸੁਨਤ ਤੂਸਨ ਭਾਤ ਹੈ ਕਾਲ ਭਾਈ ਮਰਦਾਨਾ ਵਿਚਾਰਾ ਚੁੱਪ ਕਰ ਗਿਆ ਸੁਣ ਕੇ ਮੇਰੇ ਖਿਆਲ ਭਾਈ ਮਰਦਾਨਾ ਵੀ ਆਪਣੇ ਵਾਂਗੂ ਗਿਣਨ ਲੱਗ ਗਿਆ ਹੋਣਾ ਵੀ ਕਿੰਨਾ ਖੋਗਾ ਰਫਲੀ ਹਾਂਜੀ ਸੋ ਭਾਈ ਮਰਦਾਨਾ ਜਿਹੜਾ ਚੁੱਪੇ ਕਰ ਗਿਆ ਜੀ ਫੇਰ ਨਹੀਂ ਬੋਲਿਆ ਮੂਜਨ ਹਿਤ ਮੈਂ ਬੋਲਿਓ ਸੁਨ ਸ੍ਰੀ ਅੰਗਦ ਦਇਆਲ ਉਸ ਵੇਲੇ ਭਾਈ ਬਾਲਾ ਜੀ ਕਹਿੰਦੇ ਮੈਂ ਬੋਲਿਆ ਗੁਰੂ ਅੰਗਦ ਦੇਵ ਜੀ ਸੁਣੋ ਉਸ ਵੇਲੇ ਫਿਰ ਮੈਂ ਬੋਲਿਆ ਮੈਂ ਫਿਰ ਪੁੱਛਿਆ ਕਾਕ ਪਸੁੰਡ ਨੂੰ ਚੌਪੇ ਹਰ ਭਗਤਨ ਕੇ ਵਿਖੈ ਮਹਾਨੇ ਕਹਿਣ ਲੱਗੇ ਹੇ ਕਾਕ ਪਸੁੰਡ ਜੀ ਤੁਸੀਂ ਭਗਤਾਂ ਦੇ ਵਿੱਚ ਮਹਾਨ ਹੋ ਮੋਹ ਨਾਸ ਭਾ ਆਤਮ ਗਿਆਨੇ ਤੁਸੀਂ ਆਪਣੇ ਮੋਹ ਨੂੰ ਨਾਸ਼ ਕਰ ਲਿਆ ਤੇ ਆਤਮ ਗਿਆਨ ਨੂੰ ਪਾ ਲਿਆ ਸਭ ਬਿਦ ਸਭ ਮਹਿ ਦੀਰਘ ਤੁਮ ਹੋ ਮਹਾਰਾਜ ਸਾਰਿਆਂ ਵਿੱਚੋਂ ਮੈਂ ਤਾਂ ਇਹ ਦੇਖਿਆ ਵੀ ਤੁਸੀਂ ਮਹਾਨ ਹੋ ਤੁਸੀਂ ਵੱਡੇ ਹੋ ਕੈਸੇ ਪ੍ਰਾਪਤ ਕਾਕ ਜਨਮ ਹੋ ਪਰ ਮੈਨੂੰ ਇਹ ਦੱਸੋ ਤੁਸੀਂ ਐਡੇ ਮਹਾਨ ਹੋ ਇਹ ਕ੍ਰੋਹ ਦੇ ਜਨਮ 'ਚ ਇਹ ਕਾਂ ਦੇ ਜਨਮ 'ਚ ਕਿਉਂ ਪਏ ਹੋ ਤੁਸੀਂ ਕਿਸ ਕਰਕੇ ਤੁਹਾਨੂੰ ਇਹ ਕਾਂ ਦੇ ਜੂਨ ਮਿਲੀ ਤੁਹਾਨੂੰ ਮੋਜ ਮਨ ਵਿਖਿਆ ਸਦੇਹ ਮਹਾਨਾ ਇਹ ਜਿਹੜੀ ਗੱਲ ਹੈ ਮੇਰੇ ਮਨ 'ਚ ਇੱਕ ਸੰਸਾ ਹੈ ਵੀ ਐਡੇ ਵੱਡੇ ਤੁਸੀਂ ਮਹਾਪੁਰਸ਼ ਹੋ ਮਹਾਰਾਜ ਗੁਰੂ ਨਾਨਕ ਨੇ ਵੀ ਕਿਹਾ ਵੀ ਤੁਸੀਂ ਵੱਡੇ ਹੋ
ਇਹ ਜਿਹੜੀ ਕ੍ਰੋਧ ਦੀ ਜਿਹੜੀ ਹੈ ਇਹ ਕਾਂ ਦੀ ਜੂਨ ਵਿੱਚ ਕਿਉਂ ਹੋ ਤੁਸੀਂ? ਉੱਤਰ ਦੀਜੈ ਭੋ ਗੁਣਵਾਨਾ। ਕਹਿਣ ਲੱਗੇ ਹੇ ਗੁਣਵਾਨ ਗੁਣਾ ਵਾਲੇ ਮੈਨੂੰ ਇਹਦਾ ਉੱਤਰ ਦੇ ਦਿਓ, ਮੈਨੂੰ ਆਨਸਰ ਦੇ ਦਿਓ, ਮੈਂ ਇਹ ਪੁੱਛਣਾ ਚਾਹੁੰਦਾ ਹਾਂ। ਬਾਨੀ ਕਾਕ ਪਸੁੰਡ ਅਲਾਈ। ਉਸ ਵੇਲੇ ਕਾਕ ਪਸੁੰਡ ਨੇ ਇਹ ਗੱਲ ਕਹੀ ਭਾਈ ਬਾਲੇ ਦਾ ਕੁਐਸਚਨ ਸੁਣ ਕੇ। ਸੁਣ ਜਿਉ ਬਾਇਸ ਦੇਹੀ ਪਾਈ। ਚਾਹੀ ਕਹਿੰਦਾ ਸੁਣ ਹੁਣ ਮੈਨੂੰ ਇਹ ਬਾਇਸ ਇਹ ਕਾਂ ਦੀ ਜੂਨ ਕਿਸ ਤਰ੍ਹਾਂ ਮਿਲੀ? ਦੋਹਰਾ ਏਕ ਜਨਮ ਮੈਂ ਸੂਦਰ ਭਾਸ ਕਹਿਣਗੇ- ਸੇਵਾ ਮਨ ਲਾਏ। ਇੱਕ ਵਾਰ ਕਹਿੰਦਾ ਮੇਰਾ ਜਨਮ ਸੂਦਰਾਂ ਦੇ ਘਰ ਵਿੱਚ ਹੋਇਆ, ਮੈਂ ਸੂਦਰਾਂ ਦੇ ਘਰ ਵਿੱਚ ਮੈਂ ਜਨਮ ਲਿਆ। ਕਹਿ ਉਸ ਵੇਲੇ ਨਾ ਮੈਂ ਸ਼ਿਵਾ ਨੂੰ ਗੁਰੂ ਧਾਰਨ ਕੀਤਾ, ਮੈਂ ਸ਼ਿਵਾ ਦੀ ਪੂਜਾ ਕਰਿਆ ਕਰਦਾ ਸੀ, ਮੈਂ ਸ਼ਿਵਾ ਦਾ ਪੁਜਾਰੀ ਸੀ। ਕਰੋ ਬਿਸਨ ਸੋ ਦਰੋਹ ਤਬ ਬਿਨ ਭਵ ਜਾਨ ਨਾ ਕਾਏ। ਤੇ ਮੈਂ ਹਮੇਸ਼ਾ ਨਾ ਸ਼ਿਵਾ ਦੀ ਇੰਨੀ ਪੂਜਾ ਕਰਦਾ ਸੀ, ਮੈਂ ਇੰਨਾ ਜਿਹੜਾ ਹੈ ਸ਼ਿਵਾ ਨੂੰ ਮੰਨਦਾ ਸੀ ਤੇ ਮੈਂ ਵਿਸ਼ਨੂੰ ਦਾ ਮੈਂ ਵਿਸ਼ਨੂੰ ਦਾ ਨਾਂ ਜਿਹੜਾ ਹੈ ਬਿਲਕੁਲ ਸੁਣਨਾ ਨਹੀਂ ਚਾਹੁੰਦਾ ਸੀ। ਮੈਂ ਬੜਾ ਦੁਆਇਕ ਕੀਤਾ ਉਹਨਾਂ ਨਾਲ, ਮੈਂ ਬੜਾ ਵੈਰ ਕਮਾਇਆ ਵਿਸ਼ਨੂੰ ਦੇ ਨਾਲ, ਮੈਨੂੰ ਵਿਸ਼ਨੂੰ ਬਿਲਕੁਲ ਨਹੀਂ ਚੰਗਾ ਲੱਗਦਾ ਸੀਗਾ। ਬਿਨ ਭਾਵ ਜਾਣ ਨਾ ਕੋਏ, ਕਹਿੰਦੇ ਕਿ ਮੈਂ ਸ਼ਿਵਾ ਤੋਂ ਬਗੈਰ ਹੋਰ ਕਿਸੇ ਨੂੰ ਵੱਡਾ ਨਹੀਂ ਜਾਣਦਾ ਸੀ। ਮੇਰੇ ਵਾਸਤੇ ਵਿਸ਼ਨੂੰ ਜਿਹੜਾ ਕੁਝ ਵੀ ਨਹੀਂ ਸੀ, ਮੈਂ ਨਿੰਦਿਆ ਕਰਦਾ ਹੁੰਦਾ ਸੀ ਵਿਸ਼ਨੂੰ ਦੀ। ਚੌਪੇ ਰਹੋ ਅਯੁੱਧਿਆਪੁਰ ਕੇ ਮਾਹੀ। ਕਹਿੰਦਾ ਮੈਂ ਰਹਿੰਦਾ ਸੀ ਕਿੱਥੇ? ਅਯੁੱਧਿਆ ਵਿੱਚ, ਜਿਹੜਾ ਅਯੁੱਧਿਆ ਵਿੱਚ ਮੈਂ ਰਹਿਣ ਵਾਲਾ ਸੀ। ਭਾ ਦੁਰਭਿਖ ਕਾਲ ਇਕ ਤਾਹੀ। ਕਹਿਣ ਕਹਿਣ ਲੱਗੇ ਇੱਕ ਵਾਰ ਕੀ ਹੋਇਆ, ਕਾਲ ਪੈ ਗਿਆ ਅਯੁੱਧਿਆ ਵਿੱਚ, ਮਤਲਬ ਮੀਂਹ ਨਾ ਆਇਆ, ਮੀਂਹ ਨਾ ਆਉਣ ਕਰਕੇ ਕਾਲ ਪੈ ਗਿਆ, ਸਾਰੇ ਕਿਤੇ ਡਰਾਊਟ ਹੋ ਗਈ ਬਹੁਤ ਜ਼ਿਆਦੇ। ਉੱਠ ਕਰ ਤਹ ਤੇ ਗਇਓ ਉਜੈਨਾ। ਮੈਂ ਉੱਥੋਂ ਉੱਠ ਕਰਕੇ ਅਯੁੱਧਿਆ ਤੋਂ ਮੈਂ ਉਜੈਨ ਨੂੰ ਚਲਿਆ ਗਿਆ। ਮੈਂ ਉਜੈਨ ਜਾ ਕੇ ਰਹਿ ਵਿਪਰ ਤਹ ਇੱਕ ਮਨ ਚੈਨਾ। ਤੇ ਇੱਕ ਉੱਥੇ ਵਿਪਰ ਸੀ, ਬ੍ਰਾਹਮਣ ਸੀਗਾ, ਜਿਹਨੂੰ ਦੇਖ ਕਰਕੇ ਕਹਿੰਦਾ ਮੇਰਾ ਮਨ ਚੈਨਾ, ਮੇਰੇ ਮਨ 'ਚ ਚੈਨ ਆ ਗਿਆ। ਮਤਲਬ ਉਹ ਜਿਹੜਾ ਬ੍ਰਾਹਮਣ ਸੀਗਾ ਨਾ ਕਾਫੀ ਚੰਗਾ ਸੀਗਾ, ਕਮਾਈ ਵਾਲਾ ਸੀਗਾ, ਭਜਨ ਸਿਮਰਨ ਵਾਲਾ ਸੀਗਾ। ਕਹਿੰਦਾ ਮੈਨੂੰ ਉਹ ਚੰਗਾ ਲੱਗਿਆ। ਦ્વੈਤ ਬਾਸਨਾ ਜਿਨ ਸਭ ਨਾਸੀ। ਕਹਿੰਦੇ ਕਿ ਜਿਹਦੇ ਅੰਦਰ ਦ્વੈਤ ਭਾਵਨਾ ਵਾਸ਼ਨਾ ਜਿਹੜੀਆਂ ਡਿਜ਼ਾਇਰ ਸਨ, ਜਾਂ ਉਹਨਾਂ ਦੇ ਅੰਦਰ ਜਿਹੜੀ ਦ્વੈਤ ਭਾਵਨਾ ਵੀ ਇਹ ਹੋਰ ਆ ਇਹ ਹੋਰ ਆ, ਉਹਨੂੰ ਦ્વੈਤ ਭਾਵਨਾ ਕਹਿੰਦੇ ਹਨ। ਉਹਦੇ ਵਿੱਚ ਬਿਲਕੁਲ ਨਾ ਸੀ, ਉਹ ਇੱਕ ਪਰਮਾਤਮਾ ਨੂੰ ਮੰਨਣ ਵਾਲਾ ਸੀ ਉਹ ਬ੍ਰਾਹਮਣ। ਗੁਰੂ ਕੀਓ ਮੈਂ ਸੋ ਪੁਰਬਾਸੀ। ਮੈਂ ਕੀ ਕੀਤਾ, ਮੈਂ ਉਜੈਨ ਦਾ ਵਿੱਚ ਰਹਿੰਦਿਆਂ ਹੋਇਆਂ ਮੈਂ ਉਹਨੂੰ ਆਪਣਾ ਗੁਰੂ ਬਣਾ ਲਿਆ, ਉਹ ਬ੍ਰਾਹਮਣ ਨੂੰ ਮੈਂ ਆਪਣਾ ਗੁਰੂ ਧਾਰਨ ਕਰ ਲਿਆ। ਜਿਸਨ ਭਗਤ ਕਹਿ ਕੈ ਸੋ ਦ੍ਰਿੜਾਵੈ। ਕਹਿਣ ਲੱਗੇ ਜਦੋਂ ਮੈਨੂੰ ਉਹਨੇ ਉਪਦੇਸ਼ ਦਿੱਤਾ ਨਾ, ਉਹ ਬ੍ਰਾਹਮਣ ਨੇ, ਉਹ ਮੈਨੂੰ ਵਿਸ਼ਨੂੰ ਦਾ ਉਪਦੇਸ਼ ਦਿੰਦਾ ਸੀ। ਉਹ ਮੁੜ ਕੇ ਮੈਨੂੰ ਵਿਸ਼ਨੂੰ ਦਾ ਹੀ ਉਪਦੇਸ਼ ਦੇਈ ਗਿਆ ਵੀ ਤੂੰ ਵਿਸ਼ਨੂੰ ਨੂੰ ਮੰਨ, ਵਿਸ਼ਨੂੰ ਇਹ ਹੈ, ਵਿਸ਼ਨੂੰ ਉਹ ਹੈ। ਕਹਿੰਦੇ ਉਹ ਵਿਸ਼ਨੂੰ ਦਾ ਪੁਜਾਰੀ ਸੀਗਾ, ਉਹ ਵਿਸ਼ਨੂੰ ਨੂੰ ਮੰਨਣ ਵਾਲਾ ਸੀਗਾ। ਕਹਿੰਦੇ ਮੈਨੂੰ ਉਹਨੇ ਹਮੇਸ਼ਾ ਵਿਸ਼ਨੂੰ ਦਾ ਹੀ ਉਪਦੇਸ਼ ਦਿੱਤਾ। ਸੁਣ ਮੇਰੋ ਹਿਰਦਾ ਜਰ ਜਾਵੈ। ਜਦੋਂ ਮੈਂ ਵਿਸ਼ਨੂੰ ਦਾ ਨਾਮ ਸੁਣਦਾ ਸੀ ਨਾ, ਕਹਿੰਦਾ ਮੇਰਾ ਮਨ ਸੜ ਜਾਂਦਾ ਸੀਗਾ ਵੀ ਇਹ ਕਿੱਥੇ ਨਾਂ ਲੈ ਲਿਆ ਵਿਸ਼ਨੂੰ ਦਾ। ਕਹਿੰਦਾ ਮੈਂ ਤਾਂ ਉਹਦੇ ਨਾਲ ਵੈਰ ਕਰਦਾ ਸੀ ਵਿਸ਼ਨੂੰ ਨਾਲ, ਤੇ ਪੂਜਾ ਮੈਂ ਸ਼ਿਵ ਦੀ ਕਰਦਾ ਸੀ। ਭਵ ਕੀ ਭਗਤ ਸਦਾ ਔਰ ਭਾਉ। ਕਹਿਣ ਲੱਗੇ ਦੇਖੋ ਭਵ ਕੀ ਭਗਤ ਸਦਾ ਔਰ ਭਾਉ, ਹਿਰਦੇ ਵਿੱਚ ਮੈਨੂੰ ਉਹੀ ਪਾਉਂਦਾ ਸੀ ਜੋ ਸ਼ਿਵਾ ਦੀ ਪੂਜਾ ਕੋਈ ਕਰੇ, ਸ਼ਿਵਾ ਨੂੰ ਕੋਈ ਚੰਗਾ ਕਵੇ, ਸ਼ਿਵਾ ਦੀ ਜਿਹੜੀ ਪ੍ਰੇਜ਼ ਕਰੇ ਉਹੀ ਮੈਨੂੰ ਚੰਗੀ ਲੱਗਦੀ ਸੀ। ਵਿਸ਼ਨ ਨਾਮ ਸੁਨ ਮਨ ਖੁਨਸਾਉ। ਵਿਸ਼ਨੂੰ ਦਾ ਨਾਮ ਸੁਣ ਕੇ ਤਾਂ ਮੈਨੂੰ ਗੁੱਸਾ ਚੜਦਾ ਸੀ ਜੀ। ਹਠ ਕਰ ਤੇ ਇੱਕੋ ਬਚਨ ਬਹੋਰੋ। ਪਰ ਕਹਿੰਦੇ ਹਠ ਕਰ, ਕਹਿੰਦੇ ਹਠ ਕਰ ਤੇ ਇੱਕੋ ਬਚਨ ਬਹੋਰੋਂ। ਕਹਿੰਦਾ ਮੈਂ ਉਹਨਾਂ ਦਾ ਬਚਨ ਨਾ ਮੋੜ ਦਿੰਦਾ ਸੀ, ਮੈਂ ਭਾਵੇਂ ਉਹ ਮੈਨੂੰ ਜੋਰ ਨਾਲ ਸੁਣਾ ਦਿੰਦੇ ਪਰ ਮੈਂ ਮਨ ਵਿੱਚੋਂ ਕੱਢ ਦਿੰਦਾ ਸੀ ਵੀ ਉਹੀ ਬੱਕ ਕਰਦਾ ਹੈ ਪੰਡਤ। ਜੋ ਕੁਛ ਕਹੈ ਸੋ ਸੁਣਿਓ ਨਾ ਲੋਰੋ। ਕਹਿਣ ਲੱਗੇ ਮੈਨੂੰ ਉਹ ਬਿਠਾ ਕੇ ਭਾਵੇਂ ਸੁਣਾਉਂਦਾ ਸੀ ਪਰ ਮੈਂ ਸੁਣਦਾ ਨਹੀਂ ਸੀ, ਮੈਂ ਆਪਣਾ ਧਿਆਨ ਹੋਰ ਕਿਤੇ ਜੋੜ ਲੈਂਦਾ ਸੀ, ਜਿਹੜਾ ਹੈ ਬੋਲ ਕੇ ਆਪੇ ਹਟ ਜਾਂਦਾ ਸੀ। ਦੋਹਰਾ ਅਨੇਕ ਭਾਂਤ ਉਪਦੇਸ਼ ਹੀ ਕੈਸੇ ਮਾਨੋ ਨਾ ਹੈ। ਦੇਖੋ ਉਹਨੇ ਮੈਨੂੰ ਕਈ ਪ੍ਰਕਾਰ ਦਾ ਉਪਦੇਸ਼ ਦਿੱਤਾ ਵੀ ਇਹ ਨਾਮ ਦੇ ਵਿੱਚ ਆਪਣੀ ਲਿਵ ਕਿਵੇਂ ਜੋੜਨੀ ਹੈ, ਉਹਨੇ ਮੈਨੂੰ ਬਹੁਤ ਕੁਝ ਸਿਖਾਇਆ। ਕੈਸੇ ਮਾਨੋ ਨਾ ਹੈ। ਕੈਸੇ, ਪਰ ਮੈਂ ਕਿਸੇ ਪ੍ਰਕਾਰ ਵੀ ਮੰਨਿਆ ਨਹੀਂ ਜੀ, ਉਹਦੀ ਗੱਲ ਨਹੀਂ ਮੈਂ ਮੰਨੀ। ਗਰਭਾਵੋ ਸਭ ਸਮਝ ਲੱਗ ਦੰਭ ਵਿਖੇ ਬਹੁ ਚਾਹੇ। ਮੈਂ ਬੜਾ ਹੰਕਾਰ ਕਰਦਾ ਸੀ, ਮੇਰੇ ਖਿਆਲ ਵੀ ਸ਼ਿਵ ਜੀ ਸਭ ਤੋਂ ਉੱਤਮ ਨੇ, ਉਤੋਂ ਥੱਲੇ ਹੀ ਨੇ। ਜੋ ਮੈਂ ਸ਼ਿਵ ਜੀ ਨੂੰ ਮੰਨ ਲਿਆ ਬਸ ਹੋ ਗਿਆ ਮੇਰਾ ਕੰਮ। ਕਹਿੰਦੇ ਗਰਭਾਵੋਂ ਸਭ ਸਮਝ ਲੱਗ ਵੀ ਸਾਰੇ ਛੋਟੇ ਨੇ, ਜਿਹੜਾ ਸ਼ਿਵ ਜੀ ਵੱਡਾ ਹੈ। ਦੰਭ ਵਿਖੇ ਬਹੁਤ ਚਾਹੇ, ਮੈਨੂੰ ਪਖੰਡ ਵਿੱਚ ਬੜਾ ਚਾਅ ਸੀਗਾ, ਮੈਂ ਲੋਕਾਂ ਨੂੰ ਪਖੰਡ ਦਿਖਾ ਕੇ ਮੈਨੂੰ ਬੜੀ ਖੁਸ਼ੀ ਹੁੰਦੀ ਸੀ। ਚੌਪੇ ਸਿਵ ਮੰਦਰ ਬੈਸਾ ਇੱਕ ਕਾਲਾ। ਇੱਕ ਵਾਰ ਕਹਿੰਦਾ ਮੈਂ ਜਾ ਕੇ ਸ਼ਿਵ ਜੀ ਦੇ ਮੰਦਿਰ ਵਿੱਚ ਬੈਠਾ ਸੀ। ਛਨ ਆਵਾ ਗੁਰੂ ਕਿਰਪਾਲਾ। ਕੀ ਹੋਇਆ, ਜਿਹੜਾ ਕਿਰਪਾ ਦਾ ਘਰ ਸੀ ਨਾ, ਮੇਰਾ ਗੁਰੂ ਜਿਹੜਾ ਪੰਡਤ ਬ੍ਰਾਹਮਣ ਮੈਂ ਗੁਰੂ ਬਣਾਇਆ ਸੀ, ਉਹ ਵੀ ਮੰਦਿਰ ਵਿੱਚ ਆ ਗਿਆ। ਮੈਂ ਮੰਦਿਰ ਵਿੱਚ ਪਹਿਲਾਂ ਦਾ ਪਹੁੰਚਿਆ ਹੋਇਆ ਸੀ ਤੇ ਮੈਂ ਬੈਠਾ ਸੀ। ਇਧਰੋਂ ਚੱਲ ਕੇ ਗੁਰੂ ਆ ਗਿਆ ਹੁਣ ਮੰਦਿਰ ਵਿੱਚ, ਸ਼ਿਵ ਜੀ ਦੇ ਮੰਦਿਰ 'ਚ। ਉੱਠ ਕਰ ਤਬ ਨਾ ਕੀਨ ਸਨਮਾਨਾ। ਕਹਿ ਲਗੇ ਮੈਂ ਉੱਠ ਕੇ ਨਾ ਆਪਣੇ ਗੁਰੂ ਦਾ ਸਤਿਕਾਰ ਨਹੀਂ ਕੀਤਾ, ਕਿਉਂਕਿ ਗੁਰੂ ਆਇਆ, ਮੇਰਾ ਫਰਜ਼ ਬਣਦਾ ਸੀ ਮੈਂ ਉੱਠ ਕੇ ਸਤਿਕਾਰ ਕਰਾਂ। ਮੈਂ ਹੰਕਾਰ 'ਚ ਬੈਠਾ ਰਿਹਾ,
ਮੈਂ ਕਿਹਾ ਮੈਂ ਨਹੀਂ ਉੱਠਦਾ, ਇਹ ਵਿਸ਼ਨੂੰ ਦਾ ਪੁਜਾਰੀ ਆ, ਮੈਂ ਨਹੀਂ ਇਹਨੂੰ ਮੰਨਦਾ। ਸੋ ਕਹਿੰਦਾ ਮੈਂ ਨਹੀਂ ਉੱਠਿਆ, ਸਿਰ ਨਾ ਨਿਵਾਇਓ ਗਰਭ ਮਹਾਨਾ। ਤੇ ਮੈਂ ਉਹਨੂੰ ਨਾ ਮੱਥਾ ਟੇਕਿਆ, ਨਾ ਮੈਂ ਉਹਨੂੰ ਐਕਨੋਲੇਜ ਕੀਤਾ, ਮੈਂ ਉਹਨੂੰ ਬਿਲਕੁਲ ਹੀ ਇਗਨੋਰ ਕੀਤਾ ਆਪਣੇ ਗੁਰੂ ਨੂੰ। ਮਾਨ ਅਮਾਨ ਏਕ ਸਮਤਾ ਕੇ। ਕਹਿਣਗੇ ਉਸ ਵੇਲੇ ਮਾਨ ਅਪਮਾਨ, ਕਹਿਣਗੇ ਪਰ ਉਹ ਮੇਰਾ ਗੁਰੂ ਜਿਹੜਾ ਸੀ ਨਾ, ਬ੍ਰਾਹਮਣ ਜਿਹੜਾ ਸੀ, ਉਹਨੂੰ ਕੋਈ ਸਤਿਕਾਰ ਦੇਵੇ ਚਾਹੇ ਬੇਇੱਜ਼ਤੀ ਕਰੇ ਨਾ, ਉਹਨੂੰ ਕੋਈ ਫਰਕ ਨਹੀਂ ਪੈਂਦਾ ਸੀ। ਉਹ ਮਾਨ ਅਪਮਾਨ ਨੂੰ ਇੱਕ ਜੈਸਾ ਹੀ ਜਾਣਦਾ ਸੀ। ਹਰਖ ਸੋਗ ਹਿਰਦੇ ਨਹਿ ਜਾ ਕੇ। ਉਹਦੇ ਵਿੱਚ ਨਾ ਖੁਸ਼ੀ ਸੀ ਨਾ ਕੋਈ ਗਮੀ ਸੀਗੀ, ਉਹ ਇਹ ਫੀਲਿੰਗ ਵਿੱਚੋਂ ਵੀ ਉੱਤੇ ਹੀ ਸੀਗਾ। ਸਮਦਰਸੀ ਨਹਿ ਬੋਲਿਓ ਸੋਈ। ਉਹਦੇ ਵਾਸਤੇ ਸਾਰੀ ਦੁਨੀਆ ਹੀ ਪਰਮਾਤਮਾ ਦਾ ਰੂਪ ਸੀ, ਵਿਸ਼ਨੂੰ ਰੂਪ ਸੀ। ਉਹਦੇ ਵਾਸਤੇ ਉਹ ਅੱਡ ਡਿਸਕ੍ਰਿਮੀਨੇਸ਼ਨ ਨਹੀਂ ਕਰਦਾ ਸੀਗਾ ਕੋਈ ਵੀ ਚੀਜ਼ ਵਿੱਚ। ਸੋ ਇੱਕ ਬਿਰਤੀ ਵਾਲਾ ਉਹ ਜਿਹੜਾ ਹੈ ਬ੍ਰਾਹਮਣ ਸੀ। ਘੇਰਾ ਗਿਰੀਸ ਭੌਨ ਤੇ ਹੋਈ। ਕਹਿਣਗੇ ਉਸ ਵੇਲੇ ਨਾ ਮੇਰੀ ਇਹ ਜਿਹੜੀ ਹੈ ਮੇਰਾ ਹੰਕਾਰ ਦੇਖ ਕੇ ਨਾ, ਕਹਿੰਦੇ ਸ਼ਿਵ ਜੀ ਦੇ ਮੰਦਿਰ ਵਿੱਚੋਂ ਸ਼ਿਵ ਜੀ ਬੋਲ ਪਿਆ ਮੇਰੇ ਨਾਲ। ਉਹ ਆਵਾਜ਼ ਆਈ, ਕਹਿੰਦੇ ਕੰਧਾਂ ਵਿੱਚੋਂ, ਦੁਸ਼ਟ ਨਰਕ ਅਬ ਪਰਿਏ ਜਾਈ। ਕਹਿਣਗੇ ਕੀ ਹੋਇਆ? ਸ਼ਿਵ ਜੀ ਮੈਨੂੰ ਕਹਿੰਦਾ ਹੇ ਦੁਸ਼ਟ ਤੂੰ ਨਰਕਾਂ ਵਿੱਚ ਪਏਗਾ। ਕਹਿੰਦਾ ਮੈਨੂੰ ਸ਼ਿਵ ਜੀ ਨੇ ਐਸਾ ਕਿਹਾ। ਬਹੁ ਤ੍ਰਿਗਤ ਬਹੁ ਜੋਨ ਭਰਮਾਈ। ਫੇਰ ਕਹਿੰਦਾ ਤੂੰ ਨਰਕਾਂ ਵਿੱਚ ਪੈ ਕੇ ਬਾਅਦ ਵਿੱਚ ਤੂੰ 84 ਲੱਖ ਜੂਨਾਂ ਵਿੱਚ ਜਾਏਗਾ, ਤੂੰ ਹਰ ਇੱਕ ਜੂਨ ਨੂੰ ਭੋਗੇਗਾ। ਭੋਗ ਅਵਗਿਆ ਕੋ ਦੁਖ ਭਾਰੀ। ਹਾਂ, ਇਹ ਨਿਰਾਦਰ ਦਾ ਤੈਨੂੰ ਇਹ ਸਜ਼ਾ ਮਿਲੀ ਕਿ ਤੂੰ ਸਾਰੇ ਹੀ ਜੂਨਾਂ 'ਚ ਦੁੱਖ ਪਾਏਗਾ, ਹਰ ਇੱਕ ਜੂਨ ਵਿੱਚ ਤੂੰ ਤੜਫੇਗਾ। ਜਗ ਦੰਬੀ ਤੂੰ ਹਿਰਦੇ ਹੰਕਾਰੀ। ਕਹਿਣਗੇ ਤੂੰ ਜੱਗ ਵਿੱਚ ਪਖੰਡੀ ਹੈ ਤੇ ਜਿਹੜਾ ਹਨ ਹਿਰਦੇ ਵਿੱਚ ਤੂੰ ਹੰਕਾਰੀ ਹੈ। ਤੂੰ ਹੰਕਾਰ ਕਰਦਾ ਲਾਲੀ ਪਖੰਡ ਕਰਦਾ ਹਾਂ। ਦੋਹਰਾ ਕਰੇ ਬਿਸ਼ਨ ਸੋ ਦਰੋਹ ਤੂੰ ਗੁਰੂ ਨਿਰਾਦਰ ਕੀਨ। ਦੇਖੋ ਕਰੇ ਬਿਸ਼ਨ, ਤੂੰ ਵਿਸ਼ਨੂੰ ਦੇ ਨਾਲ ਦਰੋਹ ਕਰਦਾ ਹੈ। ਸ਼ਿਵ ਜੀ ਕਹਿੰਦਾ ਮੈਂ ਵੀ ਤਾਂ ਉਹਦਾ ਹੀ ਧਿਆਨ ਜੋੜਦਾ ਹੈ, ਮੈਂ ਵਿਸ਼ਨੂੰ ਦਾ ਧਿਆਨ ਜੋੜਦਾ, ਵਿਸ਼ਨੂੰ ਮੇਰਾ ਧਿਆਨ ਜੋੜਦਾ ਹੈ। ਕਹਿੰਦੇ ਇਸ ਕਰਕੇ ਤੂੰ ਮੇਰੇ ਗੁਰੂ ਦਾ ਨਿਰਾਦਰ ਕਰੀ ਜਾਂਦਾ। ਸ਼ਿਵ ਜੀ ਕਹਿੰਦਾ ਜਿਹਨੂੰ ਮੈਂ ਗੁਰੂ ਧਾਰਨ ਕੀਤਾ ਹੋਇਆ ਹੈ। ਤੇ ਕਹਿੰਦੇ ਉਲਟਾ ਜਿਹੜਾ ਦੂਜੀ ਗੱਲ ਹੈ ਗੁਰੂ ਨਿਰਾਦਰ ਕੀਨ, ਸ਼ਿਵ ਜੀ ਕਹਿੰਦਾ ਮੇਰੇ ਗੁਰੂ ਦਾ ਨਿਰਾਦਰ ਤੂੰ ਕੀਤਾ ਤੇ ਤੂੰ ਆਪਦੇ ਗੁਰੂ ਦਾ ਵੀ ਨਿਰਾਦਰ ਕੀਤਾ, ਉਹਦਾ ਵੀ ਤੂੰ ਸਤਿਕਾਰ ਨਾ ਕੀਤਾ। ਜਾਂ ਤੇ ਯਮ ਡੰਡਾ ਸਹੋ ਹੋਵੋ ਕਸਤ ਅਧੀਨ। ਕਹਿੰਦੇ ਜਾਂ ਤੇ ਇਸ ਕਰਕੇ ਤੈਨੂੰ ਜਮਾਂ ਦਾ ਦੰਡ ਸਹਿਣਾ ਪੈਣਾ, ਡੰਡੇ ਪੈਣੇ ਤੇਰੇ ਸਿਰ ਤੇ, ਤੈਨੂੰ ਉਹਨਾਂ ਦੀ ਮਾਰ ਸਹਿਣੀ ਪੈਣੀ ਹੈ। ਹੋਵੇ ਕਸ਼ਟ, ਤੈਨੂੰ ਬਹੁਤ ਜ਼ਿਆਦਾ ਕਸ਼ਟ ਹੋਵੇਗਾ, ਤੂੰ ਅਧੀਨ, ਤੂੰ ਉਹ ਪੇਨ ਦੇ ਵਿੱਚ, ਉਹ ਪੀੜਾਂ ਦੇ ਵਿੱਚ ਅਧੀਨ ਹੋ ਜਾਏਗਾ। ਚੌਪੇ ਸੁਨਿਓ ਸਰਾਪ ਜਬ ਜੋ ਗੁਰ ਮੋਰਾ। ਜਦੋਂ ਇਹ ਸਰਾਪ ਕਹਿੰਦਾ ਮੈਂ ਸੁਣਿਆ ਆਪਣੇ ਕੰਨਾਂ ਵਿੱਚ, ਤੇ ਦੇਣ ਵਾਲਾ ਕੌਣ? ਮੇਰਾ ਹੀ ਜਿਹੜਾ ਇਸ਼ਟ ਹੈ ਸ਼ਿਵ ਜੀ। ਮੈਂ ਉਹ ਤੋਂ ਜਦੋਂ ਐਸਾ ਸੁਣਿਆ, ਭਈ ਦਇਆ ਤੇ ਸੰਭ ਨੇ ਹੋਰਾ। ਕਹਿੰਦੇ ਕਿ ਜਦੋਂ ਸ਼ਿਵ ਜੀ ਨੇ ਐਸੀ ਜਿਹੜਾ ਹੈ ਮੈਨੂੰ ਕਿਹਾ ਤਾਂ ਉਸ ਵੇਲੇ ਕਹਿੰਦੇ ਬੇਨਤੀ ਵਿੱਚ ਆਏ, ਬੇਨਤੀ ਕੀਤੀ। ਅਨੇਕ ਭਾਂਤ ਕੀ ਉਸਤਤ ਠਾਨੀ। ਉਸ ਵੇਲੇ ਜਿਹੜਾ ਹੈ ਕਹਿੰਦੇ ਮੇਰਾ ਜਿਹੜਾ ਗੁਰੂ ਸੀ ਨਾ, ਉਹਨੇ ਵੀ ਸੁਣ ਲਿਆ, ਉਹਨੇ ਵੀ ਮੇਰੇ ਵਾਸਤੇ ਜਾ ਕੇ ਬੇਨਤੀ ਕੀਤੀ ਸ਼ਿਵ ਜੀ ਨੂੰ ਵੀ, ਇਹ ਤਾਂ ਬਹੁਤ ਵੱਡਾ ਤੁਸੀਂ ਇਹਨੂੰ ਦੇ ਦਿੱਤਾ ਸ਼ਰਾਪ। ਹਾਂਜੀ, ਤੇ ਕਹਿੰਦੇ ਉਹ ਵਿਚਾਰਾ ਜਿਹੜਾ ਸੀ ਚੰਗਾ ਸੀਗਾ, ਸੋ ਉਹਨੇ ਵੀ ਮੇਰੇ ਵਾਸਤੇ ਬੇਨਤੀ ਕੀਤੀ, ਜਾ ਕੇ ਬੜੀ ਉਸਤਤ ਗਾਈ। ਕਹਿੰਦਾ ਮੇਰਾ ਗੁਰੂ ਖੜ ਕੇ ਸ਼ਿਵ ਜੀ ਦੀ ਉਸਤਤ ਗਾਉਣ ਲੱਗ ਪਿਆ। ਹਾਂਜੀ, ਫਿਰ ਚੰਦਰ ਚੂੜ ਬੋਲੇ ਪੁਨ ਬਾਨੀ। ਉਸ ਵੇਲੇ ਸ਼ਿਵ ਜੀ ਫਿਰ ਬੋਲ ਪਿਆ। ਚੰਦਰ ਚੂੜ ਹੁੰਦਾ ਸ਼ਿਵ ਜੀ ਦਾ ਨਾਮ ਹੈ। ਕਹਿੰਦੇ ਹੁਣ ਉਹ ਸ਼ਿਵ ਜੀ ਬੋਲੇ ਜੀ, ਇਹ ਨਿਜ ਤੋਰ ਦਇਆ ਕਰ ਜਾਂ ਕੋ। ਕਹਿਣ ਲੱਗੇ ਹੇ ਪੰਡਤ ਦੇਖ ਲੈ, ਇਹਨੇ ਤੇਰੀ ਬੇਇੱਜ਼ਤੀ ਕੀਤੀ ਤੇ ਤੂੰ ਫਿਰ ਇਹਦੇ ਵਾਸਤੇ ਬੇਨਤੀ ਕਰਦਾ, ਤੂੰ ਫਿਰ ਵੀ ਆਪਣਾ ਸ਼ਿਸ਼ ਜਾਣ ਕੇ ਤੂੰ ਫਿਰ ਵੀ ਇਹਦਾ ਭਲਾ ਮਨਾਉਂਦਾ ਹੈ। ਉਹ ਸ਼ਿਵ ਜੀ ਦੇ ਮਨ 'ਚ ਦਇਆ ਆਈ। ਕਹਿੰਦੇ ਹੇ ਦਿਜ ਤੋਰ ਦਇਆ ਕਰ ਜਾਂ ਕੋ। ਕਹਿੰਦੀ ਤੇਰੀ ਦਇਆ ਕਰਕੇ, ਕਹਿੰਦਾ ਇਹਦੇ ਕਰਕੇ ਨਹੀਂ, ਮੈਂ ਤੇਰੇ ਕਰਕੇ, ਪੰਡਤ ਨੂੰ ਕਹਿੰਦੇ ਬ੍ਰਾਹਮਣ ਨੂੰ, ਮੈਂ ਤੇਰੇ ਕਰਕੇ। ਸ਼ਿਵ ਜੀ ਕਹਿੰਦਾ ਸਰਬ ਜਨਮ ਕੀ ਸੁਧ ਰਹਿ ਤਾਂ ਕੋ। ਇੱਕ ਗੱਲ ਹੋਵੇਗੀ, ਇਹ ਨਰਕਾਂ ਵਿੱਚ ਵੀ ਪਏਗਾ, ਇਹ ਜੁਨਾਂ ਵਿੱਚ ਵੀ ਜਾਏਗਾ, ਪਰ ਕਹਿੰਦੇ ਹੇ ਬ੍ਰਾਹਮਣ ਤੇਰੇ ਕਰਕੇ ਇਹਨੂੰ ਖਬਰ ਰਹੂਗੀ, ਮਤਲਬ ਇਹਨੂੰ ਚੇਤਾ ਰਹੂਗਾ ਹਰ ਇੱਕ ਜੂਨ ਦਾ, ਇਹਨੂੰ ਨੌਲੇਜ ਰਹੇਗਾ, ਇਹ ਭੁੱਲੇਗਾ ਨਹੀਂ। ਸੋ ਕਹਿੰਦੇ ਹਰ ਇੱਕ ਜੂਨ 'ਚ ਇਹਨੂੰ ਪਤਾ ਹੋਊਗਾ ਮੇਰੀ ਜਿਹੜਾ ਪਹਿਲੀਆਂ ਜੂਨਾਂ ਕਿਹੜੀਆਂ ਸੀ, ਇਹਨੂੰ ਇਹ ਵੀ ਗਿਆਨ ਰਹੇਗਾ ਮੈਨੂੰ ਇਹ ਜੂਨ ਕਿਉਂ ਮਿਲੀ, ਮੇਰੀ ਗਲਤੀ ਕੀ ਹੋਈ। ਹਰ ਇੱਕ ਜੂਨ ਵਿੱਚ ਇਹ ਚੇਤੇ ਰੱਖੇਗਾ, ਇਹ ਗੱਲਾਂ ਇਹਨੂੰ ਯਾਦ ਰਹਿਣਗੀਆਂ। ਬਿਰਥਾ ਨਾ ਸਰਾਪ ਹੋਤ ਹੈ ਮੋਰਾ। ਪਰ ਕਹਿੰਦੇ ਬਿਰਥਾ ਨਹੀਂ ਹੋਣਾ ਮੇਰਾ ਸਰਾਪ, ਜੋ ਮੈਂ ਕਹਤਾ ਸ਼ਿਵ ਜੀ ਕਹਿੰਦਾ ਹੋ ਜਾਣਾ। ਇਹ ਜਾਏਗਾ ਤਾਂ ਉੱਥੇ ਨਰਕਾਂ 'ਚ ਜਾਏਗਾ, 83 ਲੱਖ ਜੂਨਾਂ 'ਚ ਜਾਏਗਾ। ਸਹਿ ਨਰਕ ਮਹਿ ਇਹ ਦੁੱਖ ਘੋਰਾ। ਇਹ ਨਰਕ 'ਚ ਜਾ ਕੇ ਬਹੁਤ ਘੋਰ ਨਰਕ 'ਚ ਜਾਏਗਾ, ਉੱਥੇ ਬਹੁਤ ਜ਼ਿਆਦਾ ਜਿਹੜਾ ਇੰਟੈਂਸ ਪੇਨ ਵਾਲੇ ਸਜ਼ਾਵਾਂ ਨੂੰ ਭੁਗਤੇਗਾ। ਪਰਿਓ ਤਬ ਹੈ ਮੈਂ ਨਰਕ ਮੰਝਾਰੀ। ਕਹਿਣਗੇ ਪਰਿਓ ਤਬ ਹੈ। ਸੋ ਕਾਗ ਪਸੰਦ ਕਹਿੰਦਾ ਸ਼ਿਵ ਜੀ ਨੇ ਕਹਿਤਾ ਮੈਂ ਪੜ ਗਿਆ ਜੀ ਨਰਕਾਂ ਵਿੱਚ, ਮੈਨੂੰ ਭੇਜਤਾ ਜੀ ਨਰਕਾਂ ਵਿੱਚ। ਮਿਲੀ ਸਾਸਨਾ ਮੋਕੋ ਭਾਰੀ। ਮੈਨੂੰ ਬਹੁਤ ਜ਼ਿਆਦਾ ਉੱਥੇ ਸਜ਼ਾ ਮਿਲੀ,
ਬਹੁਤ ਕੁੱਟਿਆ ਮਾਰਿਆ ਮੈਨੂੰ ਸਾਰਾ ਗਿਆਨ ਹੈ ਕਿ ਸ਼ਿਵ ਜੀ ਦਾ ਬਚਨ ਸੀਗਾ ਵੀ ਮੈਨੂੰ ਯਾਦ ਰਹੇਗਾ। ਮੇਰੀ ਬੜੀ ਕੁੱਟ ਪਈ ਜੀ ਉੱਥੇ। ਘਰ ਕੈ ਬਿਖੈ ਪਰੀ ਜਮ ਫਾਸਾ। ਕਹਿੰਦੇ ਗਲੇ ਵਿੱਚ ਜਮਾਂ ਦੀ ਫਾਸ ਪੈ ਗਈ, ਨਾ ਛੁੱਟਦੀ ਸੀ ਨਾ ਮੈਂ ਕਿਤੇ ਜਾ ਸਕਦਾ ਸੀ। ਸਾਰੀਆਂ ਪੀੜਾਂ ਮੈਨੂੰ ਸਹਾਰਨੀਆਂ ਪਈਆਂ ਨਰਕਾਂ ਦੀਆਂ। ਬੀਤਿਓ ਕਾਲ ਕਿਤ ਤਬਹਿ ਨਿਕਾਸਾ। ਜਦੋਂ ਮੇਰੀ ਸਜ਼ਾ ਪੂਰੀ ਹੋ ਗਈ ਨਰਕਾਂ ਦੇ ਵਿੱਚ ਤਾਂ ਮੈਨੂੰ ਨਰਕਾਂ ਚੋਂ ਕੱਢਿਆ ਗਿਆ। ਦੋਹਰਾ 84 ਲੱਖ ਜੋਨ ਪੁਨ ਭਰਮਿਓ ਸਭ ਕੇ ਮਾਹੇ। ਦੇਖੋ ਮੈਂ 84 ਲੱਖ ਜੋਨ ਫੁੱਲ ਪੈਕੇਜ ਭੁਗਤੀ ਹੈ। ਮਤਲਬ ਸਾਰੀਆਂ ਜੂਨਾਂ ਜਿੰਨੀਆਂ 8.4 ਮਿਲੀਅਨ ਹਨ, 8.4 ਮਿਲੀਅਨ ਸਪੀਸੀਜ਼ ਦੇ ਵਿੱਚ ਮੈਂ ਜਨਮ ਲਿਆ। ਇੱਕ ਇੱਕ ਜੂਨ ਵਿੱਚ ਮੈਂ ਗਿਆ। ਅਸ ਸਰੀਰ ਨਹਿ ਕੋ ਰਹਿਓ ਜਿਹ ਮੈਂ ਜਨਮਿਓ ਨਾਹੇ। ਇਹ ਜਿਹਾ ਕੋਈ ਸਰੀਰ ਬਣਿਆ ਹੀ ਨਹੀਂ ਦੁਨੀਆ ਦਾ ਜਿਹਦੇ ਵਿੱਚ ਮੈਂ ਨਾ ਗਿਆ ਹੋਵਾਂ। ਮੈਂ ਸਾਰੀਆਂ ਭੁਗਤੀਆਂ ਹਨ। ਮੈਂ ਸਾਰੀਆਂ ਜੂਨਾਂ ਦੇਖੀਆਂ ਜੀ, ਕਿਵੇਂ ਜੜ ਹੋਈਆਂ, ਜੰਗਮ ਹੋਈਆਂ, ਚੇਤਨ ਹੋਈਆਂ, ਸਾਰੀਆਂ ਮੈਂ ਭੁਗਤੀਆਂ ਹਨ। ਪ੍ਰੇਤ ਜੂਨ ਹੋਈ, ਸਾਰੀਆਂ ਭੁਗਤ ਲੀਆਂ। ਚੌਪੇ ਬਹਰੋ ਵਿਪਰ ਜਨਮ ਕੋ ਪਾਵਾ। ਫੇਰ ਕਹਿੰਦਾ ਮੇਰਾ ਉਸ ਤੋਂ ਬਾਅਦ ਸਾਰੀਆਂ 8.4 ਮਿਲੀਅਨ ਜੂਨਾਂ ਭੁਗਤ ਕੇ ਮੇਰਾ ਫਿਰ ਇੱਕ ਬ੍ਰਾਹਮਣ ਦੇ ਘਰ ਵਿੱਚ ਜਨਮ ਹੋਇਆ। ਮਨੁੱਖਾ ਜਨਮ ਮੈਨੂੰ ਫੇਰ ਮਿਲਿਆ। ਸਰਬ ਜਨਮ ਕੀ ਸੁਧ ਮੋਹਿ ਰਹੀ। ਪਰ ਦੇਖੋ ਮੈਨੂੰ ਸਾਰੀਆਂ ਜਨਮਾਂ ਦੀ ਸੁਧ ਰਹੀ। ਨਰਕਾਂ ਤੋਂ ਲੈ ਕੇ 8.4 ਮਿਲੀਅਨ ਜੂਨਾਂ ਦਾ ਸਾਰਾ ਮੈਨੂੰ ਗਿਆਨ ਹੈ। ਮੈਂ ਸਾਰੀਆਂ ਹੀ ਦੇਖ ਲੀਆਂ। ਸਿਵ ਕੋ ਸਰਾਪ ਸੋ ਬਰ ਭਾ ਸਹੀ। ਕਹਿਣ ਲੱਗੇ ਜੋ ਸ਼ਿਵ ਜੀ ਨੇ ਮੈਨੂੰ ਸ਼ਰਾਪ ਦਿੱਤਾ ਉਹ ਸਹੀ ਰਿਹਾ, ਉਵੇਂ ਹੀ ਹੋਇਆ ਜਿਵੇਂ ਉਹਨਾਂ ਨੇ ਕਿਹਾ ਸੀ। ਇੱਕ ਦਿਵਸ ਲੋਮਸ ਰਿਖ ਪਾਹੀ। ਕਹਿਣਗੇ ਇੱਕ ਦਿਨ ਕੀ ਹੋਇਆ, ਲੋਮਸ ਰਿਸ਼ੀ, ਜੋ ਲੋਮਸ ਰਿਸ਼ੀ ਹੈ ਕਹਿੰਦੇ ਇਹ ਇੱਕ ਰਿਸ਼ੀ ਦਾ ਨਾਂ ਹੈ। ਇਹਦੀ ਵੀ ਇੱਕ ਹਿਸਟਰੀ ਹੈ, ਚਲੋ ਇਹਦਾ ਜਿਹੜਾ ਹੈ ਆਪਾਂ ਬਾਅਦ ਚ ਕਰਾਂਗੇ। ਕਹਿੰਦੇ ਇਹ ਜਿਹੜਾ ਲੋਮਸ ਰਿਸ਼ੀ ਸੀਗਾ ਨਾ, ਇਹ ਆਇਆ ਜੀ। ਬੈਠਿਓ ਸੁਨਨ ਬਚਨ ਚਿਤ ਚਾਹੀ। ਕਹਿਣ ਲੱਗੇ ਬੈਠਿਓ, ਮੈਂ ਉਹਨਾਂ ਕੋਲ ਜਾ ਕੇ ਉਹਨਾਂ ਕੋਲ ਬੈਠ ਗਿਆ ਤੇ ਉਹਨਾਂ ਦੇ ਬਚਨ ਸੁਣਨ ਵਾਸਤੇ, ਲੋਮਸ ਰਿਸ਼ੀ ਦੇ ਬਚਨ ਸੁਣਨ ਵਾਸਤੇ। ਆਪਨ ਮਨੋਰਥ ਮੈਂ ਜੋ ਸੁਣਾਵਾ। ਫਿਰ ਮੈਂ ਆਪਣਾ ਉਹਨਾਂ ਨੂੰ ਜਿਹੜਾ ਹੈ ਮੈਂ ਆਪਣੇ ਦਿਲ ਦੀ ਗੱਲ ਉਹਨਾਂ ਨੂੰ ਕਹੀ ਲੋਮਸ ਰਿਸ਼ੀ ਨੂੰ। ਤੇ ਨਿਰਗੁਣ ਉਪਦੇਸ਼ ਅਲਾਵਾ। ਉਹਨੇ ਮੈਨੂੰ ਨਿਰਗੁਣ ਦਾ ਉਪਦੇਸ਼ ਦਿੱਤਾ। ਹੁਣ ਦੇਖੋ ਨਾ, ਇੱਕ ਫਾਰਮਲੈਸ, ਨਿਰਗੁਣ ਦਾ ਫਾਰਮਲੈਸ। ਜਿਹੜਾ ਪਰਮਾਤਮਾ ਫਾਰਮਲੈਸ ਹੈ, ਕਹਿੰਦੇ ਲੋਮਸ ਨੇ ਮੈਨੂੰ ਉਹਦਾ ਉਪਦੇਸ਼ ਦਿੱਤਾ ਵੀ ਤੂੰ ਪਰਮਾਤਮਾ ਨੂੰ ਨਿਰਗੁਣ ਕਰਕੇ ਦੇਖ, ਵੀ ਉਹ ਸਰੂਪ ਤੋਂ ਰਹਿਤ ਹੈ। ਉਹਨੇ ਮੈਨੂੰ ਉਹ ਉਪਦੇਸ਼ ਦਿੱਤਾ। ਮਮ ਹਿਰਦੇ ਮਹਿ ਰੁਚੈ ਨਾ ਕੋ। ਪਰ ਮੇਰੇ ਹਿਰਦੇ ਵਿੱਚ ਨਾ ਉਹ ਚੰਗਾ ਨਹੀਂ ਲੱਗਿਆ। ਮੇਰਾ ਇੰਟਰਸਟ ਨਹੀਂ ਸੀਗਾ ਨਿਰਗੁਣ ਸਰੂਪ ਦਾ। ਮੈਂ ਨਿਰਗੁਣ ਸਰੂਪ ਤੇ ਬਹੁਤਾ ਇੰਟਰਸਟ ਨਹੀਂ ਲੈਂਦਾ ਸੀ, ਨਾ ਮੇਰਾ ਬਹੁਤਾ ਧਿਆਨ ਸੀਗਾ ਨਿਰਗੁਣ ਸਰੂਪ ਦਾ। ਬਹੁਤ ਭਾਂਤ ਸਮਝਾਵਤ ਸੋ। ਕਹਿੰਦੇ ਲੋਮਸ ਰਿਸ਼ੀ ਨੇ ਬੜੇ ਤਰੀਕਿਆਂ ਨਾਲ, ਬੜੇ ਮੈਥਡ, ਯਤਨ ਕੀਤੇ, ਜੁਗਤੀਆਂ ਵਰਤੀਆਂ ਮੈਨੂੰ ਸਮਝਾਉਣ ਵਾਸਤੇ। ਦੂਜੋ ਸਗੁਣ ਹੈ ਬਾਰੰਬਾਰ। ਮੈਂ ਮੁੜ ਮੁੜ ਕੇ ਉਹਨਾਂ ਨੂੰ ਇਹੀ ਸਵਾਲ ਕਰੀ ਗਿਆ ਵੀ ਸਰਗੁਣ ਰੂਪ ਦਾ ਦੱਸੋ ਜੀ, ਸਰਗੁਣ ਰੂਪ ਦਾ ਦੱਸੋ। ਮਤਲਬ ਜਿਹੜਾ ਫਾਰਮ ਦੇ ਵਿੱਚ ਹੈ, ਮੈਨੂੰ ਉਹਦੇ ਵਿੱਚ ਜ਼ਿਆਦਾ ਇੰਟਰਸਟ ਸੀਗਾ ਵੀ ਜਿਹੜਾ ਫਾਰਮ ਵਾਲਾ ਸਰੂਪ ਹੈ। ਮੈਂ ਸਰਗੁਣ ਦੀਆਂ ਗੱਲਾਂ ਮੁੜ ਮੁੜ ਕੇ ਉਹਨਾਂ ਨੂੰ ਪੁੱਛੀ ਗਿਆ। ਨਿਰਗੁਣ ਹੈ ਤਰਕਤ ਬਚਨ ਉਚਾਰੂ। ਕਹਿਣ ਲੱਗੇ ਮੈਂ ਉਹ ਨਿਰਗੁਣ ਦੇ ਜੋ ਵੀ ਉਹ ਕਹਿੰਦਾ ਸੀ ਨਾ, ਮੈਂ ਉਹਨੂੰ ਮੁੜ ਕੇ ਜਵਾਬ ਦੇ ਗਿਆ ਵੀ ਫਿਰ ਆ ਕਿਵੇਂ, ਫਿਰ ਉਹ ਕਿਵੇਂ, ਇਹ ਕਿਵੇਂ ਹੋ ਗਿਆ, ਉਹ ਕਿਵੇਂ ਹੋ ਗਿਆ। ਬਿਕੋਜ਼ ਨਿਰਗੁਣ ਆ ਨਾ, ਨਿਰਗੁਣ ਦੀਆਂ ਕਹਿੰਦਾ ਮੈਂ ਤਰਕਾਂ ਕਰਨ ਲੱਗ ਗਿਆ। ਮੈਂ ਬਹੁਤ ਜ਼ਿਆਦਾ ਸ਼ੰਕੇ ਉਠਾਉਣ ਲੱਗ ਗਿਆ। ਮੈਂ ਉਹਨਾਂ ਦੀਆਂ ਗੱਲਾਂ ਵਿੱਚੋਂ ਹੀ ਕੱਟਣ ਲੱਗ ਗਿਆ ਵੀ ਉਹ ਬੋਲਦੇ ਸਨ, ਮੈਂ ਕੱਟ ਕੇ ਕਹਿੰਦੀ ਨਹੀਂ ਆ ਕਿਵੇਂ ਹੋ ਗਿਆ ਜੀ, ਉਹ ਕਿਵੇਂ ਹੋ ਗਿਆ। ਇਸ ਤਰ੍ਹਾਂ ਦਾ ਮੈਂ ਉਹਦੇ ਨਾਲ ਆਰਗੂਮੈਂਟ ਸ਼ੁਰੂ ਕਰ ਲਿਆ ਜੀ। ਮਮ ਮਤ ਲਖ ਲੋਮਸ ਵਿਪਰੀਤੀ। ਕਹਿਣ ਲੱਗੇ ਲੋਮਸ ਨੇ ਜਾਣ ਲਿਆ ਕਿ ਮੇਰੀ ਬੁੱਧੀ ਜਿਹੜੀ ਹੈ ਪੁੱਠੀ ਹੈ। ਹਾਂਜੀ, ਪੁੱਠੀ ਬੁੱਧੀ ਹੈ, ਆਰਗੂਮੈਂਟਲ ਬੁੱਧੀ ਹੈ ਵੀ ਹਰ ਇੱਕ ਚੀਜ਼ 'ਚ ਆਰਗਿਊ ਕਰਨਾ, ਮੰਨਣੀ ਕੋਈ ਚੀਜ਼ ਨਹੀਂ ਹੈਗੀ। ਸੋ ਲੋਮਸ ਨੇ ਜਾਣ ਲਿਆ ਜੀ ਇਹ ਤਾਂ ਪੁੱਠਾ ਜਿਹਾ ਬੰਦਾ ਹੈ। ਕਰ ਕਛਰੇ ਸੇ ਬੋਲਿਓ ਅਸਰੀਤੀ। ਉਹਨੂੰ ਗੁੱਸਾ ਚੜ ਗਿਆ ਜੀ। ਲੋਮਸ ਰਿਸ਼ੀ ਨੂੰ ਗੁੱਸਾ ਚੜਿਆ। ਦੇਖੋ 84 ਲੱਖ ਜੂਨਾਂ ਭੋਗ ਕੇ ਨਰਕਾਂ ਵਿੱਚ ਜਾ ਕੇ ਫੇਰ ਵੀ ਨਹੀਂ ਹਟਿਆ ਜੀ। ਸੋ ਕਹਿੰਦਾ ਇਹ ਜਿਹੜਾ ਆਪਣਾ ਕਾਕਪਸੁੰਡ ਸੀਗਾ, ਕਹਿੰਦੇ ਕੀ ਹੋਇਆ, ਕਹਿੰਦਾ ਉਹਨਾਂ ਨੇ ਥੋੜਾ ਗੁੱਸੇ ਵਿੱਚ ਆ ਗਏ ਲੋਮਸ ਰਿਸ਼ੀ। ਕੀ ਕਹਿੰਦੇ, ਪਛਨ ਸਹਿਤ ਬੋਲ ਹੈ ਤੇਰੇ। ਕਹਿਣ ਲੱਗੇ ਤੇਰੇ ਜਿਹੜੇ ਬੋਲ ਆ ਨਾ, ਕਹਿੰਦੇ ਤਰਕਾਂ ਵਾਲੇ ਨੇ, ਤੂੰ ਆਰਗਿਊ ਕਰਦਾ ਹੈ, ਆਰਗਿਊ ਦੀ ਬ੍ਰਿਤੀ ਲੈ ਕੇ ਤੂੰ ਇਹ ਗੱਲਾਂ ਮੈਨੂੰ ਕਰਦਾ, ਤੂੰ ਕਰਦਾ ਤਾਂ ਸਵਾਲ ਹੈ ਪਰ ਆਰਗੂਮੈਂਟ ਕਰਨ ਵਾਸਤੇ ਕਰਦਾ ਹਾਂ। ਇਸ ਕਰਕੇ ਕਹਿੰਦਾ ਤੇਰੇ ਜਿਹੜੇ ਬੋਲ ਨੇ ਇਹ ਪੰਖੀਆਂ ਵਰਗੇ ਬੋਲ ਨੇ। ਪੰਖੀ ਜਿਹੜੇ ਹੁੰਦੇ ਆ ਨਾ, ਬਰਡਸ, ਤੁਸੀਂ ਉਹਨਾਂ ਨੂੰ ਬੋਲੋ ਉਹ ਮੁੜ ਕੇ ਬੋਲੀ ਜਾਂਦੇ ਨੇ, ਬੁਣ ਕੇ ਬੋਲੀ ਜਾਂਦੇ ਨੇ, ਉਹ ਹਟਦੇ ਨਹੀਂ ਹੁੰਦੇ। ਉਹਨੇ ਜੋ ਬੋਲਣਾ ਹੈ ਨਾ, ਜੋ ਗਾਉਣਾ ਉਹਨੇ ਗਾਈ ਜਾਣਾ, ਤੁਸੀਂ ਮੁੜ ਕੇ ਬੋਲੀ ਜਾਓ ਉਹਨਾਂ ਦੇ ਸਾਹਮਣੇ, ਉਹਨਾਂ ਨੇ ਨਹੀਂ ਹਟਣਾ। ਸੋ ਇਸ ਕਰਕੇ ਕਹਿੰਦਾ ਤੇਰੀ ਪੰਖੀਆਂ ਵਾਲੀ ਬ੍ਰਿਤੀ ਹੈ, ਮੈਂ ਬੋਲੀ ਜਾਂਦਾ ਤੂੰ ਵਿੱਚ ਬੋਲੀ ਜਾਂਦਾ, ਤੂੰ ਸੁਣ ਤਾਂ ਲੈ ਗੱਲ। ਹਾਂਜੀ, ਸੋ ਇਸ ਕਰਕੇ ਕਹਿੰਦੀ ਪੰਖੀਆਂ ਵਾਲੀ ਬੁੱਧੀ ਹੋਣ ਕਰਕੇ ਵਾਰ ਵਾਰ ਮੂਰਤ ਬਚ ਮੇਰੇ। ਤੂੰ ਵਾਰ ਵਾਰ ਮੇਰੇ ਬਚਨ ਮੋੜੀ ਜਾਂਦਾ, ਮੈਂ ਤੈਨੂੰ ਦੱਸ ਰਹੀ ਹਾਂ ਤੂੰ ਮੋੜੀ ਜਾਂਦਾ। ਇਹ ਕੀ ਗੱਲ ਹੋਈ। ਤੋਹਰਾ ਅਧਿਕਾਰੀ ਹਾਂ ਜਾਣ ਕੇ ਉਪਦੇਸ਼ਤ ਥੋ ਤਾਓਹੇ। ਮੈਂ ਤਾਂ ਤੈਨੂੰ ਉਪਦੇਸ਼ ਦੇ ਰਿਹਾ ਸੀ। ਲੋਮਸ ਕਹਿੰਦਾ ਅਧਿਕਾਰੀ ਜਾਣ ਕੇ ਵੀ ਤੂੰ ਸਿਆਣਾ ਬੰਦਾ ਲੱਗਦਾ, ਗੱਲਾਂ ਤੋਂ ਬੜੀਆਂ ਸਿਆਣੀਆਂ ਕੀਤੀਆਂ, ਕਿਉਂਕਿ ਐਡਾ ਐਕਸਪੀਰੀਅੰਸ ਕਾਕਪਸੁੰਡ ਵਰਗਾ ਕੋਈ ਹੋਊਗਾ ਜਿਹਦੇ ਕੋਲ 84 ਲੱਖ ਜੂਨਾਂ ਦਾ ਐਕਸਪੀਰੀਅੰਸ ਹੈ, ਜਾਣਦਾ ਵੀ ਹੈ, ਯਾਦ ਵੀ ਹੈ।
ਤੇ ਇੰਨਾ ਜਿਹੜੇ ਨੇ ਨਰਕ ਆਪ ਅੱਖੀਂ ਦੇਖੇ ਨੇ, ਕੌਣ ਮਿਲੂਗਾ ਜੀ ਇਹ ਜਾ? ਫਿਰ ਹੋ ਅਦਮ ਖੱਗ ਸਬਨ ਤੇ ਸਹੋ ਸਰਾਪ ਅਬ ਮੋਹੇ। ਇਹ ਕਹਿੰਦਾ ਉਸ ਵੇਲੇ ਲੋਮਸ ਰਿਸ਼ੀ ਨੇ ਮੈਨੂੰ ਸਰਾਪ ਦੇ ਦਿੱਤਾ ਜੀ। ਫਿਰ ਅੱਗੇ ਕਹਿੰਦਾ ਲੋਮਸ ਰਿਸ਼ੀ ਕਹਿੰਦਾ ਹੋ ਅਦਮ ਅਬ ਮੋਹੇ, ਕਹਿੰਦਾ ਤੂੰ ਜਾ ਕੇ ਨਾ ਐਂ ਕਰ, ਹੋ ਅਦਮ ਖਾਗ ਸਬਨ ਤੇ ਤੂੰ ਪੰਖੀਆਂ ਵਾਲੀ ਜੂਨ ਵਿੱਚ ਜਾ, ਕਿਉਂਕਿ ਤੂੰ ਤਰਕਾਂ ਜਿਹੜੀਆਂ ਬੋਲੀ ਜਾਂਦਾ ਚਿੜੀਆਂ ਵਾਂਗੋਂ, ਤੂੰ ਜਾ ਹੁਣ ਉਹਨਾਂ ਦੀ ਜੂਨ ਚ, ਪਰ ਉਹਨਾਂ ਵਿੱਚੋਂ ਸਭ ਤੋਂ ਨੀਚ ਕਰੋ ਜਿਹੜੀ ਹੈ ਉਹਦੇ ਵਿੱਚ ਜਾ। ਤੂੰ ਕੋਇਲ ਚ ਨਾ ਜਾਈ, ਤੈਨੂੰ ਕਰੋ ਵਿੱਚ ਭੇਜਦਾ ਮੈਂ, ਤੂੰ ਉਹ ਜਾ ਕੇ ਬਣ, ਕਰੋ ਬਣ। ਕਰੋ ਜਿਹੜੇ ਹੁੰਦੇ ਨਾ ਆ ਕਰਦੇ ਰਹਿੰਦੇ ਨੇ, ਉਹ ਵਿਚਾਰੇ ਜਿਹੜੇ ਹਨ ਨਾ ਅੱਜ ਦੀ ਨਾ ਕੱਲ ਦੀ, ਬਸ ਉਹ ਆ ਕਰੀ ਜਾਂਦੇ ਨੇ, ਕਈਆਂ ਦੇ ਕੰਨ ਖਾ ਜਾਂਦੇ ਹਨ। ਚੌਪਈ ਬਾਇਸ ਦੇਹੇ ਤਬ ਹੈ ਮਮ ਭਈ। ਕੀ ਹੋਇਆ ਜੀ? ਕਾਕ ਪਸੁੰਡ ਕਹਿੰਦਾ ਮੈਂ ਕਰੋ ਬਣ ਗਿਆ, ਮੈਂ ਇਹ ਜੂਨ ਵਿੱਚ ਆ ਗਿਆ। ਹਾਥ ਬੰਦ ਕਹਿ ਉਸਤਤ ਕਈ। ਕਹਿਣ ਲੱਗੇ ਹੱਥ ਬੰਨ ਕੇ ਫਿਰ ਮੈਂ ਉਸਤਤ ਕੀਤੀ ਜੀ ਲੋਮਸ ਰਿਸ਼ੀ ਦੀ, ਵੀ ਤੂੰ ਤਾਂ ਹੁਣ ਮੈਨੂੰ ਸ਼ਰਾਪ ਦੇਤਾ। ਸਤ ਸਰਾਪ ਹੋ ਵਹਿ ਰਿਖ ਤੇਰਾ। ਕਹਿੰਦੀ ਹੇ ਰਿਸ਼ੀ ਮੈਂ ਜਾਣਦਾ ਹਾਂ, ਕਾਕ ਪਸੁੰਡ ਕਹਿੰਦਾ ਉਹ ਲੋਮਸ ਨੂੰ, ਵੀ ਜੋ ਤੂੰ ਸ਼ਰਾਪ ਦਿੱਤਾ ਹੋਣਾ ਤਾਂ ਇਸੇ ਤਰ੍ਹਾਂ ਹੀ ਆ, ਮੈਨੂੰ ਉਹੀ ਜੂਨ ਮਿਲ ਜਾਣੀ ਆ ਕਰੋ ਵਾਲੀ। ਮੁਝ ਕੋ ਲਖੋ ਆਪਣੋ ਚੇਰਾ। ਕਹਿਣ ਲੱਗੇ ਮੈਨੂੰ ਆਪਣਾ ਚੇਲਾ ਜਾਣ ਲਾ, ਹੁਣ ਮੈਨੂੰ ਬਣਾ ਲਾ ਆਪਣਾ ਚੇਲਾ। ਕਿਰਪਾ ਦ੍ਰਿਸ਼ਟ ਅਬ ਮੋਹ ਪਰ ਕੀਜੈ। ਮੇਰੇ ਤੇ ਇੱਕ ਕਿਰਪਾ ਤੂੰ ਜ਼ਰੂਰ ਰੱਖ ਦੇ ਹੁਣ ਲੋਮਸ ਰਿਸ਼ੀ ਜੀ। ਇਸ ਪ੍ਰਕਾਰ ਕੋ ਬਰ ਇੱਕ ਦੀਜੈ। ਮੈਨੂੰ ਇੱਕ ਵਾਰ ਦੇ ਦੇ, ਉਹ ਜਿਹੜਾ ਹੈ ਉਹ ਚਲੋ ਜਿਹੜਾ ਤੁਸੀਂ ਸ਼ਰਾਪ ਦੇਤਾ ਠੀਕ ਆ, ਪਰ ਇੱਕ ਨਾਲ ਮੈਨੂੰ ਇਹ ਵੀ ਬਚਨ ਕਰ ਦਿਓ ਮੇਰੇ ਨਾਲ, ਹੈ ਗਿਆਨ ਮੇਰੇ ਔਰ ਮਾਹੀ। ਮੇਰੇ ਹਿਰਦੇ ਵਿੱਚ ਗਿਆਨ ਰਵੇ, ਇਹ ਨਾ ਜਾਵੇ, ਭਾਵੇਂ ਮੈਂ ਕ੍ਰੋਧ ਦੀ ਜੂਨ ਵਿੱਚ ਹੀ ਚਲਿਆ ਜਾਵਾਂ ਨਾ, ਜਿਹੜਾ ਤੁਸੀਂ ਮੈਨੂੰ ਅੱਜ ਨਿਰਗੁਣ ਦਾ ਜਿਹੜਾ ਗਿਆਨ ਦਿੱਤਾ ਨਾ, ਇਹ ਮੇਰੇ ਹਿਰਦੇ ਵਿੱਚ ਠਹਿਰ ਜਾਵੇ। ਬਾਇਸ ਬਪ ਧਰ ਬਿਸਰੋ ਨਾਹੀ। ਹਾਂ, ਮੈਂ ਕਾਂ ਬਣ ਕੇ ਵੀ ਨਾ ਇਹ ਗਿਆਨ ਨੂੰ ਨਾ ਭੁਲਾਵਾਂ, ਇਹ ਗਿਆਨ ਮੇਰੇ ਚੇਤੇ ਰਹੇ। ਸੁਣ ਲੋਮਸ ਰਿਖ ਭਇਓ ਕਿਰਪਾਲਾ। ਇਹ ਸੁਣ ਕੇ ਕਹਿੰਦੇ ਲੋਮਸ ਰਿਸ਼ੀ ਜਿਹੜਾ ਨਾ ਉਹਨੂੰ ਤਰਸ ਆ ਗਿਆ, ਤੇ ਉਹ ਕਿਰਪਾ ਦੇ ਘਰ ਵਿੱਚ ਆ ਗਿਆ ਜੀ। ਮੁਖ ਤੇ ਬੋਲਿਓ ਬਚਨ ਰਸਾਲਾ। ਉਹਨੇ ਮਿੱਠੇ ਬਚਨ ਕਹੇ ਉਸ ਵੇਲੇ। ਵਹਿ ਸਦਾ ਹਿਰਦੇ ਤਬ ਗਿਆਨਾ। ਕਹਿਣ ਲੱਗੇ ਤੇਰੇ ਹਿਰਦੇ ਵਿੱਚ ਹਮੇਸ਼ਾ ਹੀ ਜਿਹੜਾ ਹੈ ਗਿਆਨ ਹੀ ਰਹੇਗਾ, ਤੂੰ ਗਿਆਨੀ ਰਹੇਗਾ, ਭਾਵੇਂ ਤੂੰ ਕ੍ਰੋਧ ਦੀ ਜੁਨ ਵਿੱਚ ਜਾਏਗਾ। ਆਤਮ ਰੂਪ ਲਖੈ ਸੁਖ ਥਾਨਾ। ਤੇ ਤੂੰ ਆਪਣਾ ਆਤਮ ਸਰੂਪ ਦੀ ਪਛਾਣ ਕਰ ਲੇਗਾ। ਯੂ ਵਿਲ ਹੈਵ ਸੈਲਫ ਰੀਅਲਾਈਜੇਸ਼ਨ, ਇਹ ਤੇਰੇ ਵਿੱਚ ਹੋਏਗਾ। ਪਰ ਹੈ ਕਰਨਾ ਅਬ ਮੋਰੀ। ਕਹਿਣਗੇ ਚਲੋ ਤੇਰੇ ਤੇ ਹੁਣ ਮੇਰੀ ਕਿਰਪਾ ਹੈ। ਲੋਮਸ ਰਿਸ਼ੀ ਕਹਿੰਦਾ ਕਾਕ ਪਸੁੰਡ ਨੂੰ, ਇੱਕ ਵਰ ਦੇਵਾ ਔਰ ਬਹੋਰੀ। ਤੈਨੂੰ ਇੱਕ ਵਾਰ ਮੈਂ ਹੋਰ ਦੇ ਦਿੰਦਾ ਹੈ। ਲੋਮਸ ਰਿਸ਼ੀ ਕਹਿੰਦਾ ਖੁਸ਼ ਹੋ ਕੇ। ਮ੍ਰਿਤ ਹੋਏ ਜਬ ਕਰ ਚਿਤ ਚਾਹੀ। ਕਹਿਣਗੇ ਤੂੰ ਉਦੋਂ ਤੇਰੀ ਮੌਤ ਹੋਗੀ ਜਦੋਂ ਤੂੰ ਆਪਣੀ ਮੌਤ ਕਰਨਾ ਚਾਹੇਗਾ, ਅਦਰਵਾਈਜ਼ ਦ ਡੈਥ ਵੋਂਟ ਕਮ ਟੂ ਯੂ। ਤੂੰ ਮਰੇਗਾ ਨਹੀਂ ਜਦੋਂ ਤੱਕ ਤੇਰੀ ਇੱਛਾ ਨਹੀਂ ਬਣਦੀ ਮਰਨ ਦੀ। ਯੂ ਕੈਨ ਲਿਵ ਐਸ ਲੌਂਗ ਐਸ ਯੂ ਵਾਂਟ, ਇਟਸ ਅ ਫ੍ਰੀ ਫਲੋ ਫॉर ਯੂ। ਫ੍ਰੀ ਫਲੋ ਕਰਤਾ ਜੀ, ਜਿਉਂ ਜਿੰਨਾ ਤੱਕ ਜਿਉਣਾ ਹੈ, ਤਾਂ ਤੇਰੀ ਇੱਛਾ ਨਾਲ ਤੂੰ ਜੀਏਗਾ। ਬਿਨ ਚਾਹੇ ਮ੍ਰਿਤ ਹੋਏ ਕਬ ਨਾਹੀ। ਹਾਂ, ਬਿਨ ਚਾਹੇ, ਤੇਰੇ ਚਾਹੇ ਤੋਂ ਬਗੈਰ ਤੇਰੀ ਮੌਤ ਕਿਤੇ ਨਹੀਂ ਹੋਵੇਗੀ। ਸੋਰਠਾ ਸੁਨਤ ਹੈ ਕੇ ਅਸਬੈਨ ਹਰਖਤ ਆਵਾ ਥਾਨ ਇਹ। ਕਹਿਣ ਲੱਗੇ ਮੈਂ ਉਹਨਾਂ ਦੇ ਬਚਨ ਸੁਣ ਕੇ ਬੜਾ ਖੁਸ਼ ਹੋਇਆ, ਤੇ ਕਾਕ ਪਸੁੰਡ ਕਹਿੰਦਾ ਫਿਰ ਮੈਂ ਕ੍ਰੋਧ ਦੇ ਜਨਮ ਚ ਆ ਕੇ ਮੈਂ ਇੱਥੇ ਆ ਗਿਆ ਜੀ ਰਹਿਣ ਵਾਸਤੇ। ਧੀ ਬਿਸਾਲ ਮਨ ਚੈਨ ਨਹਿ ਤਿਆਗੋ ਅਬ ਦੇਹ ਕੋ। ਕਹਿਣ ਲੱਗੇ ਮੇਰਾ ਹੁਣ ਨਾ ਇਹ ਸਰੀਰ ਦੇ ਵਿੱਚ ਕਹਿੰਦੇ ਮੈਨੂੰ ਬੜਾ ਚੈਨ ਮਿਲਦਾ ਹੈ, ਮੈਨੂੰ ਬੜੀ ਸ਼ਾਂਤੀ ਮਿਲਦੀ ਹੈ, ਮੈਂ ਭਗਤੀ ਕਰਦਾ, ਮੈਂ ਪਰਮੇਸ਼ਰ ਨਾਲ ਜੁੜਿਆ ਰਹਿੰਦਾ ਹਾਂ ਉਹ ਗਿਆਨ ਹੋਣ ਕਰਕੇ। ਕਹਿੰਦਾ ਇਸ ਕਰਕੇ ਮੈਂ ਇਹ ਸਰੀਰ ਤਿਆਗਣਾ ਨਹੀਂ ਚਾਹੁੰਦਾ, ਮੈਂ ਛੱਡਣਾ ਨਹੀਂ ਚਾਹੁੰਦਾ ਇਹ ਸਰੀਰ ਨੂੰ। ਹੁਣ ਪ੍ਰੇਮ ਭਗਤ ਰਸ ਆਏ ਕਾਕ ਜਨਮ ਕੋ ਪਾਏ ਕੈ। ਕਹਿੰਦੇ ਕਾਕ ਜੇ ਇਹ ਕ੍ਰੋ ਵਾਲੇ ਜਨਮ ਨੂੰ ਪਾ ਕੇ ਮੈਨੂੰ ਪ੍ਰਮਾਤਮਾ ਦਾ ਪ੍ਰੇਮਾ ਭਗਤੀ ਮਿਲ ਗਈ, ਮੈਨੂੰ ਹੋਰ ਕੀ ਚਾਹੀਦਾ ਹੈ? ਮੈਂ ਹੋਰ ਕੀ ਲੈਣਾ ਹੈ? ਮੈਂ ਉਹਨਾਂ ਦੀ ਭਗਤੀ ਕਰਕੇ ਆਨੰਦ ਮਾਣ ਰਿਹਾ ਹਾਂ, ਮੈਂ ਉਹ ਆਨੰਦ ਨੂੰ ਛੱਡਣਾ ਨਹੀਂ ਚਾਹੁੰਦਾ, ਇਸ ਕਰਕੇ ਇਸ ਸਰੀਰ ਨੂੰ ਰੱਖਿਆ ਹੈ। ਤਜਿਓ ਅਬ ਜਾਏ ਰਹੋ ਸਦਾ ਆਨੰਦ ਮਨ। ਸੋ ਇਹੋ ਕਰਕੇ ਮੈਂ ਕਿਤੇ ਵੀ ਇਸ ਸਰੀਰ ਨੂੰ ਨਹੀਂ ਛੱਡਾਂਗਾ ਤੇ ਆਨੰਦ ਨੂੰ ਮੈਂ ਮਾਣਦਾ ਹੀ ਰਹਾਂਗਾ। ਚੌਪੇ ਇਸ ਪ੍ਰਕਾਰ ਸਭ ਕਥਾ ਸੁਣਾਈ। ਇਸ ਪ੍ਰਕਾਰ ਕਰਕੇ ਕਾਕ ਪਸੁੰਡ ਨੇ ਸਾਰੀ ਆਪਣੀ ਕਥਾ ਸੁਣਾਈ। ਚਲਨੇ ਤਿਆਰ ਭਏ ਜਗ ਰਾਈ। ਉਸ ਵੇਲੇ ਜਗਤ ਦੇ ਮਾਲਕ, ਜਗਤ ਦੇ ਰਾਜੇ ਗੁਰੂ ਨਾਨਕ ਸਾਹਿਬ ਮਹਾਰਾਜ ਚੱਲਣ ਵਾਸਤੇ ਤਿਆਰ ਹੋਏ। ਕਰੀ ਪਰਸਪਰ ਦੋਹ ਦਿਸ ਬੰਧਨ। ਦੋਵੇਂ ਪਾਸੇ ਬੰਦਨਾ ਹੋਈ। ਗੁਰੂ ਨਾਨਕ ਸਾਹਿਬ ਨੇ ਵੀ ਸਤਿਕਾਰ ਕੀਤਾ, ਕਾਕ ਪਸੁੰਡ ਨੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਅਗਰਜ ਗਮਨੇ ਦੋਖ ਨਿਕੰਦਨ। ਮਹਾਰਾਜ ਨੂੰ ਅੱਗੇ ਚੱਲੇ ਹਨ ਜੋ ਦੁੱਖ ਸਾਰੇ ਸੰਸਾਰ ਦੇ ਦੁੱਖ ਮੁਕਾਉਣ ਵਾਲੇ ਹਨ। ਜੇਠਾਂ ਦੱਤਾਤਰੇय ਸੁਜਾਨਾ। ਮਹਾਰਾਜ ਨੂੰ ਉੱਥੇ ਪਹੁੰਚੇ ਜਿੱਥੇ ਇਹ ਦੱਤਾਤਰੇय ਹੋਇਆ ਕਰਦਾ ਸੀ। ਇਹ ਦੱਤਾਤਰੇय ਜਿਹੜਾ ਹੈ ਇਹ ਇੱਕ ਪੁਰਾਤਨ ਸਮੇਂ ਦਾ ਇੱਕ ਤਪਸਵੀ ਸੀਗਾ, ਜਿਹਨੇ ਬਹੁਤ ਜ਼ਿਆਦਾ ਭਗਤੀ ਕੀਤੀ, ਜੋ ਤਪ ਕੀਤਾ, ਤੇ ਉਹਨਾਂ ਦੀ ਸਾਖੀ ਜਿਹੜੀ ਹੈ ਅੱਗੇ ਆਵੇਗੀ। ਤੇ ਇਹ ਜਿਹੜਾ ਹੈ ਇਹਨਾਂ ਨੇ ਬਹੁਤ ਯੋਗ ਸਾਧਨਾ ਕੀਤੀ, ਪ੍ਰਾਣਾਯਾਮ ਕੀਤਾ, ਇਹਨਾਂ ਦੀ ਉਮਰ ਬਹੁਤ ਵਧੀ, ਇਹ ਵੀ ਬਹੁਤ ਲੰਮੀ ਉਮਰ ਵਾਲੇ ਸਨ। ਕਹਿਣਗੇ ਤਦ ਤੱਕ ਕਹਿੰਦੇ ਕਿ ਇਹ ਜਿਹੜਾ ਲੰਮੇ ਸਮੇਂ ਤੱਕ ਜਿਉਂਦੇ ਰਹੇ। ਸੋ ਇਹ ਦੱਤਾਤਰੇय ਜਿਹੜਾ ਹੈ ਇਹ ਜਿਹੜਾ ਹਨ 40 ਦਿਨ ਜਿਹੜੇ ਹਨ ਇਹਨਾਂ ਨੇ ਜਿਹੜਾ ਹੈ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਨਾ ਕਹਿੰਦੇ
ਉਸ ਵੇਲੇ ਇਹ ਜਿਹਾ ਇਤਿਹਾਸਕਾਰ ਜਿਹੜੇ ਹਨ, ਇਤਿਹਾਸ ਜਿਵੇਂ ਆਪਾਂ ਅੱਜ ਸੁਣ ਰਹੇ ਹਾਂ, ਮਹਾਰਾਜਾ ਰਣਜੀਤ ਸਿੰਘ ਨੇ ਵੀ ਸੁਣੇ ਇਹ ਇਤਿਹਾਸ। ਮਹਾਰਾਜਾ ਰਣਜੀਤ ਸਿੰਘ ਨੇ ਕੀ ਕੀਤਾ, ਆਪਣੇ ਦਰਬਾਰ ਦੇ ਵਿੱਚ ਐਸਾ ਇੱਕ ਯੋਗੀ ਸੱਦਿਆ। ਯੋਗੀ ਸੱਦ ਕੇ ਯੋਗੀ ਨੂੰ ਕਹਿੰਦੇ ਤੂੰ 40 ਦਿਨ ਵਾਸਤੇ ਆਪਣੇ ਸਵਾਸ ਚੜਾ ਲਾ, ਮਤਲਬ ਯੋਰ ਬੋਡੀ ਸ਼ੁਡਨਟ ਬੀ ਬਰੀਥਿੰਗ। ਇਹ ਬਰੀਥਿੰਗ ਜਿਵੇਂ ਕਹਿੰਦੇ ਨਾ ਵੀ ਆਪਣੇ ਪ੍ਰਾਣ 10 ਪ੍ਰਾਣ ਤੇ ਚੜਾ ਕੇ ਫਿਰ ਬੋਡੀ ਦੀ ਬਰੀਥਿੰਗ ਨਹੀਂ ਹੁੰਦੀ। ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਅੱਖਾਂ ਨਾਲ ਦੇਖਣਾ ਸੀ ਵੀ ਇਹ ਜਿਹੇ ਯੋਗੀ ਹੈਗੇ ਕਿ ਨਹੀਂ ਹੈਗੇ। ਉਸ ਵੇਲੇ ਉਹ ਯੋਗੀ ਨੂੰ ਸੱਦਿਆ, ਉਹਨੇ ਜਿਹੜਾ ਹੈ 40 ਦਿਨ ਆਪਣੇ ਸਵਾਸ ਉੱਤੇ ਚੜਾ ਲਏ। ਉਹਦੀ ਬੋਡੀ ਆਈ ਪਈ ਸੀ ਜਿਵੇਂ ਮਰਿਆ ਹੋਇਆ ਬੰਦਾ ਹੁੰਦਾ, ਉਹਦੇ ਵਿੱਚ ਬ੍ਰੈਥ ਨਹੀਂ ਸੀਗੇ। 40 ਦਿਨਾਂ ਬਾਅਦ ਉਹ ਦਸਮ ਦੁਆਰ ਨੂੰ ਛੱਡ ਕੇ ਫਿਰ ਉਤਰਿਆ। ਤਾਂ ਇਸ ਪ੍ਰਕਾਰ ਕਰਕੇ ਇਹ ਜਿਹੇ ਜਿਹੜੇ ਲੰਮੀ ਉਮਰਾਂ ਵਾਲੇ ਸਿੱਧ ਹੁੰਦੇ ਹਨ, ਉਦੋਂ ਵੀ ਸੀ, ਅੱਜ ਵੀ ਹਨ। ਹਾਥ ਅਮਲਕ ਆਤਮ ਗਿਆਨਾ। ਕਹਿੰਦੇ ਉਹਨਾਂ ਦਾ ਜਿਹੜਾ ਹੈ ਇਹ ਜਿਹੜਾ ਦੱਤਾਤਰੇय ਸੀ ਨਾ, ਇਹਨੂੰ ਤਾਂ ਪ੍ਰਮਾਤਮਾ ਆਪ ਆਏ ਸੀਗਾ ਜਿਵੇਂ ਅਮਲਾ ਧਰ ਦਿੰਦੇ ਹੋਣੇ ਨਾ, ਜਿਵੇਂ ਓਲੀਫ ਆਪਣੇ ਹੱਥ ਤੇ ਧਰ ਕੇ ਕੋਈ ਬੰਦਾ ਓਲੀਫ ਨੂੰ ਦੇਖ ਲੈਂਦਾ ਹੈ ਨਾ, ਇਹ ਪ੍ਰਮਾਤਮਾ ਨੂੰ ਇਸ ਤਰ੍ਹਾਂ ਦੇਖਦੇ ਸਨ। ਸਾਖਸ਼ਾਤ ਸੀ ਪ੍ਰਮਾਤਮਾ ਇਹਨਾਂ ਦੇ ਸਾਹਮਣੇ। ਆਤਮ ਗਿਆਨ ਇਸ ਤਰ੍ਹਾਂ ਦਾ ਸੀ ਇਹਨਾਂ ਦਾ। ਜਿਨ ਕੀਨੋ ਸਭ ਜਗ ਸੰਨਿਆਸਾ। ਕਹਿਣ ਲੱਗੇ ਇਹਨਾਂ ਨੇ ਸਾਰੇ ਜਗਤ ਤੋਂ ਸੰਨਿਆਸ ਕਰ ਲਿਆ, ਸਾਰੇ ਜਗਤ ਨੂੰ ਛੱਡਤਾ ਸੀ ਪਿੱਛੇ। ਇਹਨਾਂ ਨੂੰ ਕੋਈ ਮੋਹ ਨਹੀਂ ਸੀ ਕਿਸੇ ਦੇ ਨਾਲ, ਇਹਨੂੰ ਸਿਰਫ ਪ੍ਰੇਮਾ ਭਗਤੀ ਦੇ ਨਾਲ ਸੀ। ਭਾਵ ਬਿਰਖਤ ਬਹੁ ਫਿਰ ਉਦਾਸਾ। ਇਹ ਉਦਾਸ ਹੋ ਕੇ ਸੰਸਾਰ ਨੂੰ ਪਿੱਛੇ ਛੱਡ ਕੇ ਬਹੁਤ ਜ਼ਿਆਦਾ ਘੁੰਮਦਾ ਰਿਹਾ ਸੰਸਾਰ ਵਿੱਚ ਬਹੁਤ ਲੰਮੇ ਸਮੇਂ ਤੱਕ। ਬਿੰਸਤ ਚਤੁਰ ਗੁਰੂ ਜਿਨ ਕੀਨੇ। ਕਹਿਣ ਲੱਗੇ ਬਿੰਸਤ ਇਹਨੇ 24 ਗੁਰੂ ਕੀਤੇ ਆਪਣੀ ਲਾਈਫ ਟਾਈਮ ਦੇ ਵਿੱਚ। 24 ਇਹਦੇ ਗੁਰੂ ਹੋਏ ਦੱਤਾਤਰੇय ਦੇ। ਏਕੰਕਾਰ ਰੰਗ ਮਹਿ ਭੀਨੇ। ਇਹ ਸਭ ਪਰਮਾਤਮਾ ਦੇ ਰੰਗ ਦੇ ਵਿੱਚ, ਪਰਮਾਤਮਾ ਦੇ ਪਿਆਰ ਦੇ ਵਿੱਚ ਹੀ ਭਿੱਜਾ ਰਹਿੰਦਾ ਸੀ। ਇਹ ਹਮੇਸ਼ਾ ਜਿਹੜਾ ਹੈ ਪਰਮਾਤਮਾ ਦੇ ਪਿਆਰ ਦੇ ਵਿੱਚ ਹੀ ਇਹਦੀ ਬਿਰਤੀ ਜੁੜੀ ਰਹਿੰਦੀ ਸੀ। ਤ੍ਰਿਨ ਸਮ ਤੀਨ ਲੋਕ ਸੁਖ ਤਿਆਗਾ। ਇਹਨੇ ਤਿੰਨ ਸਮ ਹੁੰਦਾ ਤ੍ਰਿਨ, ਜਿਵੇਂ ਇੱਕ ਘਾਹ ਹੁੰਦਾ ਨਾ ਆਪਣੇ ਹੱਥ ਵਿੱਚ ਆਪਾਂ ਛੱਡ ਦਿੰਦੇ ਹਾਂ, ਆਪਾਂ ਨੂੰ ਕੋਈ ਮੋਹ ਨਹੀਂ ਹੁੰਦਾ ਵੀ ਇਹ ਘਾਹ ਹੀ ਹੈ ਤਾਂ ਕੀ ਇਹ ਬਥੇਰਾ ਪਿਆ। ਕਹਿੰਦੇ ਇਹਨੇ ਦੁਨੀਆ ਦੇ ਸੁੱਖ ਜਿਵੇਂ ਕੋਈ ਤ੍ਰਿਨ ਸੜਦਾ ਹੁੰਦਾ ਹੈ ਨਾ, ਇਹਨੇ ਸਾਰੇ ਤਿਆਗ ਦਿੱਤੇ ਸਨ। ਜਿੰਨੇ ਵੀ ਇਹਦੇ ਕੋਲ ਰਿੱਧੀਆਂ ਸਿੱਧੀਆਂ ਆਈਆਂ ਉਹ ਵੀ ਮੋੜਤੀਆਂ। ਇਹਨੂੰ ਕੋਈ ਲੋੜ ਨਹੀਂ ਸੀ, ਕਹਿੰਦਾ ਮੈਂ ਤਾਂ ਭਗਤੀ ਉਹ ਕਰਨੀ ਹੈ। ਸਦਾ ਬ੍ਰਹਮ ਸੁਖ ਸੋ ਅਨੁਰਾਗਾ। ਇਹ ਸਿਰਫ ਪ੍ਰਮਾਤਮਾ ਦੇ ਸੁਖ ਦੇ ਪ੍ਰੇਮ ਦੇ ਵਿੱਚ ਹੀ ਆਪਣਾ ਸੁਖ ਮਨਾਉਂਦਾ ਹੋਇਆ ਆਪਣਾ ਜਿਹੜਾ ਹੈ ਸਮਾਂ ਇਸ ਤਰ੍ਹਾਂ ਕਰਕੇ ਲੰਘਾਉਂਦਾ ਸੀ। ਪਰਮ ਤਤ ਬੇਤਾ ਰਸ ਲੀਨਾ। ਕਹਿਣਗੇ ਪਰਮ ਤਤ, ਇਹ ਪਰਮ ਦਾ ਤਤ, ਪਰਮ ਤਤ ਕੀ ਹੈ? ਪਰਮਾਤਮਾ। ਸੋ ਪਰਮ ਤਤ ਦਾ ਬੇਤਾ ਗਿਆਨੀ ਸੀਗਾ ਇਹ, ਜੋ ਉਹ ਗਿਆਨ ਦਾ ਰਸ ਲੈਂਦਾ ਸੀ ਹਮੇਸ਼ਾ। ਮਹਾ ਮੁਨੀ ਗੁਣ ਗੁਣ ਹੈ ਪਰਵੀਨਾ। ਇਹ ਮੁਨੀਆਂ ਵਿੱਚੋਂ ਮਹਾ ਮੁਨੀ ਹੋਇਆ ਹੈ ਜੋ ਕਿ ਜਿਹੜਾ ਹੈ ਗੁਣ ਗੁਣ ਹੈ ਪਰਵੀਨਾ, ਜੋ ਸਿਆਣਾ ਸੀ। ਇਹ ਜਿਹੜਾ ਹੈ ਇਹ ਦੱਤਾਤਰੇय ਜਿਹੜਾ ਹੈ ਇਹ ਰੁਦਰਾ ਅਵਤਾਰ ਹੈ। ਸੋ ਰੁਦਰਾ ਅਵਤਾਰ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ੍ਰੀ ਦਸਮ ਗ੍ਰੰਥ ਦੇ ਵਿੱਚ ਇਹਦੀ ਸਾਰੀ ਵਾਰਤਾ ਲਿਖੀ ਹੋਈ ਹੈ। ਇਹਨੂੰ ਸ਼ਿਵ ਜੀ ਦਾ ਅਵਤਾਰ ਵੀ ਮੰਨਿਆ ਗਿਆ ਹੈ ਜੋ ਦੱਤਾਤਰੇय ਹੈ। ਇਹ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਜਿਹੜਾ ਰੁਦਰ ਅਵਤਾਰ ਲਿਖਿਆ ਹੈ ਨਾ, ਕਮਾਲ ਕੀਤੀ ਹੈ। ਇਹ ਇੰਨੀ ਸੁੰਦਰ ਬਾਣੀ ਮਹਾਰਾਜ ਨੇ ਲਿਖੀ ਹੈ ਨਾ, ਜਿਹੜੀ ਕਿ ਕੋਈ ਪੜ੍ਹਦਾ ਕੋਈ ਵਿਚਾਰਦਾ ਹੈ ਨਾ, ਉਹਦਾ ਮਨ ਜਿਹੜਾ ਅਚੰਭਵ ਹੋ ਜਾਂਦਾ ਹੈ ਵੀ ਇਹ ਕੀ ਹੈ। ਦੇਖੋ ਮਹਾਰਾਜ ਨੇ ਉਹ ਆਤਮ ਗਿਆਨ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਕਿ ਦੁਨੀਆ ਦੇ ਐਗਜ਼ਾਮਪਲ ਦੇ ਕੇ ਪਰਮਾਤਮਾ ਨੂੰ ਸਾਖਸ਼ਾਤ ਕਰਤਾ। ਮਹਾਰਾਜ ਦੇਖੋ ਇਹ ਜਿਹੜਾ ਦੱਤਾਤਰੇय, ਹੁਣ ਦੇਖੋ ਆਪਾਂ ਗੱਲ ਕਰ ਰਹੇ ਹਾਂ ਨਾ ਦੱਤਾਤਰੇय ਦੀ, ਹੁਣ ਦੱਤਾਤਰੇय ਦੀ ਅਵਸਥਾ ਨੂੰ ਤਾਂ ਆਪਾਂ ਨਹੀਂ ਜਾਣਦੇ ਨਾ, ਜਿੰਨਾ ਕਿ ਕਵੀ ਸੰਤੋਖ ਸਿੰਘ ਜੀ ਨੇ ਆਪਾਂ ਨੂੰ ਦੱਸਿਆ ਜਾਂ ਜਿੰਨਾ ਕਿ ਜਨਮ ਸਾਖੀਆਂ 'ਚ ਆਇਆ ਉਹਨਾਂ ਕੁ ਆਪਾਂ ਜਾਣਦੇ ਹਾਂ। ਪਰ ਅਸਲ ਵਿੱਚ ਦੱਤਾਤਰੇय ਦਾ ਗਿਆਨ ਕੀ ਸੀਗਾ ਉਹ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਰੁਦਰਾ ਅਵਤਾਰ ਵਿੱਚ। ਕਮਾਲ ਕੀਤੀ ਹੈ। ਸੋ ਇਹ ਬਾਣੀ ਜਿਹੜੀ ਹੈ ਬਹੁਤ ਹੀ ਸੁੰਦਰ, ਬਹੁਤ ਹੀ ਗਿਆਨਵਾਨ ਬਾਣੀ ਹੈ, ਜੋ ਕਿ ਆਪਾਂ ਨੂੰ ਦੱਤਾਤਰੇय ਦੇ ਗਿਆਨ ਦੇ ਲੈਵਲ ਤੱਕ ਆਪਾਂ ਨੂੰ ਲੈ ਜਾਂਦੀ ਹੈ। ਇੱਕ ਝਾਤੀ ਮੁਰਾ ਦਿੰਦੀ ਹੈ ਵੀ ਗਿਆਨ ਕੈਸਾ ਸੀ ਉਹਨਾਂ ਦਾ। ਇਹ ਕੇ ਨਿਕਟ ਜਾਤ ਭੇਟ ਹਾਂਡੇ। ਕਹਿਣਗੇ ਇਹ ਉਹਦੇ ਕੋਲ ਜਾ ਕੇ ਗੁਰੂ ਨਾਨਕ ਸਾਹਿਬ ਜੀ ਖੜ ਗਏ। ਸੋ ਪੌੜਿਓ ਔਰ ਆਨੰਦ ਬਾਡੇ। ਉਹ ਲੰਮਾ ਪਿਆ ਸੀ ਦੱਤਾਤਰੇय ਉਦੋਂ, ਜਦੋਂ ਮਹਾਰਾਜ ਜੀ ਕੋਲ ਪਹੁੰਚੇ ਅੱਖਾਂ ਬੰਦ ਕਰਕੇ ਉਹ ਲੰਮਾ ਪਿਆ ਜੀ। ਲੋਚਨ ਮੁੰਦਰਿਤ ਤੂਸਨ ਠਾਨੀ। ਉਹ ਲੋਚਨ ਬੰਦ ਕਰਕੇ ਅੱਖਾਂ ਬੰਦ ਕਰਕੇ ਚੁੱਪ ਕਰਕੇ ਪਿਆ ਸੀ ਆਪਣੇ ਆਨੰਦ ਵਿੱਚ। ਅੰਤਰ ਰਸ ਕੋ ਰਸਕ ਗਿਆਨੀ। ਕਹਿੰਗੇ ਅੰਤਰ ਦੇ ਰਸ, ਆਤਮ ਗਿਆਨ ਦਾ ਰਸ ਲੈ ਕੇ ਉਹ ਰਸਕ ਰਸ ਪੀਣ ਵਾਲਾ ਗਿਆਨੀ ਦੱਤਾਤਰੇय ਇਸ ਪ੍ਰਕਾਰ ਕਰਕੇ ਉਹ ਸਰੀਰ ਦੇ ਵਿੱਚੋਂ ਪਰਮਾਤਮਾ ਦਾ ਆਨੰਦ ਲੈ ਰਿਹਾ ਸੀ। ਤੇਹ ਬਿਲੋਕ ਬੋਲਿਓ ਮਰਦਾਨਾ। ਉਸ ਨੂੰ ਦੇਖ ਕਰਕੇ ਭਾਈ ਮਰਦਾਨਾ ਜੀ ਬੋਲੇ, ਇਹ ਪ੍ਰਭ ਪੌਡਾ ਕੌਣ ਮਹਾਨਾ। ਮਹਾਰਾਜ ਇਹ ਜਿਹੜਾ ਲੰਮਾ ਪਿਆ ਇਹ ਕੌਣ ਹੈ? ਵੱਡ ਉਨਮਤ ਦੇਹ ਜਿਹੇ ਭਾਰੀ। ਕਹਿਣ ਲੱਗੇ ਵੱਡ ਉਨਮਤ, ਕਹਿਣ ਲੱਗੇ ਬੜਾ ਮਸਤ ਲੱਗਦਾ ਹੈ, ਇਹਨੂੰ ਤਾਂ ਕੁਝ ਪਤਾ ਹੀ ਨਹੀਂ ਲੱਗਿਆ, ਇਹ ਤਾਂ ਹਿਲ ਵੀ ਨਹੀਂ ਰਿਹਾ। ਇੱਕ ਟੱਕ ਜਿਹੜਾ ਹੈ ਐਨ ਸਮਾਧੀ ਰੂਪ ਵਿੱਚ ਲੰਮਾ ਪਿਆ ਹੈ। ਪਰਿਓ ਅਡੋਲ ਮਸਤ ਮੁਖ ਧਾਰੀ। ਦੂਜਾ ਇਹਦੀ ਉਮਰ ਵੱਡੀ ਲੱਗਦੀ ਹੈ, ਵੱਡੀ ਉਮਰ ਵਾਲਾ ਲੱਗਦਾ ਹੈ। ਦੇਹ ਜੇ ਭਾਰੀ ਵੀ ਭਾਰੀ, ਮਤਲਬ ਬੁੱਢੀ ਉਮਰ ਹੈ। ਤੇ ਦੂਜਾ
ਦੂਜਾ ਪਰਿਓ ਅਡੋਲ ਪਿਆ ਹੈ ਤੇ ਬੜਾ ਮਸਤ ਹੋ ਕੇ ਜਿਹੜਾ ਮੁੱਖ ਧਾਰੀ ਇਹਦੇ ਮੂੰਹ ਦੇ ਵਿੱਚੋਂ ਔਰਾ ਜਿਹੜਾ ਹੈ ਜਿਹੜਾ ਗਲੋ ਬੜਾ ਆ ਰਿਹਾ ਹੈ। ਇਸ ਬੁਲਾਏ ਕੇ ਬੋਲ ਸੁਣੀਜੈ। ਮਹਾਰਾਜ ਇਹਨੂੰ ਬੁਲਾ ਲਓ, ਤਾਂ ਬੁਲਾ ਕੇ ਫਿਰ ਆਪਾਂ ਇਹਦੇ ਨਾਲ ਗੱਲਾਂ ਕਰ ਲਈਏ। ਬਹਰੋ ਆਪਣੋ ਗਿਆਨ ਭਣੀਜੈ। ਫਿਰ ਆਪਣਾ ਗਿਆਨ ਜਿਹੜਾ ਹੈ ਤੁਸੀਂ ਸ੍ਰੀ ਗੁਰ ਕਹੈ ਸੁਨਹੁ ਮਰਦਾਨਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨਾ ਕਹਿੰਦੇ ਭਾਈ ਮਰਦਾਨਿਆ ਸੁਣ, ਇਹ ਹੈ ਦੱਤਾਤਰੇय ਮਹਾਨਾ। ਮਾਰ ਕਹਿੰਦੇ ਦੱਤਾਤਰੇय ਹੈ ਜੋ ਬਹੁਤ ਮਹਾਨ ਹੈ। ਜਗ ਮਹਿ ਭਇਓ ਵੱਡੋ ਅਵਧੂਤਾ। ਇਹ ਜਗਤ ਵਿੱਚ ਵੱਡਾ ਅਵਧੂਤ ਵੱਡਾ ਤਿਆਗੀ ਸੰਨਿਆਸੀ ਹੋਇਆ ਹੈ। ਸਦਾ ਸਥਿਰ ਜਹ ਕੀ ਮਤ ਪੂਤਾ। ਇਹਦੀ ਮਤ ਜਿਹੜੀ ਇੰਨੀ ਪਵਿੱਤਰ ਹੈ ਤੇ ਇੰਨੀ ਅਡੋਲ ਹੈ, ਇੰਨੀ ਸਟੇਡੀ ਹੈ, ਇੰਨੀ ਜਿਹੜੀ ਹੈ ਇੱਕ ਪਰਮੇਸ਼ਰ ਵਿੱਚ ਜੁੜੀ ਹੋਈ ਹੈ, ਐਸੀ ਮਤ ਕਿਸੇ ਦੀ ਨਹੀਂ। ਸਦਾ ਵਿਦੇਹੀ ਰਹਿਤ ਅਡੋਲਾ। ਇਹ ਸਦਾ ਹੀ ਵਿਦੇਹੀ ਦੇਹ ਵਿੱਚ ਰਹਿੰਦਾ ਹੈ, ਪਰ ਇਹਨੂੰ ਦੇਹ ਦਾ ਕੋਈ ਫਿਕਰ ਨਹੀਂ। ਇਹਨੇ ਦੇਹ ਦਾ ਜਿਹੜਾ ਮੋਹ ਤਿਆਗਿਆ ਹੋਇਆ ਹੈ। ਕਹਿੰਦੇ ਰਹਿਤ ਅਡੋਲਾ, ਇਹ ਅਡੋਲ ਰਹਿੰਦਾ, ਇਹਨੂੰ ਕੋਈ ਵੀ ਚੀਜ਼ ਡੋਲ ਨਹੀਂ ਸਕਦੀ। ਕੋਈ ਵੀ ਦੁੱਖ ਇਹਨੂੰ ਪਰਮਾਤਮਾ ਦਾ ਪਿਆਰ ਨਹੀਂ ਭੁਲਾ ਸਕਦਾ। ਪਾਇਓ ਆਤਮ ਆਨੰਦ ਅਤੋਲਾ। ਪਾਇਓ ਆਤਮ ਆਨੰਦ ਕਹਿ ਲਗੇ ਇਹਨਾਂ ਨੇ ਆਤਮ ਆਨੰਦ ਨੂੰ ਪਾ ਲਿਆ ਹੈ ਜੋ ਅਤੋਲ, ਤੋਲਿਆ ਨਹੀਂ ਜਾਂਦਾ, ਉਹਦਾ ਮੈਸ਼ਰ ਨਹੀਂ ਕਰ ਸਕਦੇ, ਉਹਦਾ ਵੇ ਨਹੀਂ ਆਪਾਂ ਲੈ ਸਕਦੇ ਵੀ ਉਹ ਗਿਆਨ ਕਿੰਨਾ ਕੁ ਵੱਡਾ ਹੈ। ਉਹ ਆਤਮ ਗਿਆਨ ਹੈ, ਉਹ ਸਾਰਾ ਹੀ ਗਿਆਨ ਹੈ। ਸ੍ਰੀ ਅੰਗਦ ਜੀ ਸੁਨਹੁ ਕਹਾਣੀ। ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਭਾਈ ਬਾਲਾ ਜੀ ਕਹਿੰਦੇ ਹਨ, ਮਹਾਰਾਜ ਹੁਣ ਅੱਗੇ ਜਿਹੜਾ ਹਨ ਇਹ ਸਾਖੀ ਸੁਣੋ। ਮੈਂ ਬਿਲੋਕ ਪੁਨ ਬੋਲਿਓ ਬਾਣੀ। ਮੈਂ ਦੇਖ ਕੇ ਸਵੇਰੇ ਬੋਲ ਪਿਆ, ਮੈਂ ਕੀ ਕਿਹਾ? ਸ੍ਰੀ ਗੁਰ ਹਮਨੇ ਸੁਨਿਓ ਸੋ ਨਾਮਾ। ਭਾਈ ਬਾਲਾ ਕਹਿਣ ਲੱਗਾ, ਹਾਂ ਮਹਾਰਾਜ ਮੈਂ ਸੁਣਿਆ ਦੱਤਾਤਰੇय ਦਾ ਨਾਮ ਮੈਂ ਪੜਿਆ ਹਾਂ। ਹਾਂਜੀ, ਸੋ ਇਹ ਜਿਹੜਾ ਹਨ ਪੁਰਾਤਨ ਜਿਹੜੀਆਂ ਹਨ ਸ਼ਾਸਤਰਾਂ ਵਿੱਚ ਨਾਂ ਆਉਂਦਾ ਹੈ। ਦੱਤਾਤਰੇय ਭਾ ਜਗ ਅਬਿਰਾਮਾ। ਕਹਿਣਗੇ ਦੱਤਾਤਰੇय ਜਿਹੜਾ ਹੈ ਭਾ ਜਗ ਅਬਰਾਮਾ, ਇਹਦਾ ਸੁੰਦਰ ਜਸ ਲਿਖਿਆ ਹੋਇਆ ਹੈ ਵਿਦਵਾਨਾਂ ਨੇ। ਤੁਮ ਕਰੁਣਾ ਤੇ ਲੋਚਨ ਦੇਖਾ। ਮਹਾਰਾਜ ਅੱਜ ਤੁਹਾਡੀ ਕਿਰਪਾ ਨਾਲ ਮੈਂ ਅੱਖਾਂ ਨਾਲ ਇਹਨਾਂ ਦੇ ਦਰਸ਼ਨ ਵੀ ਕਰ ਲਏ ਦੱਤਾਤਰੇय ਦੇ। ਪਰਮਹੰਸ ਅਵਧੂਤ ਵਸੇਖਾ। ਮਹਾਰਾਜ ਇਹ ਪਰਮਹੰਸ ਹੈ, ਇਹ ਗਿਆਨਵਾਨ ਹੈ, ਅਵਧੂਤ ਹੈ, ਇਹ ਸੰਨਿਆਸੀ ਹੈ ਤੇ ਵੱਡਾ ਹੈ, ਇਹ ਮਹਾਨ ਹੈ। ਅਬ ਇਹ ਬਦਨ ਬੁਲਾਇਆ ਚਾਹੀਏ। ਕਹਿਣਗੇ ਅਬ ਮਹਾਰਾਜ ਇਹਨੂੰ ਬੁਲਾਉਣਾ ਚਾਹੀਦਾ, ਆਪਾਂ ਨੂੰ ਬੁਲਾ ਕੇ ਹੁਣ ਗੱਲ ਕਰੀਏ ਤਾਂ ਸਹੀ ਇਹਨਾਂ ਨਾਲ, ਇਹਨਾਂ ਦੇ ਬਚਨ ਸੁਣੀਏ। ਗਿਆਨ ਬਚਨ ਕੋ ਸੁਣੀਏ ਕਹੀਏ। ਹਾਂ ਕਹਿਣਗੇ ਗਿਆਨ ਦੇ ਬਚਨ ਸੁਣੀਏ, ਨਾਲੇ ਕਹੀਏ ਇਹਨਾਂ ਨੂੰ। ਬੋਲੇ ਤੇ ਮਤ ਹੋਏ ਲਖਾਈ। ਕਹਿਣਗੇ ਬੋਲਿਆਂ ਤੋਂ ਹੀ ਪਤਾ ਲੱਗਦਾ ਨਾ ਬੰਦੇ ਦੀ ਮਤ ਕੈਸੀ ਹੈ, ਕਿਹੜੀ ਅਵਸਥਾ ਵਿੱਚ ਹਨ। ਬੋਲ ਕੇ ਹੀ ਪਤਾ ਲੱਗੇਗਾ, ਜੇ ਬੋਲਣਗੇ ਤਾਂ ਆਪਾਂ ਨੂੰ ਗਿਆਨ ਹੋਵੇਗਾ। ਸੰਤੇ ਨਹਿ ਜਾਣਿਓ ਜਾਈ। ਹਾਂ ਜੇ ਚੁੱਪ ਰਹੇ ਤਾਂ ਫਿਰ ਕੀ ਪਤਾ ਲੱਗਣਾ ਹੈ। ਮਹਾਰਾਜ ਇਹਨਾਂ ਨੂੰ ਬੁਲਾਓ ਜ਼ਰੂਰ। ਸਵਈਆ ਸ੍ਰੀ ਗੁਰ ਬੈਨ ਭਨੇ ਤਬ ਹੀ। ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੱਤਾਤਰੇय ਨੂੰ ਉਠਾਉਣ ਵਾਸਤੇ ਨਾ, ਉਹਨਾਂ ਨੂੰ ਕੌਨਸ਼ੀਅਸ ਅਵਸਥਾ ਵਿੱਚ ਲਿਆਉਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਬਚਨ ਕੀਤੇ। ਤੁਮ ਹੋਤ ਸਰੀਰ ਤੇ ਬੋਲਤ ਨਾਹੀ। ਕਹਿਣ ਲੱਗੇ ਤੁਮ ਹੋਤ ਸਰੀਰ, ਹੇ ਦੱਤਾਤਰੇय ਤੂੰ ਹੈ ਤਾਂ ਤੇਰੀ ਬੋਡੀ ਹੋਈ ਆ ਨਾ, ਤੂੰ ਹਜੇ ਤੱਕ ਇਹ ਪੰਜ ਭੂਤਕ ਸਰੀਰ ਰੱਖਿਆ ਹੋਇਆ ਹੈ ਤੇ ਤੂੰ ਕਿਉਂ ਨਹੀਂ ਬੋਲ ਰਿਹਾ? ਜੋ ਲਗ ਦੇਹ ਨਿਰਾਸ ਨਾ ਲਗ। ਕਹਿਣਗੇ ਜਦੋਂ ਤੱਕ ਦੇਹ ਹੈ ਨਾ, ਤੂੰ ਭਾਵੇਂ ਦੇਹ ਮੁਕਤ ਹਾਂ, ਤੈਨੂੰ ਆਪਣੀ ਦੇਹ ਦਾ ਕੋਈ ਪਰਵਾਹ ਨਹੀਂ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਦੋਂ ਤੱਕ ਤੂੰ ਦੇਹ ਵਿੱਚ ਹਾਂ ਤਾਂ ਕਹਿੰਦੇ ਨਿਰਾਸ ਨਾ ਤੋਂ ਲੱਗ। ਉਦੋਂ ਤੱਕ ਤਾਂ ਨਾ ਨਿਰਾਸ਼ ਹੋ, ਜਦੋਂ ਤੱਕ ਦੇਹ ਛੁੱਟਦੀ ਨਹੀਂ ਉਦੋਂ ਤੱਕ ਤਾਂ ਦੇਹ ਨਾਲ ਰੱਖਣਾ, ਦੇਹ ਦੀ ਮਰਿਆਦਾ ਨੂੰ ਤਾਂ ਪੂਰੀ ਕਰਨਾ। ਜੇ ਦੇਹ ਰੱਖੀ ਹੈ ਤਾਂ ਇਹ ਦੇਹ ਦੇ ਜਿਹੜੇ ਕੰਨ ਨੇ, ਇਹ ਜਿਹੜੀਆਂ ਇੰਦਰੀਆਂ ਨਾ, ਇਹਨਾਂ ਨਾਲ ਵੀ ਤੂੰ ਗਿਆਨ ਸੁਣ ਤੇ ਗਿਆਨ ਬੋਲ। ਯੋ ਸੁਣ ਕੇ ਸਮਝੋ ਮਨ ਮਾਹੀ। ਕਹਿਣਗੇ ਯੋਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਦੱਤਾਤਰੇय ਨੂੰ ਸੁੱਤੇ ਪਿਆਂ ਨੂੰ ਕਹਿੰਦੇ ਹਨ, ਕਿਉਂਕਿ ਮਹਾਰਾਜ ਦੇ ਵਿੱਚ ਤਾਂ ਵਰਤੀ ਲਈ ਆ, ਆਪ ਪਰਮੇਸ਼ਰ ਰੂਪ ਨੇ ਗੁਰੂ ਨਾਨਕ ਸਾਹਿਬ ਜੀ। ਕਹਿੰਦੇ ਯੋਂ ਸੁਣ ਕੇ ਸਮਝੋ ਮਨ ਮਾਹੀ। ਇਹ ਸੁਣ ਕੇ ਦੱਤਾਤਰੇय ਆਪਣੇ ਮਨ ਵਿੱਚ ਵਿਚਾਰ ਕਰਕੇ ਇਹ ਗੱਲ ਨੂੰ ਸਮਝ। ਖੋਲੋ ਨੈਣ ਰੱਖੋ ਮਨ ਕੋ ਥਿਰ। ਕਹਿਣ ਲੱਗੇ ਆਪਣੇ ਨੈਣ ਤੁਸੀਂ ਖੋਲੋ, ਆਪਣੇ ਮਨ ਨੂੰ ਸਥਿਰ ਰੱਖੋ, ਜੁੜਿਆ ਰੱਖੋ, ਉਹ ਪਰਮੇਸ਼ਰ ਵਿੱਚ ਲੀਨ ਆਪਣੀ ਬਿਰਤੀ ਨੂੰ ਜੋੜੀ ਰੱਖੋ। ਔਰ ਬਿਲੋਕ ਨਾ ਚਿੱਤ ਡੁਲਾਹੀ। ਕਹਿਣ ਲੱਗੇ ਹੋਰ ਕੁਝ ਦੇਖ ਕੇ ਆਪਣੇ ਚਿੱਤ ਨੂੰ ਨਾ ਡੁਲਾਓ। ਕਹਿਣ ਲੱਗੇ ਜੋ ਦੇਖਣਾ ਹੈ ਉਹ ਪਰਮੇਸ਼ਰ ਰੂਪ ਹੀ ਕਰਕੇ ਦੇਖੋ। ਦੇਖ ਲਓ ਅਖੀਲਾ ਗਿਆਨ ਸੀ ਜੋ ਦੱਤਾਤਰੇय ਨੂੰ ਦੇਣਾ ਸੀ ਗੁਰੂ ਨਾਨਕ ਨੇ। ਇਹ ਜਿਹੜੇ ਬਚਨ ਨੇ ਇਹ ਉਪਦੇਸ਼ਕ ਬਚਨ ਨੇ, ਮਹਾਰਾਜ ਉਪਦੇਸ਼ ਦੇ ਰਹੇ ਨੇ। ਕਹਿੰਦੇ ਦੱਤਾਤਰੇय ਅੱਖਾਂ ਮੀਚ ਕੇ ਗੱਲ ਨਹੀਂ ਬਣਨੀ, ਅੱਖਾਂ ਖੋਲ ਕੇ ਵੀ ਉਸ ਪਰਮੇਸ਼ਰ ਨੂੰ ਦੇਖ ਜਿਹਨੂੰ ਤੂੰ ਅੱਖਾਂ ਬੰਦ ਕਰਕੇ ਦੇਖ ਰਿਹਾ। ਹਾਂ ਔਰ ਬਿਲੋਕ ਨਾ ਚਿੱਤ ਡੁਲਾਹੀ। ਹਾਂ ਹੋਰ ਕੁਝ ਦੇਖ ਕੇ ਤੇਰਾ ਮਨ ਨਹੀਂ ਡੋਲੇਗਾ ਜੇ ਤੂੰ ਇੱਕ ਪ੍ਰਮਾਤਮਾ ਨੂੰ ਹੀ ਦੇਖੇਗਾ। ਏਕ ਹੀ ਵਿਆਪਕ ਹੈ ਸਭ ਮੈਂ। ਦੇਖ ਦੱਤਾਤਰੇय ਜੋ ਤੇਰੇ ਅੰਦਰ ਹੈ ਉਹੀ ਤੇਰੇ ਬਾਹਰ ਹੈ। ਕਹਿਣਗੇ ਉਹ ਪਰਮਾਤਮਾ ਨਾ ਅੰਦਰ ਨਾ ਬਾਹਰ, ਉਹ ਸਾਰੇ ਪਾਸੇ ਹੈ। ਜਿਹੜਾ ਅੰਦਰ ਵੀ ਵਿਆਪਕ ਹੈ, ਬਾਹਰ ਵੀ ਵਿਆਪਕ ਹੈ। ਕਰਤਾਰ ਬਿਨਾ ਘਟ ਕੋ ਨਹਿ ਆਹੀ। ਦੇਖ ਦੱਤਾਤਰੇय ਪਰਮਾਤਮਾ ਤੋਂ ਬਗੈਰ ਕੁਝ ਹੈ ਸੰਸਾਰ ਤੇ? ਕੁਝ ਹੈ ਜਿਹੜਾ ਪਰਮਾਤਮਾ ਤੋਂ ਬਗੈਰ ਹੈ? ਸਵਈਆ ਦੱਤ ਕਹੈ ਕਛ ਕਾਜ ਨਹੀਂ ਜਗ। ਦੱਤਾਤਰੇय ਉੱਠ ਖੜਿਆ, ਅੱਖਾਂ ਖੋਲ ਲੀਆਂ, ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦਾ ਮੇਰਾ ਕੋਈ ਕਾਜ ਹੀ ਨਹੀਂ,
I've got no business with this world, got no business with the physical world. ਮੇਰਾ ਤਾਂ ਕੋਈ ਕਾਰਜ ਹੀ ਨਹੀਂ ਦੁਨੀਆ ਦੇ ਨਾਲ। ਬੋਲਣ ਕੋ ਨਹਿ ਮੋਹਿ ਸੁਭਾਉ। ਮਹਾਰਾਜ ਮੇਰਾ ਸੁਭਾਅ ਨਹੀਂ ਬੋਲਣ ਦਾ, ਮੈਂ ਨਹੀਂ ਬੋਲਦਾ ਹੁੰਦਾ, ਮੈਨੂੰ ਬੋਲਣਾ ਚੰਗਾ ਨਹੀਂ ਲੱਗਦਾ। ਆਸ ਕੋ ਛੋਰਨੇ ਰਾਸ ਭਇਓ। ਮੈਂ ਸਾਰੀਆਂ ਆਸਾਂ ਛੱਡੀਆਂ ਹੋਈਆਂ ਨੇ ਤੇ ਮੈਂ ਨਿਰਾਸ਼ ਹੋ ਗਿਆ। ਇੱਥੋਂ ਤੱਕ ਸਵਰਗਾਂ ਦੀ ਵੀ ਆਸ ਮੈਂ ਛੱਡੀ ਹੋਈ ਹੈ, ਮੁਕਤੀ ਦੀ ਆਸ ਛੱਡੀ ਹੋਈ ਹੈ, ਦੁਨੀਆ ਦੀਆਂ ਛੱਡੀਆਂ ਹੋਈਆਂ ਨੇ, ਮੈਨੂੰ ਕੋਈ ਵੀ ਆਸ ਨਹੀਂ ਹੈਗੀ। ਮਨ ਕੀ ਨ ਸਦਾ ਥਿਰ ਨਾਹਿ ਡੁਲਾਉ। ਮੈਂ ਆਪਣਾ ਜਿਹੜਾ ਮਨ ਹੈ, ਆਪਣਾ ਹਿਰਦਾ ਮੈਂ ਜਿਹੜਾ ਹੈ ਸਥਿਰ ਰੱਖਿਆ ਹੋਇਆ ਹੈ, ਇੱਕ ਟੱਕ ਧਿਆਨ ਵਿੱਚ ਜੋੜਿਆ ਹੋਇਆ। ਮੈਂ ਇਹਨੂੰ ਨਹੀਂ ਡੋਲਦਾ ਕਿਤੇ, ਮੈਂ ਇਹਨੂੰ ਨਹੀਂ ਇੱਧਰ ਉੱਧਰ ਕਿਤੇ ਕਰਦਾ। ਪੂਰਨ ਪੀ ਕਰੁਣਾ ਹਮ ਪੈ। ਕਹਿਣਗੇ ਪੂਰਨ, ਇਹ ਪੂਰਨ ਜਿਹੜੀ ਹੈ, ਪੂਰਨ ਪਰਮੇਸ਼ਰ ਜਿਹੜਾ ਪੂਰਨ ਹੈ, ਉਹਦੀ ਕਿਰਪਾ ਸਾਡੇ ਤੇ ਹੋਈ ਹੈ ਤੇ ਮੈਂ ਉਹਦਾ ਆਨੰਦ ਲੈ ਰਿਹਾ ਹਾਂ। ਬੀਚ ਬਸਿਓ ਤੇ ਸੋ ਲਿਵ ਲਾਉ। ਕਹਿਣਗੇ ਔਰ ਬੀਚ, ਉਹ ਮੇਰੇ ਹਿਰਦੇ ਵਿੱਚ ਵਸਣ ਵਾਲਾ ਉਹ ਪਰਮਾਤਮਾ ਹੈ, ਉਹਦੇ ਨਾਲ ਮੈਂ ਆਪਣੀ ਲਿਵ ਜੋੜ ਕੇ ਰੱਖਦਾ ਹਾਂ। ਮਹਿ ਰੋਮ ਰਚਿਓ ਸੋ ਭਲੀ ਬਿਧ। ਕਹਿਣ ਲੱਗੇ ਹਾਂ ਉਹ ਪਰਮਾਤਮਾ ਮੇਰੇ ਰੋਮ ਰੋਮ ਦੇ ਵਿੱਚ ਵਸਿਆ ਹੋਇਆ, ਹਰ ਇੱਕ ਹੈ ਫੋਸਿਲ ਜਿਹੜੇ ਹੈ ਦੇ ਉਹਨਾਂ ਵਿੱਚ ਵਸਿਆ ਹੋਇਆ ਮੇਰਾ ਪਰਮਾਤਮਾ ਹੈ, ਹਰ ਪਾਸੇ ਉਹੀ ਪਰਮਾਤਮਾ ਕਿਉ ਹੈ। ਰਸਨਾ ਅਬ ਬੈਨ ਅਲਾਉ। ਕਿਉਂ ਰਸਨਾ, ਮੈਂ ਬੋਲ ਕੇ ਮੈਂ ਹੁਣ ਕੀ ਦੱਸਾਂ, ਮੈਂ ਕੀ ਕਵਾਂ, ਕਿਉਂਕਿ ਉਹ ਤਾਂ ਬੇਅੰਤ ਹੈ, ਮੈਂ ਉਹਦੇ ਬਾਰੇ ਕੀ ਦੱਸ ਸਕਦਾ ਹਾਂ। ਉਹਦੇ ਵਿੱਚ ਤਾਂ ਮੈਂ ਧਿਆਨ ਲਾ ਕੇ ਜੁੜੇ ਸਕਦਾ ਹੈ ਨਾ, ਮੈਂ ਹੋਰ ਕੀ ਕਰ ਸਕਦਾ ਹਾਂ। ਚੌਪੇ ਸੁਨ ਤੇ ਮਤ ਕੋ ਸ੍ਰੀ ਗੁਰੂ ਬੋਲੇ। ਉਹਨਾਂ ਦੀ ਮਤ ਨੂੰ ਸੁਣ ਕੇ, ਦੱਤਾਤਰੇ ਦੇ ਬਚਨ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਧੰਨ ਤੁਮ ਮਨ ਰਹਿਤ ਅਡੋਲੇ। ਕਹਿਣਗੇ ਧੰਨ ਹੈ ਦੱਤਾਤਰੇ ਤੂੰ ਜਿਹਦਾ ਮਨ ਅਡੋਲਤਾ ਵਿੱਚ ਰਹਿੰਦਾ ਹੈ, ਜਿਹਦਾ ਮਨ ਨਹੀਂ ਡੋਲਦਾ। ਆਤਮ ਗਿਆਨ ਉਦਤ ਕੇ ਮਾਹੀ। ਤੇ ਆਤਮ ਗਿਆਨ ਰੂਪੀ ਸਮੁੰਦਰ ਵਿੱਚ ਤੂੰ ਤਾਰੀਆਂ ਮਾਰਦਾ ਹਾਂ, ਤੂੰ ਇੰਜੋਏ ਕਰ ਰਿਹਾ ਹਾਂ। ਰਹੋ ਮੀਨ ਜਿਉ ਮਗਨ ਸਦਾ ਹੀ। ਤੇਰਾ ਮਨ ਇੱਕ ਮੀਨ ਮੱਛੀ ਦੀ ਤਰ੍ਹਾਂ, ਜਿਵੇਂ ਮੱਛੀ ਸਮੁੰਦਰ ਦਾ ਪਾਣੀ ਦਾ ਆਨੰਦ ਮਾਣਦੀ ਹੈ, ਤੂੰ ਆਤਮ ਗਿਆਨ ਰੂਪੀ ਸਮੁੰਦਰ ਵਿੱਚ ਆਪਣਾ ਮਨ ਰੂਪੀ ਮੱਛੀ ਨੂੰ ਤੂੰ ਆਨੰਦ ਵਿੱਚ ਡੁੱਬ ਰਿਹਾ ਹੈ, ਤੂੰ ਉਹਦੇ ਵਿੱਚ ਲੀਨ ਹੋ ਰਿਹਾ ਹਾਂ। ਕੁੰਡਲ ਕਟਕਾਦਿਕ ਲੰਕਾਰਾ। ਕਹਿਣ ਲੱਗੇ ਦੇਖੋ, ਫਿਰ ਸਮਝਾਉਂਦੇ ਹਨ ਦੱਤਾਤਰੇ ਨੂੰ, ਕਹਿੰਦੇ ਦੇਖੋ ਨਾ, ਸੋਨੇ ਦੇ ਬਣੇ ਹੋਏ ਈਅਰਿੰਗਸ ਹੁੰਦੇ ਨੇ, ਜਿਹੜੇ ਹਨ ਸੋਨੇ ਦੇ ਬਣੇ ਕੜੇ ਹੁੰਦੇ ਨੇ। ਸੋ ਸੋਨੇ ਦੇ ਬਣੇ ਹੋਏ ਜਿੰਨੇ ਵੀ ਗਹਿਣੇ ਹਨ, ਸਾਰੇ ਬਣੇ ਤਾਂ ਸੋਨੇ ਵਿੱਚੋਂ ਹੀ ਹਨ। ਸਭ ਕੂਰੇ ਔਰ ਵਿੱਚ ਵਿਚਾਰਾ। ਤੂੰ ਉਹ ਸਾਰਿਆਂ ਨੂੰ ਕੂੜ ਮੰਨ ਲਾ ਵੀ ਉਹ ਕੂੜ ਨੇ, ਉਹ ਝੂਠੇ ਨੇ ਸਾਰੇ। ਜੋ ਕੰਚਨ ਹੈ ਸਰਬ ਆਧਾਰਾ। ਪਰ ਹੈ ਤਾਂ ਕੰਚਨ ਨਾ, ਗੋਲ ਨੇ ਹੀ ਸਭ ਕੁਝ ਬਣਾਇਆ, ਗੋਲ ਤਾਂ ਗੋਲ ਹੀ ਹੈ ਨਾ। ਉਹ ਗੋਲ ਜਿਹੜਾ ਸੋਨਾ ਹੈ ਉਹ ਤਾਂ ਸੋਨਾ ਹੈ, ਸੋਨੇ ਵਿੱਚੋਂ ਈਅਰਿੰਗਸ ਬਣ ਗਏ, ਕੜੇ ਬਣ ਗਏ, ਜੁਵਲਰੀਜ਼ ਬਣ ਗਿਆ, ਇਹ ਸਭ ਕੁਝ ਸੋਨੇ ਤੋਂ ਬਣੀਆਂ, ਪਰ ਹੈ ਤਾਂ ਅਖੀਰ ਸੋਨਾ ਹੀ ਹੈ ਨਾ। ਜੋ ਅੱਜ ਆਪਾਂ ਨੂੰ ਈਅਰਿੰਗ ਡਿਫਰੈਂਟ ਲੱਗਦੀ ਹੈ, ਜੋ ਕੜਾ ਉਹ ਡਿਫਰੈਂਟ ਲੱਗਦਾ ਹੈ, ਜੁਵਲਰੀਜ਼ ਡਿਫਰੈਂਟ ਲੱਗਦੀ ਹੈ, ਪਰ ਅਸਲ ਵਿੱਚ ਤਾਂ ਸੋਨਾ ਹੀ ਹੈ। ਸੋ ਸਾਚੋ ਨੀਕੀ ਬਿਦ ਧਾਰਾ। ਇਸ ਕਰਕੇ ਜਿਹੜਾ ਤੱਤ ਹੈ ਨਾ, ਜਿਵੇਂ ਸੋਨਾ ਤੱਤ ਹੈ ਇਹ ਸਾਰੇ ਜੁਵਲਰੀਜ਼ ਦਾ, ਇਸੇ ਤਰ੍ਹਾਂ ਹੀ ਕਹਿੰਦੇ ਸੋ ਸਾਚਾ ਨੀਕੀ ਬਿਦ ਧਾਰੋ। ਕਹਿੰਦੇ ਦੱਤਾਤਰੇ ਉਹ ਪਰਮੇਸ਼ਰ ਹੀ ਹੈ, ਉਸ ਦੇ ਸਰੂਪ ਸਾਰੇ ਬਣੇ ਹੋਏ ਹਨ। ਜਿੰਨਾ ਵੀ ਕੁਝ ਤੇਰੇ ਅੱਖਾਂ ਦੇ ਸਾਹਮਣੇ ਹੈ, ਚਾਹੇ ਤੇਰੀਆਂ ਅੱਖਾਂ ਜਿੱਥੇ ਤੱਕ ਦੇਖਦੀਆਂ ਸੁਣਦੀਆਂ ਹਨ, ਫੀਲ ਕਰਦੀਆਂ ਹਨ, ਇਹ ਸਾਰਾ ਹੀ ਪਰਮੇਸ਼ਰ ਹੈ, ਸਭ ਕੁਝ ਪਰਮੇਸ਼ਰ ਹੈ। ਪਰਮੇਸ਼ਰ ਤੋਂ ਬਗੈਰ ਦੇਖੋ ਇੱਥੇ ਦੱਤਾਤਰੇ ਜਿਹੜਾ ਸੀ ਨਾ, ਨਿਰਗੁਣ ਗਿਆਨ ਦੇ ਵਿੱਚ ਲੀਨ ਸੀਗਾ, ਪਰ ਹੁਣ ਮਹਾਰਾਜ ਨੇ ਇਹਨੂੰ ਸਰਗੁਣ ਦਾ ਵੀ ਗਿਆਨ ਦਿੱਤਾ ਵੀ ਤੂੰ ਇਹ ਨਾ ਭੁੱਲ, ਇਹ ਜਿਹੜੀ ਸਾਰੀ ਸ੍ਰਿਸ਼ਟੀ ਦੀ ਜੋ ਚੀਜ਼ਾਂ ਤੂੰ ਦੇਖਦਾ, ਇਹ ਸਾਰਾ ਵੀ ਪਰਮਾਤਮਾ ਹੀ ਹੈ। ਇਹਦੇ ਵਿੱਚ ਵੀ ਪਰਮਾਤਮਾ ਹੀ ਆਪਣਾ ਸਰੂਪ ਬਣਾ ਕੇ ਡਿਫਰੈਂਟ ਸਰੂਪਾਂ ਵਿੱਚ ਆਪਣੇ ਆਪ ਨੂੰ ਪ੍ਰਗਟ ਕੀਤਾ ਹੋਇਆ ਪਰਮਾਤਮਾ ਨੇ। ਅਸ ਕਹਿ ਕਰ ਮਿਲ ਆਪਸ ਮਾਹੀ। ਜੋ ਐਸਾ ਕਿਹਾ ਨਾ ਗੁਰੂ ਨਾਨਕ ਸਾਹਿਬ ਨੇ, ਦੱਤਾਤਰੇ ਨੇ ਜਾਣ ਲਿਆ ਵੀ ਇਹ ਤਾਂ ਪਰਮੇਸ਼ਰ ਆ ਗਿਆ, ਜਿਹਨੇ ਮੇਰਾ ਰਹਿੰਦਾ ਖੁੰਦਾ ਜਿਹੜਾ ਰਹਿੰਦਾ ਸੀ ਨਾ, ਕਸਰ ਰਹਿੰਦੀ ਸੀ, ਉਹ ਵੀ ਪੂਰੀ ਕਰਤੀ ਹੁਣ। ਤੇ ਕਹਿੰਦੇ ਅਸ ਕਹਿ ਤੇ ਆਪਸ ਵਿੱਚ ਗੁਰੂ ਨਾਨਕ ਸਾਹਿਬ ਤੇ ਦੱਤਾਤਰੇ ਬੜੇ ਪ੍ਰੇਮ ਨਾਲ ਮਿਲੇ। ਹਰਖਤ ਪੇ ਦੋਹ ਦਿਸ ਸੁਖ ਪਾਹੀ। ਬੜਾ ਉਹਨਾਂ ਨੂੰ ਖੁਸ਼ੀ ਹੋਈ ਇੱਕ ਦੂਜੇ ਨੂੰ ਮਿਲ ਕੇ ਦੋਨੋਂ ਪਾਸਿਆਂ ਤੋਂ। ਕੇਤਕ ਕਾਲ ਬੈਠ ਤੇ ਪਾਸਾ। ਕੁਝ ਕੁ ਸਮੇਂ ਵਾਸਤੇ ਗੁਰੂ ਨਾਨਕ ਸਾਹਿਬ ਜੀ ਉੱਥੇ ਬੈਠੇ ਰਹੇ ਉਹਦੇ ਕੋਲ। ਚੱਲਨੇ ਤਿਆਰ ਭਏ ਸੁਖ ਰਾਸਾ। ਫਿਰ ਮਹਾਰਾਜ ਚੱਲਣੇ ਵਾਸਤੇ ਤਿਆਰ ਹੋਏ, ਅਗਾਂਹ ਵੀ ਚੱਲੀਏ, ਹੁਣ ਹੋਰ ਵੀ ਕਾਰਜ ਕਰਨੇ ਹਨ। ਕਰ ਬੰਧਨ ਕੋ ਸੀਸ ਨਿਵਾਏ। ਤੇ ਉਹ ਦੱਤਾਤਰੇ ਨੇ ਉੱਠ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਆ ਕੇ। ਆਗਿਆ ਸ੍ਰੀ ਗੁਰ ਬਹੁਰ ਸਿਧਾਏ। ਅੱਗੇ ਫਿਰ ਗੁਰੂ ਨਾਨਕ ਸਾਹਿਬ ਜੀ ਤੁਰ ਪਏ ਹਨ, ਭਾਈ ਬਾਲਾ ਤੇ ਭਾਈ ਮਰਦਾਨਾ ਨਾਲ ਹਨ। ਕਮਲ ਬਦਨ ਸੁਖ ਸਦਨ ਸੁਹਾਵਨ। ਕਮਲ ਬਦਨ ਮਹਾਰਾਜ ਦਾ ਜਿਹੜਾ ਕਮਲ ਵਰਗਾ ਬਦਨ ਹੈ, ਕਮਲ ਵਰਗਾ ਸੁੰਦਰ ਬਦਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜੋ ਕਿ ਸੁੱਖਾਂ ਦੇ ਘਰ ਹਨ, ਸਾਰੇ ਸੁੱਖ ਦੇਣ ਵਾਲੇ ਤੇ ਸ਼ੋਭਾ ਪਾਉਣ ਵਾਲੇ ਹਨ। ਪੂਰਨ ਧਿਆਏ ਭਇਓ ਮਨ ਭਾਵਨ। ਹੁਣ ਇੱਥੇ ਅਧਿਆਇ ਇਹ ਪੂਰਾ ਹੋ ਗਿਆ, ਇਹ ਧਿਆਇ ਜਿਹੜਾ ਹੈ ਕੰਪਲੀਟ ਹੋ ਗਿਆ। ਇਹ ਜਿਹੜਾ ਹੈ 65ਵਾਂ ਜਿਹੜਾ ਧਿਆਇ ਹੈ ਇਹ ਪੂਰਾ ਹੋ ਗਿਆ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਦੇਖੋ ਗੁਰੂ ਨਾਨਕ ਸਾਹਿਬ ਜੀ ਕਾਕ ਪਸੰਦ ਹਾਂਜੀ ਦੱਤਾਤਰੇ ਨੂੰ ਮਿਲੇ, ਕਿੰਨਾ ਗਿਆਨ ਹੈ। ਸੋ ਇਸ ਕਰਕੇ ਜਿਹੜੇ ਬੰਦੇ ਅੱਜ ਕਹਿੰਦੇ ਹਨ ਨਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰੁਦਰਾ ਅਵਤਾਰ ਕਿਵੇਂ ਲਿਖ ਦਿੱਤਾ, ਦੇਖੋ ਮਹਾਰਾਜ ਆਪ ਮਿਲੇ ਹਨ ਉਹਨਾਂ ਨੂੰ, ਕਿਉਂ ਨਹੀਂ ਲਿਖ ਸਕਦੇ।
ਮਹਾਰਾਜ ਤਾਂ ਆਪ ਪਰਮੇਸ਼ਰ ਨੇ। ਜਿੰਨਾ ਵੀ ਗਿਆਨ ਕਿਸੇ ਦੇ ਵੀ ਹਿਰਦੇ ਵਿੱਚ ਵਸਦਾ ਹੈ ਉਹ ਗੁਰੂ ਨਾਨਕ ਹੀ ਆਪ ਹਨ, ਆਪ ਹੀ ਜਾਣਦੇ ਹਨ। ਸੋ ਮਹਾਰਾਜ ਜੀ ਸਮਰੱਥ ਨੇ। ਸੋ ਐਸੇ ਸਮਰੱਥ ਗੁਰੂ ਨੇ ਆਪਣੇ ਮਹਾਰਾਜ ਦਾ ਆਪਾਂ ਧਿਆਨ ਜਦੋਂ ਲਾਉਂਦੇ ਹਾਂ, ਇੰਨੀ ਗੱਲ ਯਾਦ ਰੱਖਣੀ, ਕਾਕ ਪਸੁੰਡ ਵਰਗੇ ਕਿੰਨੇ ਚਿਰੰਜੀਵੀ ਨੇ, ਦੱਤਾਤਰੇ ਕਿੱਡਾ ਵੱਡਾ ਗਿਆਨੀ ਹੈ, ਉਹ ਵੀ ਉਹਨਾਂ ਨੇ ਵੀ ਝੁਕ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਤੇ ਆਪਾਂ ਕਿਉਂ ਨਾ ਟੇਕੀਏ? ਆਪਣੇ ਵਿੱਚ ਕੀ ਹੈ? ਉਹਨਾਂ ਦੇ ਨਾਲ, ਉਹਨਾਂ ਦੇ ਬਰਾਬਰੀ ਤੇ ਆਪਾਂ ਤਾਂ ਕੁਝ ਵੀ ਨਹੀਂ ਹਾਂ। ਮਹਾਰਾਜ ਇੰਨੇ ਕਿਰਪਾਲੂ ਹਨ। ਸਤਿਗੁਰੂ ਜੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਾ ਲਾਖੀ ਮੇਰੀ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਕਰ ਬੰਧਨ ਕੋ ਸੀਸ ਨਿਵਾਏ, ਆਗੇ ਸ੍ਰੀ ਪ੍ਰਭ ਬਹੁਰ ਸਿਧਾਏ, ਕਮਲ ਬਦਨ ਸੁਖ ਸਦਨ ਸੁਹਾਵਨ, ਪੂਰਨ ਧਿਆਏ ਭਇਓ ਮਨ ਭਾਵਨ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਕਾਕ ਪਸੁੰਡ ਦੱਤਾਤਰੇय ਪ੍ਰਸੰਗ ਵਰਣਨ ਨਾਮ 65 ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।